गुरु तेग बहादुर सच्चे पातशाह हजूर बारे जिहड़ा कारज है इन्हां रिसर्चरज ने कीता वो साडे सामने होवे, साडे मस्तक दा भाग बने। तो मैं बेनती करूँगा कि बाहर बैठे जिहड़े सज्जण ने वो हाल विच आ जाण। हुण डॉक्टर परमवीर होरां दा सैशन प्रधान ने ये इस सैशन नूं चलाउणगे ते मैं डॉक्टर परमवीर होरां नूं बेनती करूँगा कि मैं तुहाडे नेड़े ही रख देना। वाहेगुरु जी का खालसा वाहेगुरु जी की फतेह। आप सारिਆਂ ਦਾ इस अकादमिक सैशन ਵਿੱਚ स्वागत है। सवेरे बहुत ही ਭਾਵਪੂਰਨ ਤਰੀਕੇ ਦੇ ਨਾਲ ਅੱਜ ਦਾ ਸੈਮੀਨਾਰ ਆਰੰਭ ਕੀਤਾ ਗਿਆ ਸੀ। ਉਸੇ ਦੀ ਲੜੀ ਵਿੱਚ ਇਸ ਅਕਾਦਮਿਕ ਸੈਸ਼ਨ ਦੇ ਵਿੱਚ ਪਰਚੇ ਪੜ੍ਹੇ ਜਾ ਰਹੇ ਨੇ। ਤਿੰਨ ਵਿਦਵਾਨ ਨੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ, ਉਹਨਾਂ ਦੀ ਬਾਣੀ ਨਾਲ ਸੰਬੰਧਿਤ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ। ਤੇ ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਡਾਕਟਰ ਤੇਜਿੰਦਰ ਸਿੰਘ ਜੀ ਨੂੰ। ਇਹ ਯੂਨੀਵਰਸਿਟੀ ਕਾਲਜ ਮੀਰਾਪੁਰ ਦੇ ਵਿੱਚ ਪ੍ਰੋਫੈਸਰ ਨੇ, ਧਰਮ ਅਧਿਐਨ ਦਾ ਕਾਰਜ ਬਖੂਬੀ ਨਿਭਾ ਰਹੇ ਨੇ। ਧਰਮ ਅਧਿਐਨ ਦੇ ਵਿੱਚ ਖੋਜ ਕਾਰਜ ਕਰਦਿਆਂ ਇਹਨਾਂ ਨੇ ਜੋ ਕੁਝ ਵੀ ਗੁਰੂ ਸਾਹਿਬ ਬਾਰੇ ਅਧਿਐਨ ਕੀਤਾ ਹੈ ਉਸ ਵਿੱਚੋਂ ਕੁਝ ਸ਼ਬਦ ਸਾਡੇ ਨਾਲ ਇਹ ਸਾਂਝੇ ਕਰਨਗੇ। ਤੇ ਮੈਂ ਬੇਨਤੀ ਕਰਾਂਗਾ ਹਰ ਵਿਦਵਾਨ ਨੂੰ ਕਿ ਉਹ 15 ਮਿੰਟ ਦੇ ਵਿੱਚ ਤੇ 15 ਤੋਂ 20 ਮਿੰਟ ਦੇ ਵਿੱਚ ਆਪਣੀ ਗੱਲ ਜਿਹੜੀ ਹੈ ਉਹ ਸੰਪੂਰਨ ਕਰਨ ਦਾ ਯਤਨ ਕਰੇ। ਸਭ ਤੋਂ ਪਹਿਲਾਂ ਡਾਕਟਰ ਤੇਜਿੰਦਰ ਸਿੰਘ ਜੀ ਉੱਥੇ वाहिगुरु। थैंक यू सर। वाहिगुरु साहिब जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। इस पावन अस्थान ते ਅੱਜ ਦੇ ਇਸ ਸੈਮੀਨਾਰ ਦੇ ਵਿੱਚ ਅਕਾਦਮਿਕ ਸੈਸ਼ਨ ਦੌਰਾਨ ਪ੍ਰਧਾਨਗੀ ਕਰ ਰਹੇ ਮੇਰੇ ਟੀਚਰ ਸਤਿਕਾਰਯੋਗ ਡਾਕਟਰ ਪਰਮਵੀਰ ਸਿੰਘ ਜੀ, ਇਸ ਅਸਥਾਨ ਤੇ ਸੰਚਾਲਕ ਅਤੀ ਸਤਿਕਾਰਯੋਗ ਬਾਬਾ ਅਮੀਰ ਸਿੰਘ ਜੀ, मेरे कुलीग्स ਤੇ बहुत ही
ਸਤਿਕਾਰਯੋਗ ਗੁਰੂ ਪਿਆਰੇ ਖਾਲਸਾ ਜੀਓ, ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਅਸਥਾਨ ਨਾਲ ਤਕਰੀਬਨ 21-22 ਸਾਲ ਦਾ ਰਿਸ਼ਤਾ ਹੈ। ਮੈਨੂੰ ਯਾਦ ਹੈ ਜਦੋਂ ਮੈਂ ਗੁਰਮਤਿ ਕਾਲਜ ਪਟਿਆਲਾ ਵਿਖੇ MA ਰਿਲੀਜੀਅਸ ਸਟੱਡੀਜ਼ ਕਰ ਰਿਹਾ ਸੀ ਅਤੇ ਮੇਰਾ ਇੱਕ ਸਹਿਪਾਠੀ ਸੀ ਗੁਲਸ਼ਨ ਸਿੰਘ। ਬਾਬਾ ਅਮੀਰ ਸਿੰਘ ਜੀ ਦੀ ਅਗਵਾਈ ਹੇਠ ਉਦੋਂ, ਕਿਉਂਕਿ ਇਹ ਵੀ ਨੌਜਵਾਨ ਅਵਸਥਾ 'ਚ ਸੀਗੇ, ਅਤੇ ਸੰਤ ਬਾਬਾ ਸੁੱਚਾ ਸਿੰਘ ਜੀ, ਉਹਨਾਂ ਦੀ ਪ੍ਰੇਰਨਾ ਦੇ ਨਾਲ ਗੁਲਸ਼ਨ ਸਿੰਘ ਉੱਥੇ ਗੁਰਮਤਿ ਕਾਲਜ ਪਟਿਆਲਾ ਵਿਖੇ ਇੱਥੋਂ ਪੜ੍ਹ ਕੇ ਸੰਗੀਤ ਦੀ ਵਿੱਦਿਆ ਲੈ ਕੇ ਅਤੇ MA ਕਰਨ ਆਇਆ ਸੀ। ਗੁਰੂ ਸਾਹਿਬ ਨੇ ਐਸੀ ਬਖਸ਼ਿਸ਼ ਕੀਤੀ, ਉਹਦੇ ਸਾਥ ਨਾਲ ਇੱਥੇ ਆਉਣਾ ਸ਼ੁਰੂ ਹੋਏ ਅਤੇ ਸੰਤ ਬਾਬਾ ਸੁੱਚਾ ਸਿੰਘ ਜੀ ਦੇ ਕਾਫੀ ਟਾਈਮ ਉਹਨਾਂ ਦੀ ਸੰਗਤ ਮਾਣੀ। ਮੈਨੂੰ ਬੈਠਿਆਂ ਨੂੰ ਉਹ ਸਮਾਂ ਯਾਦ ਆ ਰਿਹਾ ਸੀ ਜਦੋਂ ਬਾਬਾ ਜੀ ਨਾਲ ਉਹਨਾਂ ਦੇ ਕਮਰੇ ਵਿੱਚ ਰਾਤ ਨੂੰ ਬੈਠ ਕੇ ਬਚਨ ਉਹਨਾਂ ਦੇ ਸਰਵਣ ਕਰਦੇ ਸੀ। ਸੋ ਐਸੇ ਸੁਭਾਗ ਅਸਥਾਨ 'ਤੇ ਅੱਜ ਫਿਰ ਇੰਨੇ ਸਾਲਾਂ ਬਾਅਦ, ਵੈਸੇ ਤਾਂ ਬਾਬਾ ਜੀ ਹਰ ਸਾਲ ਹੀ ਸੈਮੀਨਾਰ ਉਲੀਕਦੇ ਆ ਅਤੇ ਬੜੇ ਮਾਣ ਨਾਲ ਇੱਥੇ ਸੱਦਦੇ ਨੇ, ਹਾਜ਼ਰੀਆਂ ਭਰੀ ਦੀਆਂ। ਸ਼ੁਕਰਾਨਾ ਇਹਨਾਂ ਦਾ, ਧੰਨਵਾਦ ਹੈ। ਸੋ ਅੱਜ ਦੇ ਇਸ ਸੈਮੀਨਾਰ ਵਿੱਚ ਮੇਰੇ ਜਿਹੜੇ ਪੇਪਰ ਦਾ ਵਿਸ਼ਾ ਹੈ ਉਹ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਚਰਿੱਤਰ ਭੱਟ-ਵਹੀਆਂ ਦੇ ਵਿਸ਼ੇਸ਼ ਹਵਾਲੇ ਵਿੱਚ। ਮੈਂ ਬੇਨਤੀ ਪਹਿਲਾਂ ਇਹ ਕਰ ਦੇਵਾਂ ਕਿ ਅਤੀ ਸਤਿਕਾਰਯੋਗ ਡਾਕਟਰ ਅਨੁਰਾਗ ਸਿੰਘ ਜੀ ਨੇ ਬੇਸ਼ੱਕ ਪਹਿਲਾਂ ਭੱਟ-ਵਹੀਆਂ ਬਾਰੇ ਆਪਣੇ ਵਿਚਾਰ ਦਿੱਤੇ ਨੇ, ਪਰੰਤੂ ਜੇ ਧੁੱਪ ਹੈ ਤਾਂ ਛਾਂ ਵੀ ਹੈ। ਹਰ ਇੱਕ ਚੀਜ਼ ਦੇ ਦੋ ਐਂਗਲਸ ਹੁੰਦੇ ਆ। ਇਹਨਾਂ ਦੀ ਗੱਲ ਠੀਕ ਹੈ, ਵਧੀਆ ਗੱਲ ਕੀਤੀ ਹੈ ਇਹਨਾਂ ਨੇ ਕਿ ਭੱਟ-ਵਹੀਆਂ ਦੇ ਵਿੱਚ ਕੁਝ ਮਿਤੀਆਂ ਤਿਥੀਆਂ ਗਲਤ ਨੇ, ਪਰੰਤੂ ਮੇਰਾ ਦੇਖਣ ਦਾ ਨਜ਼ਰੀਆ ਕੁਛ ਹੋਰ ਹੈ। ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਸਾਨੂੰ ਸਿਖਾਇਆ। ਬਾਣੀ ਕਿਉਂਕਿ ਵੇ ਆਫ ਲਾਈਫ ਹੈ, ਤਾਂ ਸਾਨੂੰ ਜੀਵਨ ਜਾਂਚ ਸਿਖਾਉਂਦੇ ਆ। ਗੁਰੂ ਸਾਹਿਬ ਕਹਿੰਦੇ ਸਾਂਝ ਕੀਜੈ ਗੁਨਾਹ ਕੇਰੀ ਛੋੜ ਅਵਗਨ ਚੱਲੀ ਹੈ। ਜੇ ਆਪਾਂ ਇਸ ਸਿਧਾਂਤ ਨੂੰ ਇਸ ਸਮੇਂ ਲਾਗੂ ਕਰੀਏ ਤਾਂ ਮੇਰਾ ਖਿਆਲ ਭੱਟ-ਵਹੀਆਂ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਐਸੀ ਸਮੱਗਰੀ ਮਿਲਦੀ ਹੈ ਜਿਹੜੀ ਸ਼ਾਇਦ ਕਿਸੇ ਹੋਰ ਗ੍ਰੰਥ ਵਿੱਚ ਨਹੀਂ ਮਿਲਦੀ। ਭੱਟ-ਵਹੀਆਂ ਦੀ ਕੀ ਇੰਪੋਰਟੈਂਸ ਹੈ, ਭੱਟ ਕੌਣ ਸੀਗੇ, ਇਹ ਆਪਾਂ ਗੱਲਾਂ ਨਾਲੋਂ ਨਾਲ ਕਰਾਂਗੇ। ਉਹ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਕੀ ਇਹਨਾਂ ਵਹੀਆਂ ਵਿੱਚ ਪ੍ਰਵਚਨ ਮਿਲਦੇ ਆ, ਉਹ ਆਪਾਂ ਸਾਂਝੇ ਕਰਾਂਗੇ। ਮੁੱਢਲੇ ਰੂਪ ਦੇ ਵਿੱਚ ਮੈਂ ਬੇਨਤੀ ਜੇ ਕਰਾਂ ਆਪ ਜੀ ਨੂੰ, ਤਾਂ ਜਦੋਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦਾ ਅਧਿਐਨ ਕਰਨਾ ਹੋਵੇ, ਪਹਿਲਾਂ ਤਾਂ ਇੱਥੋਂ ਮੈਂ ਖਿਮਾ ਮੰਗ ਲੈਣਾ ਇਸ ਗੱਲ 'ਤੇ, ਕਿਉਂਕਿ ਡਾਕਟਰ ਬਲਕਾਰ ਸਿੰਘ ਜੀ ਜਿਹੜੀ ਗੱਲ ਕਹਿ ਕੇ ਗਏ ਸੀਗੇ ਕਿ ਉਹ 10 ਸਰੂਪਾਂ ਨੂੰ ਇੱਕ ਜੋਤ ਸਮਝਦੇ ਹੋਏ ਇੱਕ ਗੁਰੂ ਕਹਿ ਰਹੇ ਨੇ, ਉਸ ਗੱਲ ਨੂੰ ਮੈਂ ਵੱਡੀ ਕਰਦਾ। ਜਦੋਂ MPhil ਕਰ ਰਹੇ ਸੀ PhD ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਵਿਖੇ, ਅਤੇ ਸਾਡੇ ਇੱਕ ਟੀਚਰ ਨੇ ਗੱਲ ਸੁਣਾਈ ਸੀ, ਮੈਨੂੰ ਚੇਤੇ ਆ ਰਹੀ ਹੈ। ਉਹਨਾਂ ਨੇ ਇੱਕ ਵਿਦਵਾਨ ਦੇ ਹਵਾਲੇ ਨਾਲ ਦੱਸਿਆ ਸੀ, R.K. ਤ੍ਰਿਪਾਠੀ। ਉਹਨਾਂ ਦੀ ਇੱਕ ਸਟੇਟਮੈਂਟ ਸੁਣਾਈ ਸੀ, ਮੈਨੂੰ ਅੱਜ ਚੇਤੇ ਆ ਰਹੀ ਹੈ। ਕਹਿੰਦੇ ਇਟ ਇਜ਼ ਰੋਂਗ ਟੂ ਸੇ that there weren't 10 gurus. It is wrong to say
that there were 10 gurus. In fact, Guru Nanak gave us 10 opportunities to understand him. ਕਹਿੰਦੇ ਇਹ ਕਹਿਣਾ ਗਲਤ ਹੈ ਕਿ ਸਾਡੇ 10 ਗੁਰੂ ਹੋਏ ਨੇ, ਬਲਕਿ ਗੁਰੂ ਨਾਨਕ ਨੇ ਸਾਨੂੰ 10 ਮੌਕੇ ਦਿੱਤੇ ਕਿ ਅਸੀਂ ਉਹਨੂੰ ਸਮਝ ਸਕੀਏ। ਸੋ ਬਾਣੀ ਵੀ ਕਹਿੰਦੀ ਹੈ ਜੋ ਤੇ ਉਹ ਜੁਗਤ ਸਾਏ ਸਹਕਾਇਆ ਫੇਰ ਪਰਟੀ ਹੈ। ਇਸ ਸਿਧਾਂਤ ਦੇ ਅਨੁਸਾਰ ਗੁਰੂ ਨਾਨਕ ਨੂੰ, ਕਿਉਂਕਿ ਜੋਤ ਸਰੂਪ ਨੇ, ਆਪ ਪਰਮੇਸ਼ਰ ਨੇ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਤਾਂ ਉਹਨਾਂ ਦੇ ਫਿਰ ਜੀਵਨ ਨੂੰ ਸਮਝਣਾ, ਦੁਨਿਆਵੀ ਪੱਧਰ ਤੇ ਸਮਝਣਾ ਸੁਖੈਨ ਕਾਰਜ ਨਹੀਂ ਹੈ, ਕਿਉਂਕਿ ਉਹ ਆਪ ਜੋਤ ਸਰੂਪ ਨੇ, ਪਰੰਤੂ ਵਰਤਾਰਾ ਉਹਨਾਂ ਦਾ ਭੌਤਿਕ ਹੈ। ਭੌਤਿਕ ਵਰਤਾਰੇ ਨੂੰ ਦੇਖਦੇ ਹੋਏ ਆਪਾਂ ਕੁਛ ਮਾਤਰ ਉਹਨਾਂ ਦੇ ਜਿਹੜੇ ਕਾਰਜ ਨੇ, ਉਹਨਾਂ ਦਾ ਜਿਹੜਾ ਜਿਉਣ ਢੰਗ ਹੈ, ਜੀਵਨ ਸ਼ੈਲੀ ਹੈ, ਉਸ ਨੂੰ ਸਮਝ ਸਕਦੇ ਹਾਂ। ਸੋ ਉਸੇ ਭੌਤਿਕ ਵਰਤਾਰੇ ਦੇ ਪ੍ਰਸੰਗ ਵਿੱਚ ਜੀਵਨ ਚਰਿੱਤਰ ਸ਼ਬਦ ਮੈਂ ਵਰਤ ਰਿਹਾ ਆਪਣੇ ਪੇਪਰ ਦੇ ਵਿੱਚ। ਮੈਂ ਬੇਨਤੀ ਕਰ ਰਿਹਾ ਸੀ ਕਿ ਜਦੋਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦਾ ਅਧਿਐਨ ਕਰਦੇ ਹਾਂ ਤਾਂ ਸਾਨੂੰ ਅਕਾਦਮਿਕ ਪੱਧਰ ਉੱਤੇ 3 ਪ੍ਰਕਾਰ ਦੇ ਸਰੋਤ ਪ੍ਰਾਪਤ ਹੁੰਦੇ ਆ। ਪਹਿਲੇ ਗੁਰਮੁਖੀ ਸਰੋਤ ਨੇ, ਦੂਜੇ ਫਾਰਸੀ ਸਰੋਤ ਨੇ, ਤੀਜੇ ਅਸਾਮੀ ਸਰੋਤ ਨੇ। ਡਾਕਟਰ ਪਿਆਰ ਸਿੰਘ ਨੇ ਇਹਨਾਂ ਦੀ ਬੜੀ ਸੁੰਦਰ ਵਿਆਖਿਆ ਕੀਤੀ ਹੈ। ਜਿਹੜੇ ਇਹ 3 ਸਰੋਤ ਨੇ, ਇਹਨਾਂ ਵਿੱਚੋਂ ਕਿਉਂਕਿ ਪਹੁੰਚ ਆਮ ਵਿਦਵਾਨਾਂ ਦੀ ਗੁਰਮੁਖੀ ਤੱਕ ਹੈ, ਫਾਰਸੀ ਤੇ ਅਸਾਮੀ ਸਰੋਤ ਕਿਉਂਕਿ ਸਾਡੀ ਲੈਂਗੁਏਜਿਸ ਦਾ ਪ੍ਰੋਬਲਮ ਹੈ ਸਾਨੂੰ, ਤਾਂ ਬਹੁਤੇ ਵਿਦਵਾਨਾਂ ਨੇ, ਖਾਸ ਕਰ ਅਜੋਕੇ ਮੇਰੇ ਸਮਕਾਲ ਦੇ ਵਿਦਵਾਨਾਂ ਨੇ ਜੇ ਆਪਾਂ ਕਹਿ ਲਈਏ, ਉਹਨਾਂ ਨੇ ਗੁਰਮੁਖੀ ਸਰੋਤਾਂ ਦਾ ਹੀ ਅਧਿਐਨ ਕੀਤਾ, ਜਾਂ ਪਿੱਛੇ ਵੀ ਬਹੁਤੇ ਗੁਰਮੁਖੀ ਸਰੋਤਾਂ ਦਾ ਹੀ ਅਧਿਐਨ ਕਰਦੇ ਆਏ ਨੇ। ਸੋ ਇਸ ਪ੍ਰਕਾਰ ਗੁਰਮੁਖੀ ਸਰੋਤਾਂ ਦਾ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਯੋਗਦਾਨ ਹੈ, ਬੜੀ ਵੱਡੀ ਇੰਪੋਰਟੈਂਸ ਇਹਨਾਂ ਦੀ। ਗੁਰਮੁਖੀ ਸਰੋਤਾਂ ਨੂੰ ਜੇ ਆਪਾਂ ਹੋਰ ਉਹਦਾ ਡੂੰਘੇ ਨਾਲ ਅਧਿਐਨ ਕਰੀਏ ਤਾਂ ਇਹਨਾਂ ਦੇ ਵਿੱਚੋਂ ਕੁਝ ਸਮਕਾਲੀ ਸਰੋਤ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ, ਕੁਝ ਨਿਕਟ ਸਮੇਂ ਦੇ ਨੇ, ਤੇ ਬਾਕੀ ਸਾਰੇ ਬਾਅਦ ਦੇ ਸਰੋਤ ਨੇ। ਸਮਕਾਲੀ ਸਰੋਤਾਂ ਦੇ ਵਿੱਚੋਂ ਫਰਦਰ ਜੇ ਮੈਂ ਵੰਡ ਕਰਨੀ ਹੋਵੇ ਤਾਂ ਗੁਰੂ ਸਾਹਿਬ ਦੀ ਆਪਣੀ ਬਾਣੀ ਹੈ, ਇਹਨੂੰ ਆਪਾਂ ਸਰੋਤ ਵਜੋਂ ਇੱਕ ਐਂਗਲ ਤੋਂ ਦੇਖ ਸਕਦੇ ਹਾਂ। ਦੂਜੇ ਉਹਨਾਂ ਦੇ ਹੁਕਮਨਾਮੇ। ਤੀਜਾ ਜਿਹੜਾ ਮੁੱਖ ਸਰੋਤ ਜਿਹਦੇ ਬਾਰੇ ਮੈਂ ਗੱਲ ਕਰਨ ਜਾ ਰਿਹਾ ਹਾਂ ਉਹ ਹੈ ਭੱਟਵਈਆਂ। ਮੇਰਾ ਇਸ ਪੇਪਰ ਦੇ ਵਿੱਚ ਮੁੱਖ ਪ੍ਰਯੋਜਨ ਹੈ ਜਿਹੜਾ ਉਹ ਭੱਟਵਈਆਂ ਅੰਦਰ ਮਿਲਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਬੰਧਿਤ ਜਿਹੜੀ ਜਾਣਕਾਰੀ ਹੈ ਉਹ ਆਪ ਜੀ ਨਾਲ ਸਾਂਝੀ ਕਰਨਾ ਹੈ। ਕਿਸੇ ਕਿਸਮ ਦੇ ਕਟਾਕਸ਼, ਕਿਸੇ ਕਿਸਮ ਦੇ ਵਿਵਾਦ ਦਾ ਇੱਥੇ ਮੈਂ ਵਿਵਾਦ ਖੜਾ ਕਰਨਾ ਨਹੀਂ ਚਾਹੁੰਦਾ, ਨਾ ਹੀ ਕੋਈ ਕਟਾਕਸ਼ ਕਰਨਾ ਚਾਹੁੰਦਾ। ਜਸਟ ਮੇਰਾ ਇੱਕ ਐਂਗਲ ਹੈ ਦੇਖਣ ਦਾ ਇਹਨਾਂ ਚੀਜ਼ਾਂ ਨੂੰ, ਕਿਉਂਕਿ ਪਿੱਛੇ ਲੰਮੇ ਸਮੇਂ ਤੋਂ ਗੁਰਮੁਖੀ ਸਰੋਤਾਂ ਨੂੰ ਪੜ੍ਹਨ ਪੜ੍ਹਾਉਣ ਦਾ ਜਿਹੜਾ ਰੁਝਾਨ ਹੈ ਉਹ ਬਣਿਆ ਹੋਇਆ ਹੈ। ਸੋ ਇਸ ਪਰਚੇ ਦੇ ਵਿੱਚ ਮੈਂ ਗਿਆਨੀ ਗਰਜਾ ਸਿੰਘ ਦੁਆਰਾ ਜਿਹੜੇ ਭੱਟਵਈਆਂ ਦੇ ਲਏ ਗਏ ਨੋਟਸ ਨੇ ਉਹਨਾਂ ਨੂੰ ਆਧਾਰ ਬਣਾਇਆ। ਕੌਣ ਗਿਆਨੀ ਗਰਜਾ ਸਿੰਘ ਨੇ ਕਿਵੇਂ ਨੋਟਸ ਲਏ ਅੱਗੇ ਗੱਲ ਕਰਾਂਗੇ। ਜਸਟ ਮੈਂ ਇੱਕ ਇੰਟਰੋਡਕਟਰੀ ਲੈਵਲ 'ਤੇ ਆਪ ਜੀ ਨਾਲ ਸਾਂਝੀ ਗੱਲ ਕਰ ਰਿਹਾ ਹਾਂ ਕਿ ਇਸ ਪਰਚੇ ਦੇ ਵਿੱਚ ਭੱਟਵਈਆਂ ਜਿਹੜੀਆਂ ਮੂਲ ਨੇ ਭੱਟ ਅਕਸ਼ਰੀ ਵਿੱਚ ਲਿਖੀਆਂ ਹੋਈਆਂ, ਮੇਰੀ ਪਹੁੰਚ ਨਹੀਂ ਹੋਈ, ਮੇਰੀ ਕੀ ਵੱਡੇ ਵੱਡੇ ਵਿਦਵਾਨਾਂ ਦੀ ਵੀ ਉੱਥੇ ਤੱਕ ਪਹੁੰਚ ਨਹੀਂ ਹੋਈ। ਉਹ ਜਿਹੜੇ ਉਹਨਾਂ ਦੇ ਕਸਟੋਡੀਅਨਸ ਨੇ ਉਹ ਦਿਖਾ ਕੇ ਰਾਜੀ ਨਹੀਂ ਹੈਗੇ। ਸੋ ਗਿਆਨੀ ਗਰਜਾ ਸਿੰਘ ਨੇ ਉਹਨਾਂ ਦੇ ਇੱਕ ਟਾਈਮ 'ਤੇ ਨੋਟਸ ਲਏ ਸੀਗੇ, ਉਹ ਨੋਟਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬ੍ਰੇਰੀ ਦੇ ਵਿੱਚ ਸੁਰੱਖਿਅਤ ਨੇ। ਉਹਨਾਂ ਨੋਟਸ ਨੂੰ ਬੇਸ ਬਣਾ ਕੇ ਇਹ ਜਿਹੜਾ ਮੈਂ ਪੇਪਰ ਆਪਣਾ ਲਿਖਿਆ। ਭੱਟਵਈਆਂ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਭੱਟ ਕੌਣ ਸੀਗੇ ਇਹਨਾਂ ਨੂੰ ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰਦੇ ਹਾਂ। ਜੇ ਸ਼ਾਬਦਿਕ ਪੱਧਰ 'ਤੇ ਗੱਲ ਕਰੀਏ ਤਾਂ ਭੱਟ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਉਸਤਤ ਪੜ੍ਹਨ ਵਾਲਾ ਕਾਵ, ਅਥਵਾ
ਰਾਜ ਦਰਬਾਰ ਵਿੱਚ ਰਾਜਾ ਤੇ ਯੋਧਿਆਂ ਦਾ ਯਸ਼ ਕਹਿਣ ਵਾਲਾ, ਜਸ ਕਹਿਣ ਵਾਲਾ। ਜਿਹੜੇ ਭੱਟ ਸੀਗੇ ਉਹ ਬੇਸਿਕਲੀ ਗੁਰੂ ਪਿਆਰੇ ਖਾਲਸਾ ਜੀ ਉਹ ਬ੍ਰਾਹਮਣ ਜਿਹੜੀ ਵਰਗ ਹੈ ਉਹਦੇ ਨਾਲ ਸੰਬੰਧ ਰੱਖਦੇ ਸੀ। ਤੇ ਬ੍ਰਾਹਮਣ ਆਪਣੇ ਜਜਮਾਨਾਂ ਤੋਂ ਆਪਾਂ ਜਾਣਦੇ ਹਾਂ ਦਾਨ ਦਕਸ਼ਨਾ ਲੈ ਕੇ ਆਪਣਾ ਰੁਜ਼ਗਾਰ ਚਲਾਉਂਦੇ ਸੀਗੇ। ਬਹੁਤੇ ਭੱਟ ਬ੍ਰਾਹਮਣ ਕੁਲ ਦੇ ਵਿੱਚੋਂ ਹੋਏ ਨੇ। ਇਹ ਅਕਸਰ ਰਾਜ ਦਰਬਾਰਾਂ ਦੇ ਵਿੱਚ ਰਹਿੰਦੇ ਸਨ। ਯੁੱਧਾਂ ਦੇ ਸਮੇਂ, ਜੰਗਾਂ ਦੇ ਸਮੇਂ ਰਾਜਿਆਂ ਦੁਆਰਾ ਪ੍ਰਾਪਤ ਕੀਤੀਆਂ ਜਿੱਤਾਂ ਉਹ ਜਦੋਂ ਦੇਖਦੇ ਸੀਗੇ ਉਹਨਾਂ ਨੂੰ ਨੋਟ ਡਾਊਨ ਕਰਦੇ ਸੀਗੇ। ਟਾਈਮ ਆਉਣ 'ਤੇ ਉਹਨਾਂ ਦੀ ਕਿਤੇ ਉਸ ਇਵੈਂਟ ਦੀ ਬਰਸੀ, ਸਾਲਾਨਾ ਸਮਾਗਮ ਹੁੰਦੇ ਤਾਂ ਉਹਨਾਂ ਦੇ ਅੱਗੋਂ ਰਾਜਿਆਂ ਦੇ ਜਿਹੜੇ ਉੱਤਰਾਧਿਕਾਰੀ ਹੁੰਦੇ ਸੀਗੇ ਉਹਨਾਂ ਨੂੰ ਉਹਨਾਂ ਦੀਆਂ ਗਾਥਾਵਾਂ ਸੁਣਾ ਕੇ, ਉਹਨਾਂ ਦੇ ਪੂਰਵਜਾਂ ਦੁਆਰਾ ਪ੍ਰਾਪਤ ਕੀਤੀਆਂ ਜਿੱਤਾਂ ਦੀਆਂ ਕਹਾਣੀਆਂ ਸੁਣਾ ਕੇ ਉਹਨਾਂ ਤੋਂ ਅਕਸਰ ਜਿਹੜਾ ਦਾਨ ਦਕਸ਼ਨਾ ਪ੍ਰਾਪਤ ਕਰਦੇ ਸੀਗੇ। ਭੱਟਾਂ ਦੇ ਪਿਛੋਕੜ ਵੱਲ ਝਾਤ ਮਾਰਿਆਂ ਸਾਨੂੰ ਪਤਾ ਚੱਲਦਾ ਹੈ ਕਿ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ ਭਿੱਖਾ ਨਾਂ ਦੇ ਭੱਟ ਨੇ ਸਿੱਖੀ ਧਾਰਨ ਕੀਤੀ। ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਉਹ ਆਪਣੇ ਕਈ ਭੱਟਾਂ ਨੂੰ ਲੈ ਕੇ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ। ਇੱਥੇ ਇਹ ਗੱਲ ਸਪਸ਼ਟ ਕਰਨੀ ਬਣਦੀ ਹੈ ਕਿ ਜਿਹੜੇ ਭੱਟਾਂ ਦੀ ਬਾਣੀ, ਭੱਟ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹ ਭੱਟ ਤੇ ਇਹ ਭੱਟ ਡਿਫਰੈਂਟ ਸੀਗੇ, ਅਲੱਗ-ਅਲੱਗ ਸੀਗੇ। ਸੋ ਇਹਨਾਂ ਭੱਟਾਂ ਨੇ ਸਮੇਂ-ਸਮੇਂ 'ਤੇ ਜਿਹੜੇ ਇਵੈਂਟਸ ਇਹ ਦੇਖਦੇ ਸੀਗੇ ਉਹਨਾਂ ਨੂੰ ਜੋ ਨੋਟ ਡਾਊਨ ਕਰਦੇ ਸੀਗੇ, ਉਹ ਨੋਟ ਕਰਦੇ ਸੀ। ਜਿਹੜੀਆਂ ਪੁਸਤਕਾਂ ਵਿੱਚ, ਕਾਪੀਆਂ ਦੇ ਵਿੱਚ ਉਹ ਸੀਗੇ, ਉਹਨਾਂ ਨੂੰ ਆਪਾਂ ਵਹੀਆਂ ਕਹਿੰਦੇ ਆ। ਬਹੀ ਸ਼ਬਦ ਦਾ ਸਮਾਨਾਰਥੀ ਹੈ ਜਿਹੜਾ ਗੁਰਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਵਰਤਿਆ, ਵਹੀ ਸ਼ਬਦ। ਲੇਖਾ ਰੱਬ ਮੰਗੇਸੀਆ ਵੇਖਾ ਕੱਢ ਬਹੀ, ਵਹੀ ਦਾ ਸਮਾਨਾਰਥੀ ਸ਼ਬਦ ਹੈ। ਸੋ ਭੱਟ ਸੀਗੇ ਜਿਹੜੇ ਉਹ ਆਪਣੇ ਜਜਮਾਨਾਂ ਦੇ ਖੁਸ਼ੀ ਗਮੀ ਦੇ ਮੌਕਿਆਂ ਦੇ ਉੱਤੇ ਹਾਜ਼ਰ ਹੋ ਕੇ ਵਧਾਈਆਂ ਦੇ ਕੇ ਆਪਣੀ ਲਾਗ ਦਕਸ਼ਨਾ ਲੈਂਦੇ ਸੀ। ਇਸ ਪ੍ਰਕਾਰ ਇਹ ਉਹਨਾਂ ਦਾ ਰੁਜ਼ਗਾਰ ਦਾ ਸਾਧਨ ਵੀ ਸੀ। ਇਸੇ ਕਰਕੇ ਭੱਟ ਲੋਕ ਆਪਣੇ ਕੋਲ ਵਹੀਆਂ ਰੱਖਦੇ ਸੀ, ਕਿਉਂਕਿ ਜਿੱਥੇ ਕਿਤੇ ਉਹ ਜਾਂਦੇ ਉਹ ਆਪਣੇ ਜਜਮਾਨਾਂ ਦੇ ਨਾਂ, ਪਤੇ, ਬੰਸਾਵਲੀਆਂ ਨਾਲੋਂ ਨਾਲ ਦਰਜ ਕਰਦੇ ਸੀਗੇ। ਜਿਸ ਕਰਕੇ ਜਦੋਂ ਕੋਈ ਖਾਸ ਘਟਨਾ ਵਾਪਰਦੀ ਸੀ ਤਾਂ ਉਹ ਉਹਦਾ ਪੂਰਾ ਬਿਉਰਾ ਵੀ ਅੰਕਿਤ ਕਰ ਲੈਂਦੇ ਸੀ। ਇਸ ਦਾ ਲਾਭ ਇਹ ਹੁੰਦਾ ਸੀ ਕਿ ਜਦੋਂ ਕੋਈ ਜਜਮਾਨ ਦਾ ਕੋਈ ਖਾਸ ਸਮਾਗਮ ਹੁੰਦਾ ਸੀ ਤਾਂ ਉਹ ਆਪਣੇ ਪਿਛਲੇ ਕੁਰਸੀਨਾਮੇ ਅਤੇ ਕਾਰਨਾਮੇ ਪੜ੍ਹ ਸੁਣਾ ਕੇ ਵਡੇਰਿਆਂ ਦੀਆਂ ਖਾਸ ਵੀਰਤਾਂ ਦੇ ਦਾਨ ਦੇਣ ਵਾਲੀਆਂ ਉੱਭਰਵੀਆਂ ਗੱਲਾਂ ਦੱਸ ਕੇ ਨਵੀਂ ਪੀੜ੍ਹੀ ਦੇ ਮਨ ਵਿੱਚ ਹੁਲਾਸ ਪੈਦਾ ਕਰਦੇ ਸੀਗੇ। ਸੋ ਭੱਟ ਵਹੀਆਂ ਜਿਹੜੀਆਂ ਸੀਗੀਆਂ ਉਹ ਭੱਟਾਂ ਦੇ ਜੀਵਨ ਦਾ ਆਧਾਰ ਸੀ। ਜੀਵਨ ਦਾ ਆਧਾਰ ਹੋਣ ਕਰਕੇ ਬੜੀ ਇਹਨਾਂ ਦੀ ਸੇਫ ਕਸਟਡੀ ਕੀਤੀ ਜਾਂਦੀ ਸੀਗੀ। ਸਾਂਭ ਸੰਭਾਲ ਜਿਹੜੀ ਬੜੀ ਇੰਪੋਰਟੈਂਟਲੀ ਕੀਤੀ ਜਾਂਦੀ ਸੀ, ਕਿਉਂਕਿ ਉਹਨਾਂ ਦਾ ਰੁਜ਼ਗਾਰ ਨਾਲ ਜੁੜੀਆਂ ਹੋਈਆਂ ਸੀ। ਅੱਜ ਵੀ ਆਪਾਂ ਦੇਖਿਆ ਨਾ, ਜਿਹੜੇ ਵੱਡੇ ਬਿਜ਼ਨਸਮੈਨ ਨੇ ਉਹ ਆਪਣੇ ਅਕਾਊਂਟਸ, ਆਪਣੀ ਲੈਜਰਸ ਮੇਨਟੇਨ ਕਰਦੇ ਆ ਤੇ ਬੜੇ ਸੇਫ ਕਸਟਡੀ ਵਿੱਚ ਰੱਖਦੇ ਆ। ਸੋ ਇਹ ਜਿਹੜੇ ਭੱਟ ਵਹੀਆਂ ਨੇ ਇਹਨਾਂ ਦੇ ਅੰਦਰ ਪੀੜ੍ਹੀ ਦਰ ਪੀੜ੍ਹੀ ਮੋਟੇ ਰੂਪ ਦੇ ਵਿੱਚ ਕਈ ਘਰਾਣਿਆਂ ਦੇ ਜਿਹੜੇ ਹਾਲਾਤ ਉਹ ਲਿਖੇ ਮਿਲਦੇ ਆ। ਇੱਥੇ ਇਹ ਗੱਲ ਮੈਂ ਇੱਕ ਸਪਸ਼ਟ ਕਰ ਦੇਵਾਂ ਕਿ ਜਿਹੜੇ ਭੱਟ ਸੀਗੇ ਇਹ ਕੋਈ ਵਿਦਵਾਨ ਇਤਿਹਾਸਕਾਰ ਨਹੀਂ ਸੀਗੇ। ਜਿਵੇਂ ਕਿ ਪਹਿਲਾਂ ਮਸਲਾ ਉੱਠਿਆ ਸੀਗਾ ਵੀ ਮੈਂ ਮੁੱਢਲੇ ਰੂਪ ਦੇ ਵਿੱਚ ਵੀ ਬੇਨਤੀ ਕੀਤੀ ਹੈ ਕਿ ਕਈ ਤਿੱਥਾਂ ਮਿੱਤਾਂ ਦੀ ਇਹਦੇ ਵਿੱਚ ਸਾਨੂੰ ਨਹੀਂ ਸਪਸ਼ਟ ਰੂਪ 'ਚ ਠੀਕ ਮਿਲਦੀਆਂ। ਤਾਂ ਉਹਦਾ ਇੱਕ ਕਾਰਨ ਇਹ ਹੈ ਕਿ ਇਹ ਲੋਕ ਕੋਈ ਪੜ੍ਹੇ ਲਿਖੇ ਨਹੀਂ ਸੀਗੇ, ਕੋਈ ਇਤਿਹਾਸਕਾਰ ਨਹੀਂ ਸੀਗੇ, ਨਾ ਹੀ ਇਹਨਾਂ ਦਾ ਮੋਟਿਵ ਸੀ ਕੋਈ ਹਿਸਟਰੀ ਡਿਪਿਕਟ ਕਰਨਾ, ਕੋਈ ਹਿਸਟਰੀ ਲਿਖਣਾ। ਜਸਟ ਇਹਨਾਂ ਦਾ ਇਹ ਰੁਜ਼ਗਾਰ ਦਾ ਸਾਧਨ ਸੀਗਾ, ਇਸ ਕਰਕੇ ਇਹ ਚੀਜ਼ਾਂ ਲਿਖਦੇ ਸੀਗੇ। ਦੂਸਰੀ ਗੱਲ, ਇਹ ਭੱਟ ਇਕੱਲੇ ਨਹੀਂ ਰਹਿੰਦੇ ਸੀਗੇ, ਬਲਕਿ ਗਰੁੱਪਸ ਦੇ ਵਿੱਚ ਵਿਚਰਦੇ ਸੀ। ਤਾਂ ਹੀ ਕਰਕੇ ਭੱਟਾਂ ਦੀਆਂ ਜਿਹੜੀਆਂ ਵਹੀਆਂ ਮਿਲਦੀਆਂ ਸਾਨੂੰ, ਉਹ ਵਹੀਆਂ ਇਲਾਕਿਆਂ ਦੇ ਨਾਮ 'ਤੇ ਨੇ। ਜਿਵੇਂ ਭੱਟ ਵਹੀ ਕਰ ਸਿੰਧੂ, ਭੱਟ ਵਹੀ ਭਾਦਸੋਂ, ਭੱਟ ਵਹੀ ਮੁਲਤਾਨੀ ਸਿੰਧੀ, ਕਈ ਨੇ ਭੱਟ ਵਹੀਆਂ।
ਮਤਲਬ ਉਹਨਾਂ ਦੇ ਇਲਾਕਿਆਂ ਦੇ ਨਾਮ ਤੇ ਇਹਨਾਂ ਦੇ ਨਾਮ ਜਿਹੜੇ ਨੇ ਉਹ ਫੇਮਸ ਨੇ। ਸ਼ਾਇਦ ਇਹਨਾਂ ਦੀ ਇੰਪੋਰਟੈਂਸ ਨੂੰ ਦੇਖਦੇ ਹੋਏ ਇੱਕ ਵਾਰ ਗਿਆਨੀ ਗੁਰਦਿੱਤ ਸਿੰਘ ਜੀ ਨੇ, ਜੇ ਮੈਂ ਗਲਤ ਨਹੀਂ ਤਾਂ ਆਲੋਚਨਾ ਮੈਗਜ਼ੀਨ ਦਾ ਨਾਮ ਹੈ ਤੇ ਸ਼ਾਇਦ 1961 ਦੀ ਛਪੀ ਆ ਉਹ, ਉਹਦੇ ਵਿੱਚ ਉਹਨਾਂ ਦਾ ਇੱਕ ਆਰਟੀਕਲ ਲੱਗਾ ਸੀਗਾ ਭਟਵਈਆਂ ਤੇ। ਉਹਦੇ ਵਿੱਚ ਗਿਆਨੀ ਗੁਰਦਿੱਤ ਸਿੰਘ ਜੀ ਨੇ ਆਪਣਾ ਦੁੱਖ ਜਿਹੜਾ ਉਹ ਸਾਂਝਾ ਕੀਤਾ। ਮੈਂ 4-5 ਲਾਈਨਾਂ ਨੇ ਪੜ੍ਹ ਕੇ ਸੁਣਾਉਣਾ। ਉਹ ਲਿਖਦੇ ਨੇ, ਕਹਿੰਦੇ ਪੰਜਾਬ ਦੇ ਭੱਟਾਂ ਬਾਰੇ ਹੁਣੇ ਪ੍ਰਾਪਤ ਹੋਈ ਜਾਣਕਾਰੀ ਸਾਡੀ ਅਖੌਤੀ ਵਿਦਵਤਾ ਦਾ ਪੋਲ ਖੋਲ੍ਹ ਕੇ ਰੱਖ ਦਿੰਦੀ ਹੈ ਕਿ ਅਸੀਂ ਆਪਣੇ ਆਸ-ਪਾਸ ਪਈ ਸਮੱਗਰੀ ਤੋਂ ਕਿੰਨੇ ਬੇਖਬਰ ਅਤੇ ਬੇਪਰਵਾਹ ਹੋ ਕੇ ਤੁਰੇ ਜਾ ਰਹੇ ਹਾਂ। ਸਾਡੇ ਇਤਿਹਾਸ ਤੇ ਸਾਹਿਤ ਦਾ ਜਿਤਨਾ ਕੀਮਤੀ ਮਸਾਲਾ ਅਣਛੋਹਿਆ ਪਿਆ ਹੈ, ਉਸ ਦੀ ਪ੍ਰਾਪਤੀ ਬਿਨਾਂ ਕਾਇਮ ਕੀਤੇ ਸਿਧਾਂਤ ਅਤੇ ਉਹਨਾਂ ਦੇ ਨਿਰਭਰ ਬਹਿਸਾਂ ਤੇ ਪੁਸਤਕਾਂ ਦੀਆਂ ਰਚਨਾਵਾਂ ਬਿਨਾਂ ਨੀਂਹ ਤੇ ਰੇਤ ਦੀਆਂ ਕੰਧਾਂ ਉਸਾਰਨ ਦੇ ਤੁਲ ਹੈ। ਇਹ ਮਤਲਬ ਅੱਜ ਤੋਂ ਦੇਖ ਲਓ 60 ਸਾਲ ਪਹਿਲਾਂ ਤਕਰੀਬਨ ਗਿਆਨੀ ਗੁਰਦਿੱਤ ਸਿੰਘ ਜੀ ਲਿਖ ਗਏ ਸੀਗੇ ਤੇ ਅੱਜ ਵੀ ਇਹ ਸਟੇਟਸ ਜਿਹੜਾ ਜਿਉਂ ਦਾ ਤਿਉਂ ਆ। ਗਿਆਨੀ ਗਰਜਾ ਸਿੰਘ ਦੇ ਹਵਾਲੇ ਨਾਲ ਗੱਲ ਜਿਹੜੀ ਮੈਂ ਕਰਨ ਲੱਗਾ ਉਹ ਇਹ ਹੈ ਕਿ 18ਵੀਂ ਸਦੀ ਦੇ ਅੰਤਲੇ ਦਹਾਕੇ ਦੌਰਾਨ ਭਾਈ ਛੱਜੂ ਸਿੰਘ ਭੱਟ ਨੇ ਗੁਰੂ ਸਾਹਿਬਾਨ ਬਾਰੇ ਮਿਲਦੀਆਂ ਸਾਖੀਆਂ ਦਾ ਗੁਰਮੁਖੀ ਵਿੱਚ ਲਿਪਿਅੰਤਰਨ ਕੀਤਾ। ਕੁਝ ਸਮੇਂ ਬਾਅਦ ਗਿਆਨੀ ਗਰਜਾ ਸਿੰਘ ਜੀ ਨੇ ਉਹਦੀ ਇੱਕ ਉਤਾਰੇ ਦੀ ਨਕਲ ਕਰਕੇ ਇਸ ਅਮੁਲਕ ਖਜ਼ਾਨੇ ਨੂੰ ਪੰਥ ਦੀ ਝੋਲੀ ਪਾਇਆ। ਉਸ ਤੋਂ ਬਾਅਦ ਹੀ ਸਾਡੇ ਸਕਾਲਰਸ ਨੇ, ਚਾਹੇ ਡਾਕਟਰ ਫੌਜਾ ਸਿੰਘ ਹੋਏ, ਚਾਹੇ ਡਾਕਟਰ ਪਿਆਰ ਸਿੰਘ ਨੇ, ਚਾਹੇ ਹੋਰ ਵਿਦਵਾਨ ਨੇ, ਚਾਹੇ ਹੁਣ ਅੱਜ ਪ੍ਰੈਜ਼ੈਂਟਲੀ ਮੈਂ, ਇਹਨਾਂ ਨੋਟਸ ਨੂੰ ਹੀ ਆਧਾਰ ਬਣਾ ਕੇ ਜਿਵੇਂ ਪਹਿਲਾਂ ਦੱਸਿਆ ਆਪਣੀ ਗੱਲ ਕਰਨ ਲੱਗਾ। ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਵਹੀਆਂ ਦੇ ਆਧਾਰ ਉੱਤੇ ਸਮਾਂ ਪਾ ਕੇ ਸਾਡੇ ਸਾਹਮਣੇ ਇੱਕ ਪੁਸਤਕ ਹੋਰ ਆਉਂਦੀ ਹੈ, ਗੁਰੂ ਕੀਆਂ ਸਾਖੀਆਂ। ਇਹ ਪੁਸਤਕ ਵੀ ਤਿਆਰ ਹੁੰਦੀ ਹੈ 18ਵੀਂ ਸਦੀ ਦੇ ਅੰਤ ਸਿੱਖ ਮਿਸਲਾਂ ਦੇ ਸਮੇਂ। ਪਿੰਡ ਭਾਦਸੋਂ ਦੇ ਵਸਨੀਕ ਭਾਈ ਕੇਸਰ ਸਿੰਘ ਭੱਟ ਦੇ 2 ਵਿਦਵਾਨ ਸਪੁੱਤਰ ਸੀਗੇ। ਇੱਕ ਸੀ ਭਾਈ ਸਰੂਪ ਸਿੰਘ, ਇੱਕ ਸੀ ਭਾਈ ਸੇਵਾ ਸਿੰਘ। ਭਾਈ ਸਰੂਪ ਸਿੰਘ ਨੇ ਇਹ ਭਟਵਈਆਂ ਦੀ ਫੋਲਾਫਾਲੀ ਕਰਕੇ ਗੁਰੂ ਸਾਹਿਬਾਨ ਨਾਲ ਮਿਲਦੀਆਂ ਜਿਹੜੀਆਂ ਟੂਕਾਂ ਨੇ ਉਹਨਾਂ ਦੇ ਆਧਾਰ ਤੇ 1790 ਈਸਵੀ ਵਿੱਚ ਗੁਰੂ ਕੀਆਂ ਸਾਖੀਆਂ ਜਿਹੜੀ ਹੈ ਪੁਸਤਕ ਤਿਆਰ ਕੀਤੀ ਸੀ, ਜਿਹਨੂੰ ਬਾਅਦ ਵਿੱਚ ਬੜੇ ਹੀ ਸਤਿਕਾਰਯੋਗ ਵਿਦਵਾਨ ਪਿਆਰਾ ਸਿੰਘ ਪਦਮ ਜੀ ਨੇ ਸੰਪਾਦਿਤ ਕੀਤਾ, ਗੁਰੂ ਕੀਆਂ ਸਾਖੀਆਂ ਸਰਲੇਖ ਅਧੀਨ। ਸੋ ਭਾਈ ਛੱਜੂ ਸਿੰਘ ਭੱਟ ਜਿਹੜੇ ਸੀਗੇ ਉਹਨਾਂ ਦੇ ਦੁਆਰਾ ਕੀਤਾ ਹੋਇਆ ਲਿਪਿਅੰਤਰਨ ਉਹ ਹੀ ਬੇਸ ਬਣਿਆ ਗੁਰੂ ਕੀਆਂ ਸਾਖੀਆਂ ਦਾ ਤੇ ਗਿਆਨੀ ਗਰਜਾ ਸਿੰਘ ਦੇ ਲਏ ਗਏ ਨੋਟਸ ਦਾ। ਇੱਕ ਗੱਲ ਇੱਥੇ ਬੜੀ ਸਪਸ਼ਟ ਹੈ ਕਿ ਜਦੋਂ ਵੀ ਕੋਈ ਵਿਦਵਾਨ ਕੋਈ ਉਤਾਰਾ ਕਰਦਾ, ਕਿਉਂਕਿ ਪਹਿਲਾਂ ਫੋਟੋਸੈਟ ਮਸ਼ੀਨਸ ਤਾਂ ਹੈ ਨਹੀਂ ਸੀਗੀਆਂ, ਹੱਥ ਨਾਲ ਉਤਾਰਾ ਦੇਖ ਕੇ ਨਕਲ ਕਰਨੀ ਹੁੰਦੀ ਸੀ, ਤਾਂ ਉਤਾਰਾ ਕਰਨ ਸਮੇਂ ਵਾਧ ਘਾਟ ਜ਼ਰੂਰ ਹੋ ਜਾਂਦੀ ਹੈ। ਹਿਊਮਨ ਐਰਰ ਹੈ ਜਿਹੜਾ ਉਹ ਜ਼ਰੂਰ ਉਹਦੀ ਪੋਸੀਬਿਲਿਟੀ ਰਹਿੰਦੀ ਹੈ। ਇਸ ਕਰਕੇ ਇਹ ਆਪਾਂ ਇਸ ਗੱਲ ਨੂੰ ਮੰਨ ਕੇ ਚੱਲਦੇ ਹਾਂ ਕਿ ਉਤਾਰਾ ਕਰਨ ਸਮੇਂ ਤਿੱਥਾਂ ਦੀ ਜਾਂ ਹੋਰ ਘਟਨਾਵਾਂ ਦੀ ਜਿਹੜੀ ਥੋੜ੍ਹੀ ਬਹੁਤੀ ਫੇਰ ਬਦਲ ਹੋ ਗਈ ਹੋਵੇਗੀ ਜਾਂ ਹੋ ਸਕਦੀ ਹੈ। ਵਹੀਆਂ ਦਾ ਇਹ ਸੀ ਥੋੜ੍ਹਾ ਜਿਹਾ ਬੈਕਗਰਾਊਂਡ ਭਟਵਈਆਂ ਦੀ। ਜੇ ਮੈਂ ਭਟਵਈਆਂ ਦਾ ਸਿੱਖ ਇਤਿਹਾਸ ਨਾਲ ਥੋੜ੍ਹਾ ਜਿਹਾ ਆਪਾਂ ਇਹਨੂੰ ਮੇਲ ਕੇ ਜੋੜ ਕੇ ਦੇਖੀਏ ਤਾਂ ਸਿੱਖ ਇਤਿਹਾਸ ਨਾਲ ਭਟਵਈਆਂ ਦਾ ਡੂੰਘਾ ਰਿਸ਼ਤਾ। ਕਿਵੇਂ? ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਕਿ ਗੁਰੂ ਅਮਰਦਾਸ ਪਾਤਸ਼ਾਹ ਹਜ਼ੂਰ ਦੇ ਸਮੇਂ ਤੇ ਜਦੋਂ ਭੱਟ ਸਿੱਖੀ ਧਾਰਨ ਕਰਦੇ ਨੇ ਤਾਂ ਉਸ ਤੋਂ ਲੈ ਕੇ 18ਵੀਂ ਸਦੀ ਤੱਕ ਦਾ ਜਿਹੜਾ ਸਿੱਖ ਇਤਿਹਾਸ ਹੈ ਉਹ ਭਟਵਈਆਂ ਵਿੱਚ ਦਰਜ ਹੈ। ਖਾਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ, ਖਾਸ ਕਰਕੇ ਜੇ ਮੈਂ ਗਲਤ ਨਾ ਹੋਵਾਂ ਜਦ ਭਟਵਈਆਂ ਦੇ ਵਿੱਚ ਜਿਹੜੇ ਨਾਂ ਤੇ ਥਾਂ ਆਏ ਨੇ ਇਹਨਾਂ ਦਾ ਪ੍ਰੋਪਰ ਇੱਕ ਕੋਸ਼ ਬਣ ਸਕਦਾ। ਤੁਸੀਂ ਯਕੀਨ ਕਰਨਾ ਗੁਰੂ ਪਿਆਰੇ ਖਾਲਸਾ ਜੀਓ, ਇੰਨੇ ਨਾਂ ਆਏ ਨੇ ਇੱਥੇ ਮੇਰੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਸੰਬੰਧਿਤ ਨੇ ਉਹ ਵੀ ਮੈਨੂੰ ਪੜ੍ਹ ਕੇ ਦੱਸਣੇ ਪੋਸੀਬਲ ਨਹੀਂ ਹੈਗੇ। ਉਹਨਾਂ ਦਾ ਇੱਕ ਪ੍ਰੋਪਰ ਕੋਸ਼ ਬਣ ਸਕਦਾ ਤੇ ਉਹ ਨਾਮ ਉਹਨਾਂ ਸਿੱਖਾਂ ਦਾ ਵੇਰਵਾ ਕਿਸੇ ਹੋਰ ਸੋਰਸ ਵਿੱਚ ਨਹੀਂ ਆਇਆ ਐਜ਼ ਇਟ ਇਜ਼।
ਸੋ ਇਹ ਭਟਵਈਆਂ ਸਾਡੇ ਲਈ ਬਹੁਤ ਹੀ ਇੱਕ ਅਮੁਲਕ ਖਜ਼ਾਨਾ ਹੋ ਨਿਬੜਦੀਆਂ। ਗੁਰੂ ਤੇਗ ਬਹਾਦਰ ਸਾਹਿਬ ਬਾਰੇ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਭਟਵਈਆਂ ਦੇ ਵਿੱਚ, ਜਿਵੇਂ ਕਿ ਮੈਂ ਪਹਿਲਾਂ ਬੇਨਤੀ ਕਰਦਾ ਕਿ ਜਿਹੜਾ ਹੁਣ ਮੈਂ ਗੱਲ ਕਹਿਣ ਲੱਗਾ ਭਟਵਈਆਂ ਦੇ ਹਵਾਲੇ ਵਿੱਚ, ਉਹ ਮੇਰਾ ਆਪਣਾ ਕੰਸੈਂਟ ਨਹੀਂ ਹੈ, ਮੇਰੀ ਕੋਈ ਨਿੱਜੀ ਰਾਏ ਨਹੀਂ ਹੈ। ਭਟਵਈਆਂ ਜੋ ਦਰਜ ਕਰ ਰਹੀਆਂ ਮੈਂ ਉਹ ਦੱਸਣ ਲੱਗਾ। ਠੀਕ ਹੈ ਕਿ ਗਲਤ, ਇਹ ਪੰਥ ਨੇ, ਕਿਉਂਕਿ 400 ਸਾਲਾ ਸ਼ਤਾਬਦੀ ਮਨਾ ਰਹੇ ਆਪਾਂ, ਤੇ ਸਾਡਾ ਫਰਜ਼ ਬਣਦਾ ਹੈ ਕਿ ਜਦ ਸਾਡੇ ਪੰਥ ਦੇ ਅੰਦਰ ਜਿਹੜੀਆਂ ਦੁਬਿਧਾਵਾਂ ਚੱਲ ਰਹੀਆਂ ਪਈਆਂ ਹੋਈਆਂ ਇਤਿਹਾਸਕ ਇਵੈਂਟਸ ਨੂੰ ਲੈ ਕੇ, ਹਿਸਟੋਰੀਕਲ ਇਵੈਂਟਸ ਨੂੰ ਲੈ ਕੇ, ਉਹ ਦੂਰ ਕੀਤੀਆਂ ਜਾਣ ਇਸ ਮੌਕੇ ਤੇ। ਸੋ ਸੋਰਸ ਜਿਹੜੇ ਦੱਸ ਰਹੇ ਨੇ ਉਹ ਦੱਸ ਰਹੇ ਕਿ ਜਿਵੇਂ ਇੱਕ ਧਿਰ ਆਪਣੇ ਪੰਥ ਦੀ ਕਹਿੰਦੀ ਹੈ ਕਿ ਗੁਰੂ ਸਾਹਿਬ ਨੇ ਜਿਹੜਾ ਤਪ ਨਹੀਂ ਕੀਤਾ ਬਾਬੇ ਬਕਾਲੇ ਰਹਿ ਕੇ ਇੰਨੇ ਸਾਲ, 26 ਸਾਲ ਦਾ ਜਿਹੜਾ ਆਪਾਂ ਇਤਿਹਾਸ ਸੁਣਦੇ ਹਾਂ, ਤਾਂ ਇੱਕ ਧਿਰ ਕਹਿੰਦੀ ਹੈ, ਇਹਨੂੰ ਕੰਡੈਮ ਕਰਦੀ ਹੈ ਵੀ ਗੁਰੂ ਸਾਹਿਬ ਇੱਕ ਬੰਨੇ ਤਾਂ ਬਾਣੀ ਦੇ ਵਿੱਚ ਕਹਿ ਰਹੇ ਨੇ ਵੀ ਤਪ ਦਾ ਖੰਡਨ ਕਰ ਰਹੇ ਨੇ, ਦੂਜੇ ਬੰਨੇ ਆਪ ਤਪ ਕਰਨਗੇ, ਆਪ ਸਮਾਧੀ ਲਾਉਣਗੇ। ਸੋ ਉਹ ਧਿਰ ਜੇ ਠੀਕ ਹੈ, ਮੈਂ ਆਪਣਾ ਕੰਸਰਨ ਨਹੀਂ ਦੇ ਰਿਹਾ, ਜੇ ਠੀਕ ਹੈ ਤਾਂ ਭਟਵਈ ਇਹ ਦੱਸਦੀ ਹੈ ਕਿ ਗੁਰੂ ਸਾਹਿਬ ਨੇ 1713 ਬਿਕਰਮੀ ਵਿੱਚ ਤੀਰਥ ਯਾਤਰਾ ਤੇ ਜਾਣਾ ਕੀਤਾ, ਤੇ ਇਹ ਕਦੋਂ ਗਏ, ਉਹਨਾਂ ਦੇ ਨਾਲ ਕੌਣ ਕੌਣ ਸੀਗਾ, ਇਹ ਸਾਰਾ ਵੇਰਵਾ ਇਸ ਹਵਾਲੇ ਵਿੱਚ ਆਉਂਦਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਬਕਾਲੇ ਜਾਂਦੇ ਨੇ ਤਾਂ ਉੱਥੇ ਬਕਾਲੇ ਤੋਂ ਆਪਣੀਆਂ ਯਾਤਰਾਵਾਂ ਦੀ ਜਿਹੜੀ ਸ਼ੁਰੂਆਤ ਕਰਦੇ ਆ, ਤੇ ਇੱਕ ਲੰਮਾ ਸਮਾਂ ਉਹਨਾਂ ਨੇ ਯਾਤਰਾਵਾਂ ਕੀਤੀਆਂ। ਮੈਂ ਫਿਰ ਬੇਨਤੀ ਕਰਦਾ ਕਿ ਇਹ ਕੋਈ ਕਟਾਕਸ਼ ਨਹੀਂ ਕਿ ਗੁਰਿਆਈ, ਪਹਿਲਾਂ ਜਿਵੇਂ ਗੱਲ ਹੋਈ ਸੀ ਗੁਰੂ ਬਣਨ ਤੋਂ ਪਹਿਲਾਂ ਹੀ ਚਲੇ ਗਏ ਸੀ ਯਾਤਰਾਵਾਂ ਤੇ। ਗੁਰੂ ਸਮਰੱਥ ਹੈ, ਸਭ ਕੁਝ ਕਰ ਸਕਦਾ। ਇਹ ਸਾਡੀ ਅਲਪ ਬੁੱਧੀ ਹੈ, ਸਾਡੀ ਅਲਪ ਸਮਝ ਹੈ ਕਿ ਆਪਾਂ ਗੁਰੂ ਦੇ ਵਰਤਾਰੇ ਨੂੰ ਉਵੇਂ ਨਹੀਂ ਸਮਝ ਸਕਦੇ। ਜਿਵੇਂ ਗੁਰੂ ਨਾਨਕ ਸਾਹਿਬ ਦੇ ਸੰਬੰਧ ਵਿੱਚ ਸਾਨੂੰ ਦੋ ਤਰ੍ਹਾਂ ਦੇ ਮਤ ਮਿਲਦੇ ਆ ਕਿ ਗੁਰੂ ਨਾਨਕ ਸਾਹਿਬ ਗੁਰੂ ਪ੍ਰਕਾਸ਼ ਤੋਂ ਹੀ, ਪ੍ਰਕਾਸ਼ ਸਮੇਂ ਤੋਂ ਹੀ ਗੁਰੂ ਸੀਗੇ ਕਿ ਵੇਈ ਨਦੀ ਤੋਂ ਬਾਅਦ ਗੁਰੂ ਜਿਹੜੇ ਬਣੇ। ਇਸੇ ਪ੍ਰਕਾਰ ਮੈਂ ਉੱਤਰ ਨਹੀਂ ਦੇ ਰਿਹਾ, ਸਿਰਫ ਆਪ ਜੀ ਦੇ ਸਾਹਮਣੇ ਪੁਆਇੰਟ ਰੱਖ ਰਿਹਾ। ਗੁਰੂ ਸਾਹਿਬ ਦੇ ਰੈਫਰੈਂਸ ਮੈਂ ਸਕਿਪ ਕਰਦਾ ਟਾਈਮ ਦੇ ਉਹਨੂੰ ਇੰਪੋਰਟੈਂਸ ਨੂੰ ਮੁੱਖ ਰੱਖਦੇ ਹੋਏ। ਉਸ ਤੋਂ ਬਾਅਦ ਦੀ ਜਿਹੜੀ ਗੱਲ ਗੁਰਿਆਈ ਦੀ ਆਉਂਦੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਿਆਈ ਦਿੱਤੀ ਜਾਂਦੀ ਆ, ਬਾਬਾ ਗੁਰਦਿੱਤਾ ਜੀ ਦਿੰਦੇ ਨੇ। ਉਹ ਰੈਫਰੈਂਸ ਸਪਸ਼ਟ ਸਰੂਪ ਦੇ ਵਿੱਚ ਸਾਨੂੰ ਭਟਵਈ ਦੇ ਵਿੱਚੋਂ ਮਿਲਦਾ। ਗੁਰਿਆਈ ਦੇ ਸੰਬੰਧ ਵਿੱਚ ਇੱਕ ਗੱਲ ਬੜੀ ਇੰਪੋਰਟੈਂਟ ਜਿਹੜੀ ਕਰਨੀ ਬਣਦੀ ਆ, ਉਹ ਇਹ ਹੈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਪਹਿਲਾ ਸਰੂਪ ਨੇ। ਜੇ ਆਪਾਂ ਇਤਿਹਾਸਕ ਪੱਧਰ ਤੇ 10 ਗੁਰੂ ਸਾਹਿਬਾਨ ਨੂੰ ਦੇਖੀਏ, ਜਿਵੇਂ ਪਹਿਲਾਂ ਗੱਲ ਕੀਤੀ ਸੀ ਵੀ ਇੱਕ ਜੋਤ ਨੇ, ਇੱਕ ਗੁਰੂ ਨੇ, ਉਹ ਗੱਲ ਠੀਕ ਹੈ, ਪਰੰਤੂ ਹਿਸਟੋਰੀਕਲ ਵਰਤਾਰਾ ਜਿਹੜਾ ਉਹਨਾਂ ਦਾ, ਉਹਨੂੰ ਜੇ ਆਪਾਂ ਦੇਖੀਏ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਹਿਲੇ ਗੁਰੂ ਨੇ ਜਿਨ੍ਹਾਂ ਨੇ ਆਪਣੇ ਹੱਥੀਂ ਕਹਿ ਲਓ ਆਪਣੀ ਮੌਜੂਦਗੀ ਵਿੱਚ ਗੁਰੂ ਸਾਹਿਬ ਨੂੰ ਨੈਕਸਟ ਗੁਰੂ ਜਿਹੜਾ ਨੈਕਸਟ ਸਕਸੈਸਰ ਹੈ ਜਿਹੜਾ ਉਹਨੂੰ ਦੀ ਚੋਣ ਨਹੀਂ ਕੀਤੀ, ਬਲਕਿ ਸੰਕੇਤਕ ਗੁਰਿਆਈ ਦਿੱਤੀ ਹੈ। ਜਦੋਂ ਸੰਕੇਤਕ ਗੁਰਿਆਈ ਦਿੱਤੀ ਤਾਂ ਬਾਬੇ ਬਕਾਲੇ ਵਿਖੇ ਜਿਹੜੀਆਂ ਮੰਜੀਆਂ ਲੱਗ ਗਈਆਂ, ਆਪਾਂ ਸਾਰਾ ਇਤਿਹਾਸ ਜਾਣਦੇ ਹਾਂ, ਉਹ ਇੱਕ ਵਰਤਾਰਾ ਸੀ ਕੌਮ ਨੂੰ, ਪੰਥ ਨੂੰ ਇਸ ਗੱਲ ਦੀ ਸਮਝ ਦੇਣ ਦਾ, ਸ਼ਾਇਦ ਕਿ ਮੇਰੇ ਸਿੱਖ ਨੇ ਜਿਹੜੇ ਆਉਣ ਵਾਲੇ ਸਮੇਂ ਤੇ ਇਸ ਗੱਲ ਦੀ ਸਮਝ ਰੱਖ ਸਕਣ ਕਿ ਗੁਰਿਆਈ ਹੈ ਜਿਹੜੀ ਉਹ ਨਿਰੋਲ ਅਧਿਆਤਮਕ ਵਰਤਾਰਾ ਹੈ, ਉਹ ਦੈਵੀ ਵਰਤਾਰਾ ਹੈ, ਉਹ ਦੁਨਿਆਵੀ ਨਹੀਂ। ਇਸ ਗੱਲ ਦੀ ਸਾਨੂੰ ਸਮਝ ਦੇਣ ਲਈ ਗੁਰੂ ਸਾਹਿਬ ਨੇ, ਸ਼ਾਇਦ ਮੇਰੀ ਪਰਸੈਪਸ਼ਨ ਇਹ ਆ ਕਿ ਇਹ ਵਰਤਾਰਾ ਵਰਤਾਇਆ, ਕਿਉਂਕਿ ਇੱਕ ਬੰਨੇ 8 ਸਾਲ ਦਾ ਸਰੀਰ ਰੂਪ ਦੇ ਵਿੱਚ ਗੁਰੂ ਹੈ, ਇੱਕ ਬੰਨੇ ਵਡੇਰੀ ਉਮਰ 'ਚ ਗੁਰੂ ਹੈ, ਗੁਰੂ ਅਮਰਦਾਸ ਜੀ। ਸੋ ਦੁਨਿਆਵੀ ਪੱਧਰ ਤੇ ਗੁਰਿਆਈ ਦਾ ਉਮਰ ਦੇ ਨਾਲ, ਸਰੀਰ ਦੇ ਨਾਲ ਕਿਸੇ ਹੋਰ ਪੱਖ ਤੋਂ ਕੋਈ ਸੰਬੰਧ ਨਹੀਂ। ਨਰੋਲ, ਜਿਵੇਂ ਭਾਈ ਗੁਰਦਾਸ ਜੀ ਲਿਖਦੇ, ਦਾ ਤੇ ਜੋ ਤੇ ਖਸਮੈ ਵਡਿਆਈ। ਸੋ ਇਹ ਜਦੋਂ ਵਰਤਾਰਾ ਵਰਤਦਾ, ਮੰਜੀਆਂ ਲਗਾ ਕੇ ਬੈਠ ਜਾਂਦੇ ਆ ਮਸੰਦ, ਤਾਂ ਉਸ ਟਾਈਮ ਤੇ ਭਾਈ ਮੱਖਣ ਸ਼ਾਹ ਜੀ ਦੁਆਰਾ ਜਿਹੜਾ ਗੁਰੂ ਸਾਹਿਬ ਆਪਣੇ ਆਪ ਨੂੰ ਪ੍ਰਕਾਸ਼ਮਾਨ ਕਰਦੇ ਆ, ਪ੍ਰਗਟ ਕਰਦੇ ਆ, ਉਹਦੇ ਬਾਰੇ ਵੀ ਜਿਹੜਾ ਇਹਦੇ ਵਿੱਚ ਹਵਾਲਾ ਮਿਲਦਾ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੁੰਦਾ। ਇੱਥੇ ਮੈਂ ਥੋੜ੍ਹਾ ਜਿਹਾ ਸਟ੍ਰੈਸ ਦਊਂਗਾ। ਭਟਵਈਆਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨਾ ਸਾਹਿਬ ਵਿਖੇ ਸੰਮਤ 1718 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਰਸਾਇਆ ਗਿਆ।
ਬੇਸ਼ੱਕ ਇੱਥੇ ਫਿਰ ਮੈਂ ਉਹੀ ਗੱਲ ਕਰਦਾ, ਡੇਟ ਦੀ ਗੜਬੜ ਹੈ, ਪਰੰਤੂ ਜਿਹੜਾ ਪੁਆਇੰਟ 'ਤੇ ਮੈਂ ਸਟ੍ਰੈਸ ਦੇਣਾ ਚਾਹੁੰਦਾ, ਸਾਡੇ ਵਿਦਵਾਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਪਨ ਦਾ ਨਾਮ ਗੋਬਿੰਦ ਰਾਏ ਦੱਸਿਆ। ਭੱਟਵਈ ਇੱਕੋ ਇੱਕ ਪਹਿਲਾ ਸੋਰਸ ਹੈ ਜਿਹੜਾ ਇਹ ਦੱਸਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਪਨ ਦਾ ਨਾਮ ਗੋਬਿੰਦ ਦਾਸ ਸੀ, ਰਾਏ ਨਹੀਂ। ਮੈਂ ਪੜ੍ਹ ਕੇ ਸੁਣਾਉਣਾ। गुरु तेग बहादुर जी बेटा गुरु हरगोबिंद जी, महल छठे का पोता गुरु अर्जन जी का, सोडी खत्री के गृह में माता गुजरी जी के उधर थी। नगर पटना में संबत 1718 पोख मासे सुदी सप्त में बुधवार पहर रात रही एक चमत्कारी बाल पैदा हुआ, जिसका नाम श्री गोबिंद दास राखा। सो ਇੰਦੀ ਸਾਨੂੰ ਜਿਹੜੀ ਗਵਾਹੀ ਹੈ ਇਸ ਪੁਆਇੰਟ ਦੀ ਗੁਰੂ ਪਾਤਸ਼ਾਹ ਦੀ ਆਪਣੀ ਬਾਣੀ ਵਿੱਚੋਂ ਮਿਲਦੀ ਹੈ, ਜਿੱਥੇ ਗੁਰੂ ਸਾਹਿਬ ਲਿਖਦੇ ਆ, ਸਗਲ ਦੁਆਰ ਕਉ ਛਾੜ ਕੇ ਗਏ ਹੋ ਤੁਹਾਰ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਸ ਵਰਣਨ ਦੇ ਵਿੱਚ ਭਟਵਈਆਂ ਦੇ ਵਿੱਚ ਅੱਗੇ ਗੁਰੂ ਸਾਹਿਬ ਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੀਰਤਪੁਰ ਸਾਹਿਬ ਜਾਣਾ, ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ, ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੰਮ੍ਰਿਤਸਰ ਸਾਹਿਬ ਜਾਣਾ, ਰਾਣੀ ਜਿਹੜੀ ਚੰਪਾ ਹੈ ਉਹਦੇ ਸੱਦੇ 'ਤੇ ਬਿਲਾਸਪੁਰ ਜਾਣਾ, ਮਾਤਾ ਨਾਨਕੀ ਜੀ ਦੇ ਨਾਮ 'ਤੇ ਪਿੰਡ ਵਸਾਉਣਾ, ਇਹ ਸਾਰੀਆਂ ਗੱਲਾਂ ਦਾ ਬੜਾ ਸਪਸ਼ਟ ਹਵਾਲੇ ਸਾਨੂੰ ਮਿਲਦੇ ਨੇ। ਇਹ ਸਾਰੇ ਹਵਾਲੇ ਸਕਿਪ ਕਰਦਾ ਹੋਇਆ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਜਿਹੜਾ ਐਸਪੈਕਟ ਹੈ ਭਟਵਈਆਂ ਦੇ ਵਿੱਚ, ਉਹਦੇ ਵਿੱਚ ਆਉਣਾ। ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਕਸ਼ਮੀਰੀ ਬ੍ਰਾਹਮਣ ਆਉਂਦੇ ਆ, ਆਪਾਂ ਸਾਰੇ ਇਤਿਹਾਸ ਜਾਣਦੇ ਹਾਂ ਕਿਸ ਪ੍ਰਕਾਰ। ਸਰ ਮੈਨੂੰ ਥੋੜ੍ਹਾ ਇਸ਼ਾਰਾ ਦੇ ਦੇਣਾ ਟਾਈਮ ਦਾ ਪਲੀਜ਼। ਇਤਿਹਾਸ ਅਸੀਂ ਜਾਣਦੇ ਹਾਂ ਕਿ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਕਸ਼ਮੀਰ ਤੋਂ ਜਿਹੜੇ ਬ੍ਰਾਹਮਣ ਲੋਕ ਉਹ ਪਹੁੰਚਦੇ ਆ, ਤਾਂ ਇਸ ਦੀ ਪ੍ਰੋੜਤਾ ਕਰਦੇ ਹੋਏ ਭਟਵਈ ਹੈ ਜਿਹੜੀ ਉਹ ਲਿਖਦੀ ਹੈ ਕਿ ਕਿਰਪਾ ਰਾਮ ਬੇਟਾ ਅੜੂ ਰਾਮ ਕਾ। ਦੇਖੋ ਉਹਦੇ ਪਿਛੋਕੜ ਤੋਂ ਗੱਲ ਸ਼ੁਰੂ ਹੋ ਰਹੀ ਆ। ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਕਿ ਭਟਵਈਆਂ ਦੇ ਵਿੱਚ ਨਾਮ ਬੜੇ ਮਿਲਦੇ ਨੇ। ਕਿਰਪਾ ਰਾਮ ਬੇਟਾ ਅੜੂ ਰਾਮ ਕਾ, ਪੋਤਾ ਨਾਰਾਇਣ ਦਾਸ ਕਾ, ਪੜ ਪੋਤਾ ਬ੍ਰਹਮ ਦਾਸ ਕਾ, ਬੰਸ ਠਾकुर दास की, भारद्वाजी गोत्रा सारसुत दत्त ब्राह्मण, बासी मटन परगना श्रीनगर देश, कश्मीर खोड़स मुखी कश्मीरी ब्राह्मणों को संग लेके चक नानकी आया। परगना कहलूर में संबत 1732 जेठ मासे सुदी एकादशी के देहो। गुरु तेग बहादुर जी महलनामा ने इन्हें धीरज दई। सो गुरु तेग बहादुर जी कोल ਬ੍ਰਾਹਮਣਾਂ ਦਾ ਆਉਣਾ, ਅੱਗੋਂ ਗੁਰੂ ਸਾਹਿਬ ਦਾ ਉਹਨਾਂ ਦੀ ਹੱਥ ਫੜਨਾ, ਉਹਨਾਂ ਦਾ ਹੱਥ ਫੜਨਾ ਅਤੇ ਆਪਣੀ ਸ਼ਹਾਦਤ ਦੇਣੀ, ਪ੍ਰਵਾਨ ਕਰਨੀ, ਇਹ ਸਾਰਾ ਜਿਹੜਾ ਸਟੋਰੀ ਹੈ ਜਾਂ ਇਹ ਸਾਰੇ ਇਵੈਂਟਸ ਨੇ ਬਾਖੂਬੀ ਸਾਨੂੰ ਭਟਵਈਆਂ ਦੇ ਵਿੱਚੋਂ ਮਿਲਦੇ ਨੇ। ਗੁਰੂ ਸਾਹਿਬ ਗੁਰੂ ਦਸਵੇਂ ਪਾਤਸ਼ਾਹ ਗੋਬਿੰਦ ਦਾਸ ਜੀ ਨੂੰ ਗੁਰਿਆਈ ਦੇ ਕੇ ਅੱਗੇ ਆਪਣੀ ਸ਼ਹਾਦਤ ਨੂੰ ਜਦੋਂ ਚਾਲਾ ਮਾਰਦੇ ਆ, ਤਾਂ ਉਸ ਪ੍ਰਥਾਏ ਵੀ ਇਹਦੇ ਵਿੱਚ ਭਟਵਈ ਦੇ ਵਿੱਚ ਬਾਖੂਬੀ ਸਾਨੂੰ ਪਤਾ ਚੱਲਦਾ। ਇੱਥੇ ਇੱਕ ਗੱਲ ਜਿਹੜੀ ਗੌਰਤਲਬ ਹੈ, ਮੈਂ ਭਟਵਈ ਦੇ ਘੇਰੇ ਤੋਂ ਥੋੜ੍ਹਾ ਜਿਹਾ ਬਾਹਰ ਨਿਕਲਣ ਲੱਗਾ ਫਿਰ, ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰਿਆਈ ਦੇਣਾ, ਅਤੇ ਇਸ ਗੱਲ ਨਾਲ ਸਾਰੇ ਸਾਡੇ ਇਤਿਹਾਸਕਾਰ ਸਹਿਮਤ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਖਸੀ ਗੁਰਿਆਈ ਨੂੰ ਖਤਮ ਕੀਤਾ ਸੀ। ਜਿਹੜਾ ਸਰੀਰਕ ਗੁਰੂ ਹੈ ਉਹਨੂੰ ਖਤਮ ਕਰਕੇ ਗੁਰੂ ਗ੍ਰੰਥ ਅਤੇ ਪੰਥ ਨੂੰ ਗੁਰਿਆਈ ਬਖਸ਼ੀ। ਮੈਂ ਸਟ੍ਰੈਸ ਦੇ ਰਿਹਾ ਇਸ ਗੱਲ 'ਤੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਅਤੇ ਪੰਥ ਨੂੰ ਜਿਹੜੀ ਹੈ ਗੁਰਿਆਈ ਬਖਸ਼ੀ ਸੀ। ਉਹਦਾ ਹਵਾਲਾ ਭਟਵਈਆਂ ਵਿੱਚੋਂ ਵੀ ਮਿਲਦਾ ਅਤੇ ਹੋਰ ਸੋਰਸਿਸ ਵਿੱਚੋਂ ਮਿਲਦਾ। ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਸਾਡੇ ਰਾਗੀ ਢਾਡੀ ਪ੍ਰਚਾਰਕ ਵਿਦਵਾਨ ਸਭ ਬਹੁਤੇ ਕਰਕੇ, ਐਕਸੈਪਸ਼ਨਸ ਆਰ ਆਲਵੇਜ਼ ਦੇਅਰ, ਬਹੁਤੇ ਕਰਕੇ ਇਸ ਗੱਲ ਦੀ ਜਿਹੜਾ ਪ੍ਰਚਾਰ ਕਰਦੇ ਕਿ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ ਗਈ, ਪੰਥ ਦੀ ਗੁਰਿਆਈ ਨੂੰ ਮਨਫੀ ਕੀਤਾ ਜਾ ਰਿਹਾ। ਉਹ ਕਿਸੇ ਸਾਜ਼ਿਸ਼ ਅਧੀਨ ਹੈ ਕਿ ਇਗਨੋਰੈਂਸ ਅਧੀਨ ਹੈ, ਇਹ ਪੰਥ ਜਾਣੇ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰਿਆਈ ਦੇ ਕੇ ਜਦੋਂ ਗੁਰੂ ਸਾਹਿਬ ਗ੍ਰਿਫਤਾਰੀਆਂ ਦੀ ਗੱਲ ਚੱਲੀ ਸੀਗੀ, ਤਾਂ ਭਟਵਈਆਂ ਦੇ ਵਿੱਚ ਵੀ
ਪਹਿਲੀ ਗ੍ਰਿਫਤਾਰੀ ਜਿਹੜੀ ਹੈ ਉਹ ਧਮਧਾਨ ਸਾਹਿਬ ਵਿਖੇ ਦਰਸਾਈ ਗਈ ਹੈ। ਉਸ ਤੋਂ ਬਾਅਦ ਨਜ਼ਰਬੰਦ ਰਹਿੰਦੇ ਗੁਰੂ ਸਾਹਿਬ 2 ਮਹੀਨੇ, ਉਹਦਾ ਵੀ ਵੇਰਵਾ ਪਟਵਈਆਂ ਦੇ ਵਿੱਚ ਮਿਲਦਾ। ਅਸਾਮ ਦੇਸ਼ ਜਾਂਦੇ ਆ, ਉੱਥੋਂ ਦਿੱਲੀ ਆਉਂਦੇ ਆ, ਉਹ ਵੇਰਵਾ ਵੀ ਮਿਲਦਾ। ਗੁਰੂ ਤੇਗ ਬਹਾਦਰ ਸਾਹਿਬ ਦੀ ਗ੍ਰਿਫਤਾਰੀ ਹੁੰਦੀ ਹੈ ਸੈਕਿੰਡ ਟਾਈਮ, ਉਹ ਵੀ ਵੇਰਵਾ ਮਿਲਦਾ। 2 ਟਾਈਮ ਗ੍ਰਿਫਤਾਰੀ ਪਟਵਈਆਂ ਵਿੱਚ ਦਿਖਾਈ ਗਈ ਆ। ਉਸ ਤੋਂ ਬਾਅਦ ਜਿਹੜੇ ਗੁਰੂ ਸਾਹਿਬ ਨਾਲ 3 ਪ੍ਰੋਮੀਨੈਂਟ ਸਿੱਖ ਨੇ, ਉਹਨਾਂ ਦੀ ਸ਼ਹੀਦੀ ਦਾ ਵੀ ਭਾਈ ਦਇਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਤਿੰਨਾਂ ਦੀ ਸ਼ਹੀਦੀ ਦਾ ਵੇਰਵਾ ਵੀ ਪਟਵਈ ਸਾਨੂੰ ਦਿੰਦੀ ਹੈ। ਟਾਈਮ ਹੈ ਨਹੀਂ ਜਿਹੜਾ ਮੈਂ ਰੈਫਰੈਂਸਿਸ ਪੜ੍ਹ ਕੇ ਦੱਸਾਂ, ਜਸਟ ਇਸ਼ਾਰੇ ਮਾਤਰ ਹੈ ਵੀ ਸਾਡੇ ਕੋਲ ਇਵੈਂਟਸ ਜਿਹੜੇ ਸਾਰੇ ਉਹ ਪੂਰੇ ਮਤਲਬ ਬੜੇ ਸਿਗਨੀਫਿਕੈਂਟ ਨੇ ਤੇ ਬੜੇ ਸਿਸਟਮੈਟਿਕ ਵੇ ਨਾਲ ਉਵੇਂ ਹੀ ਜਿਵੇਂ ਵਾਪਰੇ ਉਸੇ ਹੀ ਸੀਕੁਐਂਸ ਦੇ ਵਿੱਚ ਦਰਜ ਕੀਤੇ ਗਏ ਨੇ। ਲਾਸਟ ਜਿਹੜੀ ਗੱਲ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਆਉਂਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਪ੍ਰਸੰਗ ਵਿੱਚ ਸਾਰੀਆਂ ਆਪਾਂ ਗੱਲਾਂ ਜਾਣਦੇ ਹਾਂ। ਨਾਲੋਂ ਨਾਲ ਜਿਹੜਾ ਹੋਰ ਸੋਰਸਿਸ ਜਿੱਥੇ ਦੱਸ ਰਹੇ ਨੇ, ਮੈਂ ਪਹਿਲਾਂ ਦੱਸਿਆ ਸੀ ਗੁਰੂ ਕੀਆਂ ਸਾਖੀਆਂ ਵੀ ਡਿਨੋਟ ਕਰ ਰਹੀਆਂ ਇਹ ਸਾਰੀਆਂ ਇਵੈਂਟਸ ਨੂੰ। ਪੇਪਰ ਦੇ ਵਿੱਚ ਮੈਂ ਸਾਰੇ ਰੈਫਰੈਂਸਿਸ ਕੋਟ ਕੀਤੇ ਆ। ਤਾਂ ਗੁਰੂ ਸਾਹਿਬ ਦਾ ਜਿਹੜਾ ਜਦੋਂ ਸ਼ਹਾਦਤ ਵਾਪਰਦੀ ਹੈ, ਇੱਥੇ ਮੈਂ ਇੱਕ ਗੱਲ ਕਰਾਂਗਾ ਜ਼ਰੂਰ। ਤਾਂ ਕਈ ਹਿਸਟੋਰੀਅਨਸ ਨੇ ਜਾਂ ਵਿਦਵਾਨਾਂ ਨੇ ਵੀ ਲਿਖਿਆ ਵੀ ਗੁਰੂ ਸਾਹਿਬ ਨੂੰ ਜਦੋਂ ਇਹ ਕਿਹਾ ਗਿਆ ਵੀ ਤੁਸੀਂ ਕਰਾਮਾਤ ਦਿਖਾਓ, ਨਹੀਂ ਤਾਂ ਸ਼ਹੀਦ ਹੋਣਾ ਪ੍ਰਵਾਨ ਕਰੋ, ਤਾਂ ਗੁਰੂ ਸਾਹਿਬ ਨੇ ਸਾਫ਼ ਇਨਕਾਰ ਕੀਤਾ ਵੀ ਕਰਾਮਾਤ ਨਹੀਂ, ਸ਼ਹਾਦਤ ਪ੍ਰਵਾਨ ਹੈ, ਮਰਨਾ ਪ੍ਰਵਾਨ ਹੈ। ਤਾਂ ਉਸ ਮੌਕੇ 'ਤੇ ਕਹਿੰਦੇ ਨੇ, ਭਟਵਈ ਦੱਸ ਰਹੀ ਹੈ ਜਾਂ ਹੋਰ ਸੋਰਸਿਸ ਵੀ ਦੱਸਦੇ ਆ ਕਿ ਗੁਰੂ ਸਾਹਿਬ ਨੇ ਜਦੋਂ ਜਲਾਦ ਨੇ ਉਹ ਤਲਵਾਰ ਚਲਾਉਣ ਲੱਗਾ ਤਾਂ ਉਹਨੂੰ ਕਿਹਾ ਵੀ ਆਪਣੀ ਤਲਵਾਰ ਦੀ ਨੋਕ 'ਤੇ ਇੱਕ ਧਾਗਾ ਬੰਨ੍ਹ ਲੈ। ਧਾਗਾ ਬੰਨ੍ਹਿਆ ਗਿਆ ਤਾਂ ਜਦੋਂ ਕਹਿੰਦੇ ਨੇ ਵੀ ਜਦੋਂ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਲਹਿਦਾ ਹੋਇਆ ਤਾਂ ਉਹ ਧਾਗਾ ਜਿਹੜਾ ਤਲਵਾਰ ਨਾਲੋਂ ਟੁੱਟਿਆ ਨਹੀਂ ਸੀ। ਤਾਂ ਉਸ ਦਾ ਜਿਹੜਾ ਵੇਰਵਾ ਸਾਨੂੰ ਭਟਵੀ ਵੀ ਦੇ ਰਹੀ ਹੈ। ਮੈਂ ਫਿਰ ਬੇਨਤੀ ਕਰਦਾ ਕਿ ਠੀਕ ਕੀ ਹੈ ਗਲਤ ਕੀ ਹੈ, ਮੈਂ ਇਹਦਾ ਆਪਣਾ ਜਿਹੜਾ ਉਹ ਨਹੀਂ ਦੇ ਰਿਹਾ, ਆਪਣਾ ਕੰਸੈਂਟ ਨਹੀਂ ਦੇ ਰਿਹਾ। ਜੋ ਵਹੀ ਇਹਦੇ ਵਿੱਚ ਲਿਖਿਆ ਗਿਆ ਜਾਂ ਹੋਰ ਸੋਰਸਿਸ ਦੱਸਦੇ ਨੇ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਤਾਂ ਇਹ ਭਟਵਈ ਦੱਸਦੀ ਹੈ ਕਿ ਜਦੋਂ ਗੁਰੂ ਸਾਹਿਬ ਦਾ ਸੀਸ ਹੈ ਜਿਹੜਾ ਉਹ ਜੁਦਾ ਹੋਇਆ ਧੜ ਨਾਲੋਂ, ਤਾਂ ਉੱਥੇ 3 ਸਿੱਖਾਂ ਦੇ ਨਾਮ ਆ ਰਹੇ ਨੇ। ਆਪਾਂ ਭਾਈ ਜੈਤਾ ਜੀ ਨੂੰ ਸਿਰਫ ਜਾਣਦੇ ਹਾਂ, 2 ਨਾਮ ਹੋਰ ਨੇ ਇੰਪੋਰਟੈਂਟ। ਕਹਿੰਦੇ ਭਾਈ ਜੈਤਾ ਜੀ, ਭਾਈ ਨਾਨੂ ਜੀ ਤੇ ਭਾਈ ਉਦਾ ਜੀ 3 ਸਿੱਖ ਸੀਗੇ ਜਿਨ੍ਹਾਂ ਨੇ ਕਲੈਕਟਿਵਲੀ ਇਹ ਜਿਹੜਾ ਮਹਾਰਾਜ ਦਾ ਸੀਸ ਹੈ ਜਿਹੜਾ ਉਹ ਉੱਥੋਂ ਪਿਕ ਕੀਤਾ ਤੇ ਅੱਗੇ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹਜ਼ੂਰ ਦੇ ਜਿਹੜੀ ਆ ਉਹ ਉਹਨਾਂ ਦੀ ਮੌਜੂਦਗੀ ਵਿੱਚ ਲੈ ਕੇ ਗਏ। ਸੋ ਉਸ ਉਪਰੰਤ ਭਟਵਈ ਇੱਕ ਸਾਨੂੰ ਹੋਰ ਨਵੀਂ ਗੱਲ ਦੱਸ ਰਹੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਨਿਮਿਤ ਫਿਰ ਗੁਰੂ ਘਰ ਦੇ ਵਿੱਚ ਜਿਹੜਾ ਪਾਠ ਵੀ ਰੱਖਿਆ ਗਿਆ, ਪਾਠ ਦਾ ਭੋਗ ਪਾਏ ਗਏ ਅਖੰਡ ਪਾਠ ਸਾਹਿਬ ਦੇ। ਤਾਂ ਉਹ ਵੀ ਸਾਨੂੰ ਜ਼ਿਕਰ, ਅਖੰਡ ਪਾਠ ਮੈਂ ਸ਼ਬਦ ਕੋਲੋਂ ਅਖੰਡ ਵਰਤ ਰਿਹਾ, ਪਾਠ ਦਾ ਵੇਰਵਾ ਆਉਂਦਾ। ਹੁਣ ਪਾਠ ਰੱਖਿਆ ਗਿਆ, ਇਹਦਾ ਭੋਗ ਪਾਇਆ ਗਿਆ, ਮੈਨੂੰ ਕਲੀਅਰ ਨਹੀਂ ਹੈ ਵੀ ਇਹ ਕਿਹੜਾ ਪਾਠ ਤੇ ਕਿਵੇਂ ਹੋਇਆ। ਸੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਪ੍ਰਸੰਗ ਵਿੱਚ ਇੱਕ ਗੱਲ ਇਹ ਕਰਨੀ ਬਣਦੀ ਹੈ ਕਿ ਬਾਬਾ ਜੀ ਨੇ ਬੜਾ ਹੀ ਸਿਰਲੇਖ ਹੈ, ਸੋਚ ਸਮਝ ਕੇ ਰੱਖਿਆ ਹੈ। ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸਿਸ਼ਟ ਪੈ ਢਾਪੀ ਚਾਦਰ, ਕਵੀ ਸੈਨਾਪਤ ਜੀ ਉਹਨਾਂ ਨੇ ਗ੍ਰੰਥ ਲਿਖਿਆ ਸ੍ਰੀ ਗੁਰੂ ਸੋਭਾ। ਉਹਦੇ ਵਿੱਚੋਂ ਇਹ ਪੰਕਤੀਆਂ ਜਿਹੜੀਆਂ ਅੱਜ ਦੇ ਇਸ ਸੈਮੀਨਾਰ ਦਾ ਜਿਹੜਾ ਥੀਮ ਹੈ ਉਹ ਲਈਆਂ ਗਈਆਂ। ਗੁਰੂ ਪਿਆਰੇ ਖਾਲਸਾ ਜੀ ਉਹ 400 ਸਾਲਾ ਮਨਾ ਰਹੇ ਹਾਂ। ਮੈਂ ਜਿੱਥੇ ਵੀ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਕੋਈ ਪਰਚਾ ਪੜ੍ਹਨ ਜਾ ਰਹੇ ਹਾਂ, ਉੱਥੇ ਹਰ ਸਟੇਜ ਤੋਂ ਇਹ ਬੇਨਤੀ ਕਰਦਾ ਆ ਰਿਹਾ ਸੰਗਤ ਨੂੰ ਕਿ 400 ਸਾਲਾ ਮਨਾ ਰਹੇ ਹਾਂ, ਘੱਟੋ ਘੱਟ ਆਪਾਂ ਇਸ ਗੱਲ ਪ੍ਰਤੀ ਕੌਨਸ਼ੀਅਸ ਹੋ ਜਾਈਏ। ਆਪਾਂ ਇਗਨੋਰੈਂਟਲੀ ਅਣਜਾਣੇ ਵਸ ਜਾਂ ਕਈ ਵਾਰ ਸ਼ਰਾਰਤ ਵਸ ਇਹ ਕਿਹਾ ਜਾਂਦਾ ਕਿ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ। ਸਵੇਰੇ ਸਾਡੇ ਇੱਕ ਸੱਜਣ ਵੀ ਸਟੇਜ ਤੋਂ ਨਾਮ ਲੈ ਕੇ ਹਿੰਦ ਦੀ ਚਾਦਰ ਕਹਿ ਕੇ ਗੁਰੂ ਸਾਹਿਬ ਨੂੰ, ਇਹ ਸਾਡੀ, ਮੈਂ ਪਹਿਲਾਂ ਬੇਨਤੀ ਕੀਤੀ, ਸਾਡੀ ਇਗਨੋਰੈਂਸ ਦਾ ਵੀ ਹਿੱਸਾ ਤੇ ਇੱਕ ਲੈਵਲ ਤੇ ਸ਼ਰਾਰਤ ਦਾ ਵੀ ਹਿੱਸਾ। ਤਾਂ ਉਹ ਸਾਡਾ, ਕਿਉਂਕਿ ਅੱਜ ਆਈਡੈਂਟੀਟੀ ਕ੍ਰਾਈਸਿਸ ਚੱਲ ਰਿਹਾ ਗੁਰੂ ਪਿਆਰੇ ਖਾਲਸਾ ਜੀ। ਉਹ ਆਈਡੈਂਟੀਟੀ ਕ੍ਰਾਈਸਿਸ ਦੇ ਮੱਦੇ ਨਜ਼ਰ ਮੈਂ ਇਹ ਬਚਨ ਆਪ ਜੀ ਦੇ ਨਾਲ ਸਾਂਝੇ ਕਰ ਰਿਹਾ ਕਿ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨਹੀਂ। ਕਵੀ ਸੈਨਾਪਤ ਸਮਕਾਲੀ ਹੋਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਉਹਨਾਂ ਨੇ ਸਪਸ਼ਟ ਲਿਖਿਆ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸਿਸ਼ਟ ਪੈ ਢਾਪੀ ਚਾਦਰ। ਸਾਰੀ ਸ੍ਰਿਸ਼ਟੀ ਲਈ
ਉਹਨਾਂ ਨੇ ਆਪਣਾ ਜਿਹੜਾ ਸ਼ਹਾਦਤ ਦਿੱਤੀ ਸੀ। ਸੋ ਇੰਨੀਆਂ ਕੁ ਬੇਨਤੀਆਂ ਨਾਲ ਮੈਂ ਖਿਮਾ ਜਾਚਨਾ ਕਰਦਾ। ਬਹੁਤ ਬਹੁਤ ਧੰਨਵਾਦ ਮੇਰੇ ਅਤੀ ਸਤਿਕਾਰਯੋਗ ਟੀਚਰ ਡਾਕਟਰ ਸਰਬਜਿੰਦਰ ਸਿੰਘ ਜੀ, ਡਾਕਟਰ ਪਰਮਵੀਰ ਸਿੰਘ ਜੀ, ਜਿਨ੍ਹਾਂ ਨੇ ਨਲਾਇਕ ਬੱਚੇ ਨੂੰ ਇੱਥੇ ਮੌਕਾ ਦਿੱਤਾ ਬੋਲਣ ਦਾ। ਸੰਤ ਬਾਬਾ ਅਮੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਏ ਵਾਰੀ ਹੀ, ਵੈਸੇ ਤਾਂ ਆਏ ਸਾਲ ਹੀ ਇਹ ਯਾਦ ਕਰਦੇ ਨੇ, ਇਸ ਆਪਣੇ ਨਲਾਇਕ ਬੱਚੇ ਨੂੰ ਥਾਪੜਾ ਦਿੰਦੇ ਨੇ। ਸੋ ਅੰਤ ਵਿੱਚ ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਜਿਨ੍ਹਾਂ ਨੇ ਆਪਣੀ ਸੂਝ ਬੂਝ ਜਿੰਨੀ ਕੁ ਬਖਸ਼ੀ ਉਸ ਸਦਕਾ ਆਪ ਜੀ ਨਾਲ ਆਪਣੇ ਵਿਚਾਰ ਰੱਖ ਸਕਿਆ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਤੇਜਿੰਦਰ ਸਿੰਘ ਜੀ। ਹੁਣ ਸਰਦਾਰ ਜਗਮੋਹਨ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਨੇ। ਮੈਂ ਇਹਨਾਂ ਨੂੰ ਬੇਨਤੀ ਕਰਾਂ ਕਿ ਆਪਣੀ ਗੱਲ ਸਾਡੇ ਨਾਲ ਸਾਂਝੀ ਕਰਨ। ਜੋ ਪਰਚਿਆਂ ਦੇ ਉੱਤੇ ਗੱਲਾਂ ਟਿੱਪਣੀਆਂ ਨੇ, ਜੇ ਮੌਕਾ ਹੋਇਆ ਤਾਂ ਜ਼ਰੂਰ ਉਹਦੇ ਬਾਰੇ ਵੀ ਇਹ ਗੱਲ ਕੀਤੀ ਜਾ ਸਕਦੀ ਹੈ, ਪਰ ਪਰਚੇ ਜਿਹੜੇ ਨੇ ਉਹ ਪਹਿਲਾਂ ਪੜ੍ਹਾ ਲਏ ਜਾਣਗੇ, ਬਾਕੀ ਜਿਸ ਤਰ੍ਹਾਂ ਆਦੇਸ਼ ਹੋਏਗਾ ਉਸ ਤਰ੍ਹਾਂ। बहुत बहुत शुक्रिया सर। आद गुर ए नमः, जुगाद गुर ए नमः, सत गुर ए नमः, श्री गुरुदेव ए नमः। बहुत ही सत्कारयोग मेरे गुरु डॉक्टर परमवीर सिंह जी, डॉक्टर अरविंद ऋतुराज जी, मेरे बहुत ही सीनियर डॉक्टर तजिंदर जी, ते मेरे अध्यात्म ते अकादमिकता नूं सेध देने वाले डॉक्टर सरबजिंदर जी, संत बाबा अमीर सिंह जी, डॉक्टर अनुराग सिंह जी, ते होर बाकी सारे सज्जन। तुहाडे नाल परचा साझा करन लग्या उस तो पहलां गुरु पातशाह दी बख्शी फतेह तुहाडे नाल सांझ पाउण लग्या। जवाब दिओ वाहिगुरू जी का खालसा, वाहिगुरू जी की फतेह। पिछले साल करोना काल सारिਆਂ ते बड़ा भारू रहा, पर मेरे लिए ये सचज्जा समा रहा। हरेक व्यक्ति का कहना सी कि जो करोना काल आ वो कोई वधिया नहीं गया, पर पातशाह हजूर की एड्डी वड्डी बख्शिश हुई कि गुरुद्वारा प्रबंध विच शामिल होने का मैनूं मौका मिलिया इसे साल। तो उसे साल असी जदों तो लॉकडाउन शुरू होया सी, असी सेवा दे पंथ दे काम लई उदों दे जगियासा व सारे काम कर रहे हैं। मैनूं ये दस्सण च कोई मायूसी नहीं हैगी जां मैं अपना बड़प्पन नहीं जाहिर कर रहा कि 22 मार्च तो लॉकडाउन शुरू होया सी ते 23 मार्च तो लैके अज तक असी ऑनगोइंग साडे लिए कोई लॉकडाउन नहीं होया। असी बाहर रहे हैं, चाहे वो पिंड नूं सैनीटाइज करना सी, चाहे वो मेरी PhD समाप्त करना सी, ते चाहे गुरु घर ले द्वारा उन्हां संगतां तक लंगर पहुँचाउणा सी जिन्हां दा राशन बिल्कुल खत्म हो चुका सी, ते मैनूं सेवा का मौका मिलिया। PhD खत्म करी। आफ्टर PhD ये मेरा पहला परचा। उस तो बाद जदों PhD हो जाती है, PhD स्कॉलर्स जानते हैं कि बंदा थोड़ा जिहा रिलैक्स हो जाता, वो पढ़ाई वालों वैसी मूड जा पा जाता भी हाले बहुत पढ़ चुकिया मैनू नहीं पता सी कि अज मैनू एडा वड्डा मौका इस डाइस ते बैठण दा मिलेगा। मैं बहुत शुक्रिया अदा करदा मेरे उस्ताद डॉक्टर सरबजिंदर जी का, ते धन्नवाद करदा संत बाबा अमीर सिंह जी का जिन्हां ने यह प्लेटफॉर्म सानू दिता। मैं अपनी गल शुरू इत्थों करदा कि जदों मैं परचा लिखिया, परचा लिखण तो बाद उसनूं मैं अपने एक जूनियर स्कॉलर नाल साझा किया। मैनूं लग रहा सी कि मैं परचे नाल जस्टिफाई जा नहीं कर रहा। मैं तुहानूं परचे का विशा दसदा कि गुरु तेग बहादुर बाणी विच शरीरिक नाश मानता का संकल्प।
ਮੈਨੂੰ ਲੱਗਾ ਕਿ ਜਸਟੀਫਾਈ ਜੇ ਨਹੀਂ ਹੋ ਰਿਹਾ। ਮੈਂ ਉਸ ਨੂੰ ਦਿਖਾਇਆ, ਉਸਨੇ ਮੈਨੂੰ ਕੁਝ ਸੁਝਾਅ ਦਿੱਤੇ ਕਿ ਇਹਦੇ ਵਿੱਚ ਇਸ ਤਰ੍ਹਾਂ ਦਾ ਆਪਾਂ ਸੰਕਲਪ ਹੋਰ ਲਿਆ ਸਕਦੇ ਹਾਂ ਅਤੇ ਇਹ ਹੋਰ ਬੈਟਰ ਹੋ ਸਕਦਾ ਹੈ। ਉਸ ਦੇ ਕੁਝ ਦੱਸਣ ਤੋਂ ਬਾਅਦ ਮੈਨੂੰ ਕੁਝ ਆਈਡੀਆਜ਼ ਹੋਰ ਆ ਗਏ ਕਿ ਨਹੀਂ, ਇਸ ਤੋਂ ਹੋਰ ਵੀ ਉੱਪਰ ਉੱਠਿਆ ਜਾ ਸਕਦਾ। ਅਕਸਰ ਇੱਕ ਗੱਲ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਆਪਣੇ ਵਾਸਤੇ ਕਿਸ ਤਰ੍ਹਾਂ ਜਿਉਣਾ, ਪਰ ਮੇਰਾ ਇੱਕ ਨਜ਼ਰੀਆ ਹੈ ਕਿ ਅਗਰ ਜਿਉਣਾ ਸਿੱਖਣਾ ਤਾਂ ਦੂਸਰਿਆਂ ਵਾਸਤੇ ਜਿਉਂ ਕੇ ਦੇਖੋ, ਫਿਰ ਪਤਾ ਚੱਲੇਗਾ ਵੀ ਜਿਉਣਾ ਕਿਵੇਂ ਹੁੰਦਾ। ਅਤੇ ਦੂਸਰੀ ਗੱਲ, ਜੇ ਵਾਚਣਾ ਹੈ ਤਾਂ ਆਪਣੇ ਅੰਦਰ ਨੂੰ ਵਾਚ ਕੇ ਦੇਖੋ, ਦੂਸਰੇ ਨੂੰ ਨਹੀਂ ਦੇਖਣਾ, ਤਾਂ ਤੁਸੀਂ ਸਮਝ ਸਕੋਗੇ ਕਿ ਸਾਹਮਣੇ ਵਾਲੇ ਵਿਅਕਤੀ ਦੀ ਜਿਹੜੀ ਪ੍ਰਤਿਸ਼ਠਾ ਆ, ਜੋ ਉਹਦੀ ਅੰਦਰ ਦੀ ਮਨ ਦੀ ਪ੍ਰਕਿਰਤੀ ਆ, ਉਹ ਕਿਸ ਤਰ੍ਹਾਂ ਦੀ ਆ, ਉਹਦੇ ਸੁਭਾਅ ਨੂੰ ਤੁਸੀਂ ਫਿਰ ਸਮਝ ਸਕਦੇ ਹੋ। ਅਤੇ ਮੈਂ ਵੀ ਨਾਸ਼ਮਾਨਤਾ ਦੇ ਸੰਕਲਪ ਨੂੰ ਇਸੇ ਤਰੀਕੇ ਨਾਲ ਸਮਝਿਆ ਜਦੋਂ ਗੁਰੂ ਤੇਗ ਬਹਾਦਰ ਜੀ ਆਪਣੇ ਲਈ ਨਾਸ਼ਮਾਨਤਾ ਨਹੀਂ ਕਰ ਰਹੇ, ਸਰੀਰ ਦੀ ਨਸ਼ਵਰ ਕਰ ਰਹੇ ਨੇ ਕਿਸੇ ਹੋਰ ਲਈ। ਇਹ ਬੜਾ ਔਖਾ ਜਿਹਾ ਲੱਗਦਾ ਸਾਈਕੀ ਤੌਰ 'ਤੇ ਕਿ ਪਤਾ ਹੋਵੇ, ਕਿਸੇ ਗੁਰੂ ਨੂੰ ਪਤਾ ਹੋਵੇ ਵੀ ਮੈਂ ਅੱਜ ਖਤਮ ਹੋ ਜਾਣਾ, ਅਤੇ ਉਹ ਇੰਨਾ ਸ਼ੋਰ ਨੇ ਕਿ ਮੇਰੇ ਖਤਮ ਹੋਣ ਤੋਂ ਬਾਅਦ ਜ਼ਰੂਰ ਬਦਲਾਅ ਆਏਗਾ। ਇਸੇ ਨਾਸ਼ਮਾਨਤਾ ਲਈ ਉਹ ਬਾਰ-ਬਾਰ ਆਪਣੇ ਸ਼ਬਦਾਂ ਵਿੱਚ ਅਤੇ ਆਪਣੇ ਸਲੋਕਾਂ ਵਿੱਚ ਬਾਰ-ਬਾਰ ਜ਼ਿਕਰ ਕਰਦੇ ਨੇ। ਲਗਭਗ ਮੈਂ ਜਿੱਥੋਂ ਤੱਕ ਮੈਂ ਮੰਥਨ ਕਰ ਸਕਿਆ ਕਿ 1/3 ਸ਼ਬਦ ਅਤੇ 1/3 ਸਲੋਕਾਂ ਵਿੱਚ ਉਹਨਾਂ ਨੇ ਸਰੀਰਕ ਅਤੇ ਸੰਸਾਰਿਕ ਨਾਸ਼ਮਾਨਤਾ ਦਾ ਜ਼ਿਕਰ ਕੀਤਾ। ਪਹਿਲੇ ਸੈਸ਼ਨ ਵਿੱਚ ਡਾਕਟਰ ਬਲਕਾਰ ਸਿੰਘ ਹੋਰਾਂ ਨੇ ਬੜੇ ਸਿਧਾਂਤਕ ਪੇਸ਼ਕਾਰੀ ਕੀਤੀ। ਉਹਨਾਂ ਨੇ ਬੜੇ ਸਿਧਾਂਤ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਤਰਾਸ਼ ਕੇ ਸਾਡੇ ਸਾਹਮਣੇ ਲਿਆਂਦਾ। ਉਹਨਾਂ ਨੇ ਇੱਕ ਗੱਲ ਬੜੀ ਮੈਨੂੰ ਵਧੀਆ ਲੱਗੀ ਕਿ ਜਦੋਂ ਉਹਨਾਂ ਨੇ ਕਿਹਾ ਕਿ ਜਿਹੜਾ ਅਸਲ ਨਾਸ਼ਵਾਨਤਾ ਦਾ ਸੰਕਲਪ ਆ ਨਾ, ਉਹ ਅਧਿਆਤਮ ਨੂੰ ਉਜਾਗਰ ਕਰਦਾ। ਮੇਰਾ ਵਿਸ਼ਾ ਵੀ ਇੱਥੇ ਤੱਕ ਹੀ ਪਹੁੰਚਦਾ, ਮੈਂ ਇਸ ਨਤੀਜੇ 'ਤੇ ਪਹੁੰਚਦਾ ਹਾਂ ਜੋ ਗੱਲ ਉਹਨਾਂ ਨੇ ਆਖੀ ਸੀ। ਅਸਲ ਵਿੱਚ 2-3 ਨੁਕਤੇ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ, ਜ਼ਿਆਦਾ ਲੰਮਾ ਸਮਾਂ ਨਹੀਂ ਲਵਾਂਗਾ। ਮੇਰਾ ਇੱਕ ਨਜ਼ਰੀਆ ਹੈ ਕਿ ਆਮ ਤੌਰ 'ਤੇ ਵਕਤਾਗਣ, ਵਿਦਵਾਨਗਣ ਸਿਧਾਂਤ ਤੋਂ ਵਿਵਹਾਰ ਤੱਕ ਦਾ ਸਫ਼ਰ ਕਰਦੇ ਨੇ, ਪਰ ਮੇਰਾ, ਹੋ ਸਕਦਾ ਤੁਸੀਂ ਸਾਰੇ ਨਾ ਸਹਿਮਤ ਹੋਵੋ, ਵਿਦਵਾਨ ਜਾਂ ਨਾ ਸਹਿਮਤ ਹੋਣ, ਪਰ ਮੇਰਾ ਆਪਣਾ ਇੱਕ ਪੱਖ ਆ ਕਿ ਮੈਂ ਵਿਵਹਾਰਿਕਤਾ ਤੋਂ ਸਿਧਾਂਤਕ ਤੱਕ ਦਾ ਸਫ਼ਰ ਕਰਦਾ। ਪਹਿਲਾਂ ਵਿਵਹਾਰਿਕਤਾ ਦੇਖਦੇ ਹਾਂ, ਫਿਰ ਉਸ ਤੋਂ ਬਾਅਦ ਸਿਧਾਂਤ ਵੱਲ ਜਾਂਦੇ ਹਾਂ। ਪਿਛਲੇ ਸੈਸ਼ਨ 'ਚ ਗੱਲ ਹੋਈ ਕਿ ਸਥਾਨਕਤਾ ਅਤੇ ਵਿਅਕਤੀਗਤਤਾ ਤੋਂ ਉੱਪਰ ਉੱਠ ਕੇ ਜਿਉਣਾ ਤੇ ਮਨ ਦੇ ਮਾਣ ਨੂੰ ਪਿੱਛੇ ਰੱਖਣਾ ਚਾਹੀਦਾ ਹੈ। ਮੈਂ ਇਸੇ ਸੰਦਰਭ 'ਚ ਆਪਣੀ ਪਹਿਲੀ ਗੱਲ ਕਰੀ ਆ ਕਿ ਦੂਸਰਿਆਂ ਲਈ ਜਿਉਣਾ ਸਿੱਖਣਾ ਤੇ ਆਪਣੇ ਆਪ ਨੂੰ ਵਾਚਣਾ ਜ਼ਰੂਰੀ ਹੈ। ਗੁਰਬਾਣੀ ਆਖਦੀ ਆ ਕਿ ਇਹ ਜਗਤ ਪਰਮ ਸੱਤਾ ਹੈ ਤੇ ਬਾਣੀ ਦੀ ਬਣਾਈ ਹੋਈ ਸ੍ਰਿਸ਼ਟੀ ਵੀ ਸੱਤ ਹੈ। ਆਪਾਂ ਨੂੰ ਆਸਾ ਦੀ ਵਾਰ 'ਚ ਜ਼ਿਕਰ ਆਉਂਦਾ ਹੈ ਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਪਰ ਫਿਰ ਗੁਰੂ ਤੇਗ ਬਹਾਦਰ ਜੀ ਬਾਰ-ਬਾਰ ਨਾਸ਼ਮਾਨਤਾ ਦਾ ਜ਼ਿਕਰ ਕਰਦੇ ਨੇ, ਤੇ ਕਿਉਂ ਕਰਦੇ ਨੇ? ਅਗਰ ਸੱਚੇ ਕਾ ਵਿਚਵਾਸ ਹੈ ਤਾਂ ਉਹ ਛੱਡਣ ਦੀ ਤਾਕੀਦ ਕਿਉਂ ਕਰਦੇ ਨੇ? ਕਿਉਂ ਕਹਿੰਦੇ ਨੇ ਵੀ ਛੱਡ ਦਿੱਤਾ ਜਾਵੇ? ਅਸਲ ਵਿੱਚ ਹੁੰਦਾ ਕੀ ਆ ਕਿ ਜੋ ਇਹ ਸੰਸਾਰ ਆ ਇੱਕ ਭੁਲੇਖੇ ਮਾਤਰ ਹੈ। ਬਾਰ-ਬਾਰ ਗੁਰੂ ਤੇਗ ਬਹਾਦਰ ਨੇ ਜ਼ਿਕਰ ਕੀਤਾ ਹੈ, ਇਹ ਜਗ ਧੂਏ ਕਾ ਪਹਾੜ, ਬਹੁਤ ਥਾਵਾਂ 'ਤੇ ਜ਼ਿਕਰ ਕੀਤਾ ਹੈ। ਉਹ ਕਹਿੰਦੇ ਕਿ ਜਿਹੜਾ ਸੰਸਾਰ ਆ ਇਹਨੂੰ ਰਹੱਸਵਾਦੀ ਤਰੀਕੇ ਨਾਲ ਸਮਝਣ ਦੀ ਲੋੜ ਹੈ ਕਿ ਸੰਸਾਰ ਦਿਸਦਾ ਤਾਂ ਹੈ ਪਰ ਹੈ ਨਹੀਂ। ਕਿਵੇਂ?
ਉਸੇ ਤਰ੍ਹਾਂ ਜਿਵੇਂ ਮਾਇਆ ਦਿਸਦੀ ਨਹੀਂ ਪਰ ਹੈ ਜ਼ਰੂਰ। ਸੰਸਾਰ ਤੇ ਮਾਇਆ ਦੀ ਪ੍ਰਕਿਰਤੀ ਇਸ ਦਿਸ਼ਾ ਵੱਲ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇੱਕ ਦੂਜੇ ਦੇ ਵਿਰੋਧਾਤਮਕ ਚ ਭੁਗਤਦੀ ਲੱਗਦੀ ਹੈ। ਨਾਸ਼ਵਾਨਤਾ ਨੂੰ ਗੁਰੂ ਸਾਹਿਬ ਨੇ ਨਾਸ਼ਵਾਨਤਾ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਕਿ ਜੋ ਮਨੁੱਖ ਹੈ, ਮਨੁੱਖ ਦੇ ਵਿੱਚੋਂ ਮੋਹ ਦਾ ਤਿਆਗ ਹੋ ਜਾਵੇ। ਉਹ ਸਮਝੇ ਕਿ ਇਹ ਮਿੱਥਿਆਪਨ ਹੈ, ਸੰਸਾਰ ਮਿੱਥਿਆ ਹੈ, ਇੱਕ ਦਿਨ ਮੈਂ ਸੰਸਾਰ ਤੋਂ ਤੁਰ ਜਾਣਾ ਆ। ਹਰੇਕ ਨੇ ਤੁਰ ਜਾਣਾ ਵੈਸੇ। ਹੁਣ ਸੰਸਾਰ ਨੂੰ, ਹੁਣ ਮੈਂ ਪਹਿਲਾਂ ਗੱਲ ਕਰੀ ਸੀ ਕਿ ਸੱਚੇ ਦਾ ਵਿੱਚ ਵਾਸ ਕਿਹਾ ਆ, ਪਰ ਫਿਰ ਮਿੱਥਿਆ ਕਿਉਂ ਕਿਹਾ? ਉਹ ਕਹਿੰਦੇ ਵੀ ਜੀਵ ਇਸ ਸੰਸਾਰ ਨੂੰ ਮਿੱਥਿਆ ਮੰਨ ਕੇ ਮੋਹ ਵਿੱਚ ਫਸ ਜਾਂਦਾ ਹੈ। ਤੇ ਜਿਹੜਾ ਮੋਹ ਹੈ, ਜਦੋਂ ਕਿਤੇ ਮੋਹ ਹੁੰਦਾ ਉੱਥੇ ਲਾਲਸਾ ਜ਼ਰੂਰ ਉਤਪੰਨ ਹੁੰਦੀ ਆ, ਤੇ ਲਾਲਸਾ ਅਨੈਤਿਕਤਾ ਨੂੰ ਜਨਮ ਦਿੰਦੀ ਹੈ। ਜਦੋਂ ਅਨੈਤਿਕਤਾ ਆ ਜਾਂਦੀ ਹੈ ਤਾਂ ਜਿਹੜਾ ਸਾਡਾ ਮੇਨ ਸੰਕਲਪ ਗੁਰਬਾਣੀ ਜੀਵਨ ਮੁਕਤ ਦਾ ਸੰਕਲਪ ਪੈਦਾ ਕਰਦੀ ਆ, ਉਸ ਤੋਂ ਅਸੀਂ ਕਿਤੇ ਦੂਰ ਜਾ ਰਹੇ ਹਾਂ। ਇਸ ਕਰਕੇ ਮੇਰਾ ਇਹ ਇੱਕ ਨੁਕਤਾ ਸੀ ਕਿ ਗੁਰੂ ਸਾਹਿਬ ਸੱਚੇ ਕਾ ਵਿੱਚ ਵਾਸ ਕਰਦੇ ਹੋਏ ਸੰਸਾਰ ਨੂੰ ਮਿੱਥਿਆ ਮੰਨ ਕੇ ਉਸ ਪ੍ਰਭੂ ਭਗਤੀ ਦੀ ਲੀਨ ਹੋਣ ਦੀ ਤਾਕੀਦ ਕਰਦੇ ਨੇ। ਮੈਂ ਦੂਸਰਾ ਨੁਕਤਾ ਸਾਂਝਾ ਕਰਾਂ। ਨਾਸ਼ਮਾਨਤਾ ਦਾ ਜਿਹੜਾ ਸੰਕਲਪ ਆ ਉਹ ਪਿਆਰ ਭਾਵ ਉਤਪੰਨ ਕਰਦਾ, ਉਹ ਨੀਵੇਂਪਣ ਦਾ ਅਹਿਸਾਸ ਕਰਾਉਂਦਾ। ਨਾਸ਼ਮਾਨਤਾ ਜਦੋਂ ਅਸੀਂ ਖਤਮ ਹੋਣ ਦੀ ਗੱਲ ਕਰਦੇ ਹਾਂ, ਕਿਸੇ ਚੀਜ਼ ਦੀ ਖਤਮ ਹੋਣ ਦੀ ਗੱਲ ਕਰਦੇ ਹਾਂ, ਤਾਂ ਜਦੋਂ ਵਿਅਕਤੀ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਸਰੀਰ ਸਾਡਾ ਖਤਮ ਹੋ ਜਾਣਾ ਆ, ਸਾਡੇ ਸਰੀਰ ਵਿੱਚ ਸਿਰਫ ਇੱਕ ਆਤਮਾ ਵਸਦੀ ਆ ਜਿਹਨੇ ਜਿਉਂਦੇ ਰਹਿਣਾ ਆ, ਤੇ ਇਹ ਆਤਮਾ ਹੀ ਉਹ ਜ਼ਰੀਆ ਹੈ ਜਿਸ ਰਾਹੀਂ ਅਸੀਂ ਪ੍ਰਭੂ ਪਰਮਾਤਮਾ ਨਾਲ ਮਿਲਾਪ ਕਰ ਸਕਦੇ ਹਾਂ। ਤੇ ਉਸ ਲਈ ਸਾਧਨ ਸਾਡਾ ਗੁਰਬਾਣੀ ਬਣਦੀ ਪਈ ਹੈ ਤੇ ਗੁਰੂ ਸਾਹਿਬ ਦਰਸਾਉਂਦੇ ਪਏ ਨੇ। ਜਦੋਂ ਵਿਅਕਤੀ ਵਿੱਚ ਨਿਮਾਣਤਾ ਆਉਂਦੀ ਆ, ਜਦੋਂ ਵਿਅਕਤੀ ਵਿੱਚ ਪਿਆਰ ਭਾਵ ਆਉਂਦਾ, ਤੇ ਗੁਰਬਾਣੀ ਕਹਿੰਦੇ ਆ ਜਿਨ ਮਨ ਭਾਓ ਤਿਨਾ ਮਨ ਭਾਓ। ਜਦੋਂ ਕਿਸੇ ਦਾ ਡਰ ਹੋਵੇ ਨਾ ਤੇ ਉਹਦੇ ਨਾਲ ਪਿਆਰ ਵੀ ਪੈਦਾ ਹੋ ਜਾਂਦਾ। ਇਹ ਕੋਈ ਜ਼ਰੂਰੀ ਨਹੀਂ ਕਿ ਉਸ ਤਰ੍ਹਾਂ ਦਾ ਹੋਵੇ, ਪਰ ਡਰ ਦਾ ਮਤਲਬ ਇਹ ਨਹੀਂ ਕਿ ਕੋਈ ਅਹੁਦੇ ਦੇ ਤੌਰ ਤੇ ਡਰ ਆ, ਕਿਉਂਕਿ ਪਿਤਾ ਦਾ ਡਰ ਹਰੇਕ ਬੱਚੇ ਨੂੰ ਹੁੰਦਾ, ਤੇ ਜਿੰਨਾ ਡਰ ਵੀ ਹੁੰਦਾ ਉਨਾ ਉਹਦੇ ਵਿੱਚ ਪਿਆਰ ਵੀ ਉਪਜਦਾ ਹੁੰਦਾ। ਇਹ ਉਸੇ ਤਰੀਕੇ ਦਾ। ਇਹ ਮੇਰਾ ਦੂਜਾ ਨੁਕਤਾ ਸੀ ਕਿ ਨਾਸ਼ਵਾਨਤਾ ਦਾ ਜਿਹੜਾ ਸੰਕਲਪ ਆ ਉਹ ਵਿਅਕਤੀ ਵਿੱਚ ਨਿਮਾਣਤਾ ਤੇ ਪਿਆਰ ਨੂੰ ਉਜਾਗਰ ਕਰਦਾ। ਮਨੁੱਖ ਦਾ ਸਰੀਰ ਪਤਾ ਹੈ ਵੀ ਇੱਕ ਦਿਨ ਖਾਕ ਹੋ ਜਾਣਾ, ਮਿੱਟੀ ਵਿੱਚ ਮਿਲ ਜਾਣਾ। ਪਾਂਚ ਤਤ ਕੋ ਤਨ ਰਚਿਓ ਜਾਨੋ ਚਤੁਰ ਸਜਾਨ। ਹੁਣ ਚਾਹੇ 50 ਸਾਲ ਦੀ ਉਮਰ ਹੈ, 60 ਸਾਲ ਦੀ ਉਮਰ ਹੈ, 80 ਸਾਲ ਦੀ ਹੈ, 100 ਸਾਲ ਦੀ ਹੈ, ਕਿੰਨਾ ਵੀ ਵਿਅਕਤੀ ਜਿਉਂਦਾ ਆ, ਉਹ 5 ਤੱਤਾਂ ਦਾ ਬਣਿਆ, ਵਾਪਸ 5 ਤੱਤਾਂ 'ਚ ਲੀਨ ਹੋ ਜਾਣਾ। ਪਰ ਇੱਕ ਆਤਮਾ ਆ ਜਿਹਨੇ ਨਿਕਲ ਕੇ ਦੂਸਰੇ ਸਰੀਰ ਵਿੱਚ ਚਲਾ ਜਾਣਾ। ਜਦੋਂ ਮੈਂ ਪੇਪਰ ਪੜ੍ਹ ਰਿਹਾ ਸੀ ਤੇ ਪੇਪਰ ਪੜ੍ਹਨ ਤੇ ਮੈਂ ਵਿਸ਼ੇ ਬਾਰੇ ਪੜ੍ਹ ਰਿਹਾ ਸੀ, ਤਾਂ ਮੈਨੂੰ ਇੱਕ ਸਮਝ ਆਈ ਕਿ ਜੋ ਹੁਣ ਤੱਕ ਦੇ ਲਿਖਾਰੀ ਲਿਖਦੇ ਨੇ ਉਹਨਾਂ 'ਚ ਕਿਤੇ ਨਾ ਕਿਤੇ ਵੈਦਿਕ ਧਰਮ ਦਾ ਹਵਾਲਾ ਜ਼ਰੂਰ ਦਿੱਤਾ ਜਾਂਦਾ। ਉਪਨਿਸ਼ਦਾਂ ਵਿੱਚ ਬਹੁਤ ਜ਼ਿਕਰ ਆਉਂਦਾ ਕਿ ਆਤਮਾ ਆ ਜੋ ਉਹ ਸਰੀਰ ਬਦਲ ਲੈਂਦੀ ਹੈ, ਤੇ ਗੀਤਾ 'ਚ ਤਾਂ ਸਪੈਸ਼ਲੀ ਠੋਸ ਕਰਕੇ ਕਿਹਾ ਗਿਆ। ਅਰਜਨ ਨੂੰ ਸ਼੍ਰੀ ਕ੍ਰਿਸ਼ਨ ਜੀ ਦੱਸਦੇ ਨੇ ਕਿ ਹੇ ਪਾਰਥ, ਕਿ ਇਸ ਜਿਸ ਸਰੀਰ ਦੀ ਤੂੰ ਗੱਲ ਕਰਦਾ ਇਸ ਨੇ ਖਤਮ ਤਾਂ ਹੋ ਹੀ ਜਾਣਾ। ਬਸ ਹੁੰਦਾ ਕੀ ਆ ਕਿ ਜਿਸ ਤਰ੍ਹਾਂ ਇੱਕ ਵਿਅਕਤੀ ਕੱਪੜੇ ਲਾ ਕੇ ਦੂਸਰੇ ਕੱਪੜੇ ਪਹਿਨ ਲੈਂਦਾ, ਇਹ ਆਤਮਾ ਇੱਕ ਸਰੀਰ ਨੂੰ ਉਤਾਰ ਕੇ ਦੂਸਰੇ ਸਰੀਰ ਨੂੰ ਧਾਰਨ ਕਰ ਲੈਂਦੀ ਹੈ।
ਪਰ ਗੁਰੂ ਤੇਗ ਬਹਾਦਰ ਜੀ ਜੋ ਨਾਸ਼ਮਾਨਤਾ ਦਾ ਜ਼ਿਕਰ ਕਰਦੇ ਨੇ ਉਹ ਇੰਨਾ ਆਸਾਨ ਨਹੀਂ ਹੈ। ਉਹ ਵੈਦਿਕ ਧਰਮ ਨੂੰ ਵੈਦਿਕ ਧਰਮ ਨੂੰ ਦੇਖਦੇ ਜ਼ਰੂਰ ਨੇ, ਵੈਦਿਕ ਧਰਮ ਨੂੰ ਨਾਲ ਜ਼ਰੂਰ ਰੱਖਦੇ ਨੇ ਉਹ, ਪਰ ਵੈਦਿਕ ਧਰਮ ਦੇ ਬਰਾਬਰ ਪੈਰਲਲ ਨਹੀਂ ਚੱਲਦੇ। ਉਹ ਵੈਦਿਕ ਧਰਮ ਤੋਂ ਉੱਪਰ ਦੀ ਇੱਕ ਗੱਲ ਕਰਦੇ ਨੇ। ਇੱਕ ਗੱਲ ਦਾ ਜ਼ਿਕਰ ਸਾਡੇ ਨਾ ਸਾਰਿਆਂ ਦੇ ਮਨਾਂ 'ਚ ਸੰਤ ਭਿੰਡਰਾਂਵਾਲੇ ਦਾ ਬਚਨ ਇੱਕ ਜ਼ਰੂਰ ਮਨ 'ਚ ਰਹਿੰਦਾ ਹੈ ਕਿ ਜ਼ਮੀਰ ਦਾ ਮਰ ਜਾਣਾ ਹੀ ਮੌਤ ਹੁੰਦੀ ਹੈ। ਸਰੀਰ ਦਾ ਮਰ ਜਾਣਾ ਨਹੀਂ, ਜ਼ਮੀਰ ਦਾ ਮਰ ਜਾਣਾ ਅਸਲ ਮੌਤ ਹੁੰਦੀ ਹੈ। ਜਦੋਂ ਮੇਰੇ ਇਹ ਗੱਲ ਚੇਤੇ ਆਈ, ਮੈਨੂੰ ਸਮਝ ਆਇਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਇਸ ਗੱਲ ਨੂੰ ਪੂਰਨ ਤੌਰ ਤੇ ਲਾਗੂ ਕਰਦੇ ਨੇ। ਕਿਉਂਕਿ ਮੈਂ ਪਹਿਲਾਂ ਵੀ ਗੱਲ ਕਰੀ ਆ ਕਿ ਗੁਰੂ ਤੇਗ ਬਹਾਦਰ ਜੀ ਨੂੰ ਪਤਾ ਹੈ ਇਸ ਗੱਲ ਦਾ ਕਿ ਉਹ ਸ਼ਹੀਦ ਹੋਣ ਚੱਲੇ ਨੇ, ਉਹਨਾਂ ਦੀ ਸ਼ਹੀਦੀ ਤੈਅ ਆ, ਵੀ ਕੋਈ ਚਾਂਸ ਨਹੀਂ ਹੈ ਕਿ ਉਹਨਾਂ ਨੂੰ ਛੱਡ ਦਿੱਤਾ ਜਾਊਗਾ। ਉਹ ਸਰੀਰ ਤੋਂ ਉੱਪਰ ਉੱਠ ਕੇ ਗੱਲ ਕਰਦੇ ਨੇ। ਉਹ ਸਰੀਰ ਲਈ ਨਹੀਂ ਜਿਉਂਦੇ, ਸਰੀਰ ਉਹਨਾਂ ਲਈ ਨਾਸ਼ਵਾਨ ਹੀ ਆ, ਉਹ ਸਰੀਰ ਲਈ ਨਹੀਂ ਜਿਉਂਦੇ। ਉਹ ਜਿਉਂਦੇ ਕਿਸ ਖਾਤਰ ਨੇ? ਇੱਕ ਧਰਮ ਖਾਤਰ, ਇੱਕ ਸੱਚ ਖਾਤਰ ਜਿਉਂਦੇ ਨੇ ਕਿ ਮਨੁੱਖ ਦੀ ਧਾਰਮਿਕ ਖੁਦ ਮੁਖਤਿਆਰੀ ਨੂੰ ਠੇਸ ਨਾ ਪਹੁੰਚੇ, ਉਸ ਤੇ ਕੋਈ ਆਂਚ ਨਾ ਆਵੇ। ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਇੱਥੇ ਸਾਂਝੀ ਕਰਾਂ ਕਿ ਜਿਉਂ ਮਨੁੱਖ ਨਾ ਮਤਲਬ ਵਡੇਰਾ ਹੁੰਦਾ ਜਾਂਦਾ, ਇਸ ਗੱਲ ਨੂੰ ਨੈਗੇਟਿਵ ਤੌਰ 'ਤੇ ਨਾ ਲਿਓ, ਮੈਂ ਪੋਜ਼ੀਟਿਵ ਵੇ 'ਚ ਗੱਲ ਕਰ ਰਿਹਾ, ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਕਈ ਵਾਰੀ ਇਹ ਹੁੰਦਾ ਕਿ ਬਜ਼ੁਰਗਾਂ 'ਤੇ ਸ਼ਾਇਦ ਕੋਈ ਸਵਾਲ ਉਠਾਇਆ ਜਾ ਰਿਹਾ। ਇੱਕ ਇਹ ਗੱਲ ਆਉਂਦੀ ਹੈ ਕਿ ਜਦੋਂ ਬਜ਼ੁਰਗ 70+ ਹੋ ਜਾਂਦੇ ਨੇ ਤਾਂ ਉਹਨਾਂ ਦੀ ਮੱਤ ਜਿਹੜੀ ਉਹ ਬੱਚਿਆਂ ਵਰਗੀ ਹੋ ਜਾਂਦੀ ਹੈ। ਪਰ ਇੱਕ ਇਹ ਵੀ ਐਂਗਲ ਸਮਝ ਵਿੱਚ ਆਉਂਦਾ ਕਿ ਜਿਉਂ ਉਮਰ ਵੱਧਦੀ ਜਾਂਦੀ ਹੈ ਮਨੁੱਖ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝਣ ਲੱਗ ਜਾਂਦਾ, ਜਿਹਨੂੰ ਅਸੀਂ ਚਲਾਕੀ ਵੀ ਕਹਿ ਦਿੰਦੇ ਹਾਂ। ਅਸੀਂ ਓਵਰ ਕਰਦੇ ਹਾਂ, ਓਵਰ ਸਿਆਣਪ 'ਚ ਆ ਜਾਂਦੇ ਹਾਂ ਵੀ ਨਹੀਂ ਜਿਹੜੀ ਗੱਲ ਮੈਂ ਕਹਿਤੀ ਹੈ ਯਾਰ ਉਹ ਸੱਚ ਹੀ ਹੈ, ਮੈਂ ਤੁਹਾਨੂੰ ਪਤਾ ਨਹੀਂ ਬੱਚੇ, ਮੈਂ ਐਕਸਪੀਰੀਅੰਸ 'ਚ ਬੋਲ ਰਿਹਾ, ਇਹ ਸੱਚ ਹੈ। ਜਦੋਂ ਹਾਲਾਂਕਿ ਚਾਹੀਦਾ ਇਹ ਹੁੰਦਾ ਕਿ ਮਨੁੱਖ ਨੂੰ ਉਸ ਸਮੇਂ ਸਵੈ ਕੇਂਦਰਿਤ ਹੋਣ ਦੀ ਲੋੜ ਹੁੰਦੀ ਹੈ, ਸਵੈ ਪੜਚੋਲ ਦੀ ਲੋੜ ਹੁੰਦੀ ਹੈ। ਉਸ ਸਮੇਂ ਉਹ ਦੂਜਿਆਂ ਨੂੰ ਸਿੱਖਿਆ ਦੇ ਰਿਹਾ ਹੁੰਦਾ ਕਿ ਮੈਂ ਐਕਸਪੀਰੀਅੰਸ 'ਚ ਇਹ ਸਿੱਖਿਆ। ਹਾਲਾਂਕਿ ਉਹ ਕਿੱਥੇ ਤੱਕ ਸਹੀ ਹੁੰਦਾ ਕਿੱਥੇ ਤੱਕ ਗਲਤ ਹੁੰਦਾ ਇਹ ਸਿਚੁਏਸ਼ਨ ਤੈਅ ਕਰਦੀ ਆ, ਪਰ ਕਿਤੇ ਕਿਤੇ ਲੱਗਦਾ ਹੁੰਦਾ ਕਿ ਉਹਨਾਂ ਨੂੰ ਇਸ ਗੱਲ ਤੋਂ ਸਵੈ ਪੜਚੋਲ ਕਰ ਲੈਣੀ ਚਾਹੀਦੀ ਹੈ ਕਿ ਹੁਣ ਮੈਨੂੰ ਸਵੈ ਦਾ ਮੰਥਨ ਕਰਨ ਦੀ ਲੋੜ ਆ ਕਿ ਇੰਨੀ ਉਮਰ ਹੋ ਚੁੱਕੀ ਆ, ਇੰਨੀ ਉਮਰ ਹੋਣ ਦੇ ਬਾਵਜੂਦ ਵੀ ਅੱਜ ਮੈਂ ਗੁਰੂ ਪਾਤਸ਼ਾਹ ਦੇ ਲਈ ਕੀ ਕਰ ਸਕਿਆ, ਕਿੰਨਾ ਕੁ ਗੁਰੂ ਪਾਤਸ਼ਾਹ ਦੇ ਨੇੜੇ ਜਾ ਸਕਿਆ। ਇਹ ਸਵੈ ਪੜਚੋਲ ਦੀ ਸਾਨੂੰ ਲੋੜ ਆ, ਸਵੈ ਤੇ ਕੇਂਦਰਿਤ ਕਰਨ ਦੀ ਲੋੜ ਆ, ਬਜਾਏ ਇਸ ਦੇ ਕਿ ਅਸੀਂ ਦੂਸਰਿਆਂ ਨੂੰ ਮੱਤ ਦੇਈਏ, ਕੇਵਲ ਤੇ ਕੇਵਲ ਮੱਤ ਦੇਈਏ। ਮੈਂ ਆਖਰੀ ਨੁਕਤਾ ਤੁਹਾਡੇ ਨਾਲ ਸਾਂਝਾ ਕਰਕੇ ਵਿਦਾ ਲਵਾਂਗਾ। ਹਰ ਇੱਕ ਪ੍ਰਾਣੀ ਜਿਸ ਵਸਤੂ ਨੂੰ ਪਿਆਰ ਕਰਦਾ ਹੈ ਤੇ ਇਹ ਸੁਭਾਵਿਕ ਗੱਲ ਹੈ ਕਿ ਫਿਰ ਉਸ ਪ੍ਰਤੀ ਉਸ ਦਾ ਗਰਵ ਵੀ ਉਪਜਦਾ, ਉਸ 'ਤੇ ਮਾਣ ਵੀ ਮਹਿਸੂਸ ਕਰਦਾ ਉਹ ਵੀ ਇਹ ਮੇਰੀ ਹੈ, ਆਹ ਚੀਜ਼ ਮੇਰੀ ਹੈ। ਇਸੇ ਤਰੀਕੇ ਉਸ ਨੂੰ ਆਪਣੀ ਦੇਹੀ ਦਾ ਵੀ ਮਾਣ ਹੈ। ਮੈਂ ਤਨ ਦੀ ਨਾਸ਼ਮਾਨਤਾ 'ਤੇ ਹੀ ਤੁਹਾਡਾ ਫੋਕਸ ਮੈਂ ਬਾਰ-ਬਾਰ ਨਾਸ਼ਮਾਨਤਾ ਤਾਂ ਲੈ ਕੇ ਆਉਣਾ ਕਿ ਤਨ ਦੀ ਨਾਸ਼ਮਾਨਤਾ ਦਾ ਸੰਕਲਪ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ। ਉਹ ਆਪਣੀ ਦੇਹ ਤੋਂ ਮੁਕਤ ਨਹੀਂ ਹੋਣਾ ਚਾਹੁੰਦਾ, ਉਹ ਨਹੀਂ ਛੱਡਣਾ ਚਾਹੁੰਦਾ, ਉਹ ਹੋਰ ਜਿਉਣਾ ਚਾਹੁੰਦਾ, ਉਹ ਜ਼ਿੰਦਗੀ ਦੇ ਰੰਗਾਂ ਨੂੰ ਹੋਰ ਮੰਨਣਾ ਚਾਹੁੰਦਾ। ਉਹ ਚਾਹੁੰਦਾ ਮੈਂ ਹੋਰ ਜਿਉਵਾਂ, ਮੇਰੀ ਉਮਰ 100 ਸਾਲ ਹੋਵੇ, ਮੈਂ ਆਪਣੇ ਪੋਤੇ ਦਾ ਵਿਆਹ ਦੇਖਾਂ, ਪੜੋਤੇ ਦਾ ਵਿਆਹ ਦੇਖਾਂ। ਅੱਗੇ ਮਤਲਬ ਇੱਛਾਵਾਂ ਨੇ, ਤੁਹਾਨੂੰ ਪਤਾ ਹੀ ਹੈ ਇਸ ਤੋਂ ਅੱਗੇ ਤਾਂ। ਪਰ ਗੁਰੂ ਨਾਨਕ ਪਾਤਸ਼ਾਹ 9ਵਾਂ ਗੁਰੂ ਨਾਨਕ
ਇਸ ਤੋਂ ਪਰੇ ਕਰਦਾ ਹੈ। ਉਹ ਇਸ ਤਰੀਕੇ ਨਾਸ਼ਵਾਨ ਦਾ ਤਾਂ ਜ਼ਿਕਰ ਨਹੀਂ ਕਰਦਾ। ਉਹ ਕਹਿੰਦਾ ਕਿ ਅਗਰ ਤੁਸੀਂ ਸਰੀਰ ਦਾ ਗਰਭ ਕਰਤਾ ਹੈ ਦੇਖੋ ਵੀ ਗਰਭ ਨਹੀਂ ਕਰਨਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਗਰਭ ਕਰਨਾ ਹੈ ਤਾਂ ਆਪਣੇ ਪਰਮਾਤਮਾ ਤੇ ਕਰ, ਆਪਣੇ ਪਰਮਾਤਮਾ ਦੇ ਸਨਮੁਖ ਹੋਣ ਦਾ ਮਨ ਕਰ, ਤਾਂ ਤੈਨੂੰ ਇਸ ਜਿਹੜੇ ਸਰੀਰ ਨਾਸ਼ਵੰਤ ਸਰੀਰ ਤੋਂ ਮੁਕਤੀ ਮਿਲ ਸਕਦੀ ਹੈ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਵਾਂ ਕਿ ਸਰੀਰ ਦੀ ਨਾਸ਼ਵਾਨਤਾ ਨੂੰ ਕਿੰਨੇ ਡੀਪ ਤਰੀਕੇ ਨਾਲ ਤੇ ਕਿੰਨੇ ਆਸਾਨੀ ਤਰੀਕੇ ਨਾਲ ਸਮਝਾਉਂਦੇ ਨੇ। ਨੌਵੇਂ ਪਾਤਸ਼ਾਹ ਤੋਂ ਪਹਿਲਾਂ ਜ਼ਿਕਰ ਹੁੰਦਾ ਤਿੰਨ ਸਿੱਖ ਭਾਈ ਮਤੀ ਦਾਸ, ਸਤੀ ਦਾਸ ਤੇ ਦਿਆਲਾ ਜੀ ਦੀ ਸ਼ਹੀਦੀ ਹੁੰਦੀ ਹੈ। ਹੁਣ ਜਦੋਂ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਜਾਂਦਾ ਆ ਤਾਂ ਮਤੀ ਦਾਸ ਨੂੰ ਬਿਲਕੁਲ ਮਹਿਸੂਸ ਨਹੀਂ ਹੁੰਦਾ ਕਿ ਮੇਰੇ ਸਰੀਰ ਤੇ ਆਰਾ ਚੱਲ ਰਿਹਾ ਹੈ। ਪਤਾ ਕਾਹਤੋਂ? ਉਹ ਅਧਿਆਤਮਕਤਾ ਦੇ ਸਫ਼ਰ ਨਾਲ ਇਸ ਸਰੀਰ ਦੀ ਨਾਸ਼ਵਾਨਤਾ ਤੋਂ ਇਸ ਸਰੀਰ ਨੂੰ ਪਹਿਲਾਂ ਹੀ ਮੁਕਤ ਹੋ ਚੁੱਕਿਆ ਹੈ। ਉਹਦੇ ਲਈ ਸਰੀਰ ਕੋਈ ਚੀਜ਼ ਨਹੀਂ ਹੈ, ਇੱਕ ਵਸਤੂ ਆ, ਖਤਮ ਹੋ ਜਾਣਾ। ਇਸੇ ਗੱਲ ਨੂੰ ਸਮਝਿਆ ਹੋਇਆ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਸ ਬੰਦੇ ਦੇ ਸਰੀਰ ਦੇ ਕਿਸੇ ਹਿੱਸੇ ਤੇ ਛੋਟਾ ਜਿਹਾ ਵੀ ਟੱਕ ਲੱਗੇ ਤੇ ਦਰਦ ਬੜਾ ਮਹਿਸੂਸ ਹੁੰਦਾ। ਪਰ ਜਦੋਂ ਭਾਈ ਮਨੀ ਸਿੰਘ ਦਾ ਬੰਦ ਕੱਟਿਆ ਜਾਂਦਾ ਆ ਤਾਂ ਜ਼ਿਕਰ ਆਉਂਦਾ ਕਿ ਜੋ ਕੱਟਣ ਵਾਲਾ ਆ ਉਹ ਹੱਥ ਤੋਂ ਕੱਟਣ ਲੱਗਦਾ, ਪਰ ਭਾਈ ਮਨੀ ਸਿੰਘ ਕਹਿੰਦੇ ਨੇ ਵੀ ਤੁਹਾਨੂੰ ਹੁਕਮ ਬੰਦ ਕੱਟਣ ਦਾ ਹੋਇਆ ਆ। ਉਹ ਸਰੀਰਕ ਤੌਰ ਤੇ ਪਹਿਲਾਂ ਹੀ ਇਸ ਸੰਦਰਭ ਤੋਂ ਉੱਪਰ ਉੱਠ ਚੁੱਕੇ ਨੇ। ਸਮਝ ਨੂੰ, ਸਰੀਰਕ ਸੰਕਲਪ ਦੇ ਸਮਝ ਨੂੰ ਇਸ ਤਰੀਕੇ ਨਾਲ ਸਮਝਾਉਂਦੇ ਉਹ ਕਹਿੰਦੇ ਨੇ ਕਿ ਜੇਕਰ ਤੁਸੀਂ ਸਰੀਰ ਨੂੰ, ਸਰੀਰ ਤੋਂ ਮੁਕਤੀ ਹਾਸਲ ਕਰਕੇ ਪ੍ਰਮਾਤਮਾ ਦੇ ਅੰਗ ਬਣਨਾ, ਪ੍ਰਮਾਤਮਾ ਦੀ ਰੂਹ ਬਣਨਾ ਆ, ਉਸ ਜੋਤ ਨਾਲ ਵਾਪਸ ਸਮਾਉਣਾ, ਤਾਂ ਤੁਹਾਨੂੰ ਸਰੀਰ ਜਿਉਂਦੇ ਜੀ ਹੀ ਤਿਆਗਣਾ ਪਵੇਗਾ। ਤੇ ਪਿਛਲੇ ਸੈਸ਼ਨ 'ਚ ਇਹ ਗੱਲ ਹੋਈ ਸੀ ਕਿ ਰੂਹ ਨਾਲ ਮਹਿਸੂਸ ਕਰਨਾ ਆ ਤੇ ਪ੍ਰਵਾਜ਼ ਆਪਣੇ ਖੰਭਾਂ ਨਾਲ ਭਰਨੀ ਆ। ਲਾਸਟ ਗੱਲ ਕਹਿ ਕੇ ਮੈਂ ਖਿਮਾ ਦਾ ਜਾਚਕ ਹੋਵਾਂਗਾ। ਡਾਕਟਰ ਰਾਮ ਸਿੰਘ ਨੇ ਤਿੰਨ ਤਰੀਕੇ ਨਾਲ ਮੌਤ ਦੀ ਅਵਸਥਾ ਦੱਸੀ ਹੈ। ਇੱਕ ਅਚਾਨਕਤਾ, ਇੱਕ ਆਵਸ਼ਕਤਾ ਤੇ ਇੱਕ ਸ਼ਕਤੀਮਾਨਤਾ। ਅਚਾਨਕਤਾ ਸਾਨੂੰ ਪਤਾ ਵੀ ਅਨਸਰਟਨਲੀ ਅਸੀਂ ਕਿਤੇ ਨਾ ਕਿਤੇ ਸਰੀਰ ਨੂੰ ਖੋ ਦਿੰਦੇ ਹਾਂ। ਕੋਈ ਬਾਏ ਐਕਸੀਡੈਂਟ ਹੋ ਸਕਦਾ, ਬਾਏ ਹਾਰਟ ਅਟੈਕ ਹੋ ਸਕਦਾ, ਵੇ ਬਹੁਤ ਸਾਰੇ ਹੋ ਸਕਦੇ ਨੇ। ਦੂਸਰਾ ਆਵਸ਼ਕਤਾ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਉਪਜਣੀ ਹੈ, ਉਹ ਬਿਨਸਣੀ ਹੈ, ਚਾਹੇ ਕੋਈ ਵਸਤੂ ਵੀ ਹੈ, ਉਹਨੇ ਇੱਕ ਦਿਨ ਉਪਜ ਜਾਣਾ, ਬਿਨਸ ਜਾਣਾ। ਤੇ ਇੱਕ ਸ਼ਕਤੀਮਾਨਤਾ ਕਿ ਜੋ ਚੀਜ਼ ਪੈਦਾ ਕਰਦਾ ਆ ਉਹਨੂੰ ਖਤਮ ਵੀ ਕਰਦਾ। ਉਹਦੇ ਵਿੱਚ ਉਹ ਪਾਵਰ ਆ, ਉਹਨੂੰ ਜਾਣਦਾ। ਕੋਈ ਅਜਿਹਾ ਸ਼ਖਸ ਨਹੀਂ ਹੈਗਾ, ਭਾਵੇਂ ਹਰਨਾਕਸ਼ ਹੋਵੇ, ਵੀ ਉਹ ਨਾ ਮਰਨ ਦੇ ਸੁਪਨੇ ਦੇਖਦਾ ਹੋਵੇ ਕਿ ਮੈਂ ਹੁਣ ਨਹੀਂ ਮਰਦਾ, ਤਾਂ ਪਰਮਾਤਮਾ ਆਪਦੀ ਸ਼ਕਤੀ ਦਾ ਪ੍ਰਯੋਗ ਵੀ ਕਰਦਾ। ਮਨੁੱਖ ਦੀ ਹਾਲਤ ਵੇਖ ਕੇ ਗੁਰੂ ਸਾਹਿਬ ਹਲੂਣਾ ਦਿੰਦੇ ਨੇ ਤੇ ਇਸ ਪਰਿਵਰਤਨ ਰੂਪ ਦੁਨੀਆ ਨੂੰ ਤਿਆਗ ਕੇ ਰੱਬ ਵੱਲ ਧਿਆਨ ਲਵਾਉਂਦੇ ਨੇ। ਦਿਨ ਬਾ ਦਿਨ ਘਟਦੀ ਉਮਰ ਵੱਲ ਧਿਆਨ ਦਿਵਾਉਂਦੇ ਇਸ ਮਨੁੱਖ ਨੂੰ ਸੰਸਾਰ ਤੋਂ ਇਸ ਤਰ੍ਹਾਂ ਉਪਰਾਮਤਾ ਕਰਨ ਲਈ ਕਹਿੰਦੇ ਨੇ ਤਾਂ ਕਿ ਉਸ ਦਾ ਅਸਲ ਮਕਸਦ ਮੁਕਤੀ ਉਸ ਨੂੰ ਸਹਿਜ ਰੂਪ ਵਿੱਚ ਪ੍ਰਵਾਨ ਹੋ ਜਾਵੇ। ਅਸਲ ਵਿੱਚ ਜੋ ਬਾਣੀ ਹੈ, ਬਾਣੀ ਵਿੱਚ ਅਜਿਹੀ ਅਧਿਆਤਮਕ ਸ਼ਕਤੀ ਹੈ ਜੋ ਸਧਾਰਨ ਮੁਖ ਤੋਂ ਮਹਾਮਾਨਵ ਬਣਾਉਣ ਤੱਕ ਦਾ ਸਫ਼ਰ ਤੈਅ ਕਰਵਾਉਂਦੀ ਹੈ। ਇੰਨਾ ਕੁਝ ਕਹਿੰਦਾ ਹੋਇਆ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਜਗਮੋਹਨ ਸਿੰਘ ਜੀ।
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਨਾਸ਼ਮਾਨਤਾ ਵਿਸ਼ੇ ਤੇ ਆਪਣੀ ਗੱਲ ਕੀਤੀ ਇਹਨਾਂ ਨੇ। ਸਾਡੇ ਕੋਲ ਅਗਲੇ ਵਕਤਾ ਨੇ ਡਾਕਟਰ ਰਿਤੂ ਰਾਜ ਜੀ। ਰਿਤੂ ਰਾਜ ਨਾਲੰਦਾ ਤੋਂ ਨੇ, ਨਾਲੰਦਾ ਜਨਮ ਹੋਇਆ ਇਹਨਾਂ ਦਾ, ਅਤੇ ਜਿਨ੍ਹਾਂ ਨੇ ਬਿਹਾਰ ਦੀ ਯਾਤਰਾ ਕੀਤੀ ਹੈ ਸਾਡੇ 'ਚੋਂ, ਉਹ ਸਾਰੇ ਜਾਣਦੇ ਨੇ ਕਿ ਨਾਲੰਦਾ ਰਾਜਗੀਰ 'ਚ ਪੈਂਦਾ ਹੈ, ਅਤੇ ਨਾਲੰਦਾ ਦੇ ਬਿਲਕੁਲ ਥੋੜ੍ਹਾ ਦੂਰ ਹੀ ਹੈ ਜਿੱਥੇ ਇੱਕ ਕੁੰਡ ਬਣਿਆ ਹੋਇਆ ਹੈ, ਗੁਰੂ ਨਾਨਕ ਸੀਤਲ ਕੁੰਡ। 22 ਕੁੰਡ ਨੇ ਉੱਥੇ, 21 ਕੁੰਡ ਗਰਮ ਪਾਣੀ ਦੇ ਨੇ, ਇੱਕ ਕੁੰਡ ਠੰਡੇ ਪਾਣੀ ਦਾ। ਇਹ ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਉੱਥੇ ਗਏ ਸੀ ਤਾਂ ਜਦੋਂ ਉੱਥੇ ਵਿਚਾਰ ਚਰਚਾ ਹੋਈ ਉੱਥੋਂ ਦੇ ਮਹਾਂਪੁਰਖਾਂ ਨਾਲ, ਸੰਤਾਂ ਨਾਲ, ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈ, ਗਰਮ ਪਾਣੀ ਹੈ। ਇੱਕ ਪਾਣੀ 'ਚੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ ਅਤੇ ਉਹ ਜਲ ਠੰਡਾ ਨਿਕਲਿਆ ਉਹਦਾ, ਅਤੇ ਅੱਜ ਤੱਕ ਵੀ ਉਸੇ ਹੀ ਕੁੰਡ ਦਾ ਜਲ ਠੰਡਾ ਹੈ। ਉਸ ਕੁੰਡ ਦਾ ਨਾਂ ਹੈ ਗੁਰੂ ਨਾਨਕ ਸੀਤਲ ਕੁੰਡ। ਅਤੇ ਉਸੇ ਇਲਾਕੇ ਦੇ ਨਾਲ ਸੰਬੰਧਿਤ ਰੱਖਦੇ ਨੇ ਸਾਡੇ ਰਿਤੂ ਰਾਜ ਜੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸੇਵਾ ਨਿਭਾ ਰਹੇ ਨੇ ਅਤੇ ਸਿੱਖ ਧਰਮ ਨੂੰ ਬਹੁਤ ਨੇੜਿਓਂ ਸਮਝਣ ਦੇ ਯਤਨ ਕਰਦੇ ਨੇ, ਅਤੇ ਅਸੀਂ ਇਹਨਾਂ ਦੇ ਵਿਚਾਰ ਸੁਣਾਂਗੇ ਕਿ ਇਹਨਾਂ ਨੇ ਸਿੱਖ ਧਰਮ ਦੇ ਬਾਰੇ 'ਚ ਜਾਂ ਗੁਰੂ ਸਾਹਿਬ ਦੇ ਬਾਰੇ 'ਚ ਕੀ ਸਮਝਣ ਦਾ ਯਤਨ ਕੀਤਾ ਹੈ, ਕੀ ਭਾਵਨਾ ਰੱਖਦੇ ਨੇ। ਅਤੇ ਮੈਂ ਬੇਨਤੀ ਕਰਾਂਗਾ ਰਿਤੂ ਰਾਜ ਜੀ ਨੂੰ ਕਿ ਆਪਣੀ ਗੱਲ ਸਾਡੇ ਨਾਲ ਸਾਂਝੀ ਕਰਨ। धर्म हेत सा काजिन किया, शीश दिया पर सिरर न दिया, तथा प्रकट भये गुरु तेग बहादुर, सकल सृष्टि पर ढापी चादर। मानयोग संत बाबा अमीर सिंह जी, प्रोफेसर सर्वजिंदर सिंह जी, प्रोफेसर परमवीर जी, सरदार अनुराग सिंह जी, हमारी यह पीढ़ी काफ़ी खुशनसीब है कि हम लोग गुरु तेग बहादुर जी के 400वां प्रकाश पर्व भी देख रहे हैं। पिछले दिनों हम लोगों ने गुरु नानक देव जी के 550वां प्रकाश पर्व भी देखा था। मेरा नाम डॉक्टर अरविंद ऋतुराज है, तो मैं बुद्धिज़्म का टीचर हूँ। मेरी मदर टंग मगही है। मगही एक भाषा है जो महात्मा बुद्ध जिस भाषा में अपना धर्मोपदेश किया था, पाली, उसी का आज बिगड़ा हुआ रूप है। जब हम हिंदी में बात करेंगे तो उसमें हमारे जो पाली लैंग्वेज है उसमें सिर्फ एक ही स होता है, शाम नहीं बोलते, हम शाम ही बोलते हैं। केवल दंत स होता है। संस्कृत में 3 स होता है, जैसा कि हम सब जानते हैं। मेरी पढ़ाई लिखाई नालंदा यूनिवर्सिटी ते पटना साहिब यूनिवर्सिटी, पटना यूनिवर्सिटी में हुआ है, जहाँ पटना साहिब जी का है, गुरु गोविंद सिंह जी का जन्म हुआ था। हमारे यहाँ एक कल्चर है कि हम गुरु तेग बहादुर जी को बाबूजी कहते हैं। ये मानते हैं कि गुरु गोविंद सिंह जी तो हमारे साथ ही रहे हैं 7 साल या कितने दिनों तक, इसलिए हम उन्हें अभी भी आदर से बाबूजी ही कहते हैं। गुरु तेग बहादुर जी के जीवन के बारे में हम ज़्यादा कुछ नहीं बोलेंगे, क्योंकि शायद मेरे ख्याल में अच्छा नहीं होगा, क्योंकि हमसे ज़्यादा आप बेहतर जानते हैं। सब कोई जानते हैं कि अमृतसर में उनका जन्म हुआ है। 20 साल तक वो बाबा बकाला एकांतवास किया है। पटना साहब असम तक की व्यापक यात्रा की है, और कैसे उन्होंने अपनी शहादत दी है सब कोई जानते हैं। हम केवल उनके कुछ दर्शन को बुद्धिज़्म के दर्शन से कंपेयर करने की या उसमें आत्मसात करने की कोई विरोधाभास नहीं है। कई बार ये इशू खड़ा होता है कि कुछ लोग बुद्धिज़्म भी, कुछ सिख लोग बुद्धिज़्म भी समझ गए हैं, जान गए हैं, तो वही बुद्ध के बारे में भी उल्टा पुल्टा बोलते हैं, और वही सिखिज़्म के बारे में भी उल्टा पुल्टा बोलते हैं। कोई बोधि सिखिज़्म के बारे में कभी उल्टा नहीं बोल सकता है, क्योंकि वो हकीकत सब जानता है। बुद्ध धर्म में एक सिद्धांत है बोधिसत्व का सिद्धांत। बोधिसत्व वैसे व्यक्ति को कहते हैं जो निर्वाण के रास्ते पर
चल चुका होता है। आज न कल उसको निर्वाण जरूर मिलेगा। महात्मा बुद्ध पिछले जन्म में बोधिसत्व में 550 लाइफ बोधिसत्व का बिताया है, उसके बाद उनको निर्वाण की प्राप्ति हुई है बोधगया में। बोधिसत्व महायान बुद्धिज्म में काफ़ी पॉपुलर आज के डेट में है। बोधिसत्व त्याग का नाम है, बोधिसत्व अधिक शीलवान का नाम है। 6 तरह के पारमिता का पालन करता है, वो बोधिसत्व होता है। दान है, शील है, बल है, शांति है, ध्यान है, प्रज्ञा है। आज तक जहाँ तक मैंने बुद्धिज्म पढ़ा है, ये दान पारमिता में क्या है कि वो कहते हैं, सिद्धांतिक रूप से कहते हैं ये कि हमें दान करना चाहिए। पहले पैसे से दान करते हैं, फिर धन दौलत दान करते हैं, फिर अपना अंग दान करते हैं, शरीर दान कर देते हैं। इस तरह से दान करने का कंसेप्ट है। महात्मा बुद्ध खुद एक राजकुमार है, घर बार छोड़ के आया है। दान तो नहीं कहेंगे इसे, लेकिन घर बार छोड़ के आया है, मतलब बोधि थोड़ा सा इन चीज़ों से दूर ही रहते हैं। महायान बुद्धिज्म ने ये डेवलप किया दान का, लेकिन आज तक मुझे कोई ऐसा बुद्धिस्ट नहीं मिला जो किसी के लिए अपना शरीर दान कर दिया हो सकता है धन दौलत दान किया हो सकता है और अपना घर परिवार सब दान कर दिया हो, लेकिन किसी के लिए अपना शरीर दान कर दिया हो, बलिदान दे दिया हो, ऐसा एग्जाम्पल सिर्फ हम गुरु तेग बहादुर जी में देखते हैं। बुद्धिज्म का दूसरा एक सिद्धांत है जिसे कहते हैं ब्रह्म विहार। ब्रह्म विहार ऐसी अवस्था है जब हम दुनिया को मित्र बना के आगे चलते हैं। 4 तरह के ब्रह्म विहार की चर्चा की गई बुद्धिज्म में, मेत्ता, मुदिता, करुणा और उपेक्षा। ये हम देखते हैं कि जो गुरु तेग बहादुर जी का जीवन का यदि हम बारीकी से अध्ययन करते हैं तो वो लगते हैं कि हमेशा मेत्ता ब्रह्म विहार में विहार करते हुए नजर आते हैं। मन के बारे में गुरु तेग बहादुर जी ने काफ़ी व्याख्या की है, काफ़ी उन्होंने मन की अवस्था के बारे में कहा है। साधो यह मन गह्यो न जाई। बुद्धिज्म में भी इस तरह की बात काफ़ी है, जैसे फंदलम चपलम चित्तम दूरखंग दुनिवार्यंग उजु करती मेधावी उसुकारोब तेजनम। कैसे चित्त जो है हमारा चित्त, बुद्धिज्म में मन को चित्त भी कहा गया है। 3 तरह के नाम है, मानस है, चित्त है और मन है। तो कैसे हमारा मन जो है बंदर की तरह भागते रहता है इधर से उधर, उधर से उधर, और उसको बस में रखना बहुत ही मुश्किल काम होता है। यही बात गुरु तेग बहादुर जी कह रहे हैं अपने फिलॉसफी में। मेटाफिजिकल अंडरस्टैंडिंग में गुरु तेग बहादुर जी का बुद्धिज्म से काफ़ी सांझ मेरे को देखने को मिलता है। जो उपजयो सो विनश है परो आज कै कल। जो पैदा होता है उसका विनाश होगा। बुद्धिज्म महात्मा बुद्ध ने जो पहला उपदेश दिया है धर्म चक्र परावर्तन सारनाथ में दिया है। सिख धर्म आने के लगभग 2000 साल पहले, आज से 2500 साल पहले लगभग, उसमें यही कहते हैं महात्मा बुद्ध कि 3 लक्षण है दुनिया की वस्तुओं में। एक अनित्य है, कहीं अनित्य नहीं है, कोई चीज़ नित्य नहीं है, कोई परमानेंट रहने वाला नहीं है। आज आया है कल चला जाएगा, धीरे धीरे बदलते बदलते ख़त्म हो जाता है। यही दुनिया की रीत है। 3 लक्षणों में एक अनित्य है, दूसरा अनात्म है। जिस समय महात्मा बुद्ध इस धरती पर आए थे उस समय आत्मा को लेकर काफ़ी विवाद हो चला था। ब्राह्मणवादी परंपरा ने आत्मा को एक हार्ड वस्तु के रूप में देखा और कहा कि आपके बुरे कर्मों का भी उस पर कोई असर नहीं होता है, आत्मा प्योर है, शुद्ध है, न जला सकते हैं न सुखा सकते हैं। महात्मा बुद्ध ने इसका विरोध किया था। और तीसरा लक्षण दुख का है। तो इस तरह हम देखते हैं कि गुरु तेग बहादुर जी का
जो उपजियो जो बिजनेस है उसका पूरा का पूरा ये मैच करता है। हम ये नहीं कहते हैं कि कौन कहाँ से, सारे दुनिया के जितने प्रोफेट हैं सबका एक ही तरह का नेचर ऑलमोस्ट देखने को मिलता है, और दुनिया के जितने संत मुनि हैं उनका भी नेचर एक ही जैसा देखने को मिलते हैं। एक और सिद्धांत की बात मैं करूँगा, देह मुक्ति, जिसे बुद्धिज्म में निर्वाण कहा गया है। यहाँ पर इन्होंने जगत में झूठी देखी प्रीत, देह मुक्ति में गुरु तेग बहादुर जी का एक आध्यात्मिक सफ़र है जिसमें वो कहते हैं, नानक हरिगुण गाई ले छाड़ी सकल जंजाल। इसी तरह महात्मा बुद्ध भी कहते हैं, वै धम्मा संखारा अपमा देन संपादेत, कहते हैं कि सारा धर्म सब खत्म होने वाला है, जल्दी से जल्दी इसको करके आप मुक्त हो जाओ जीवन से, तभी आगे कुछ हासिल होने वाला है, आप मुक्त हो पाओगे। बुद्धिज्म में मुक्ति के लिए निर्वाण शब्द आया है। शील, समाधि और प्रज्ञा के रास्ते पर चलकर व्यक्ति मुक्ति की ओर बढ़ता है ना, अष्टांगिक मार्ग इसे कहते हैं। बौद्धियों ने बुद्ध के बाद भी आचार्य परंपरा वहाँ रही है, और बौद्धियों ने साधना की, निर्वाण की एक अच्छी व्यवस्था दी है ना। उनको उनका जो चित्त, कहते हैं कि मुक्ति कहते किसे हैं, हम बाबा जी यहीं बैठे हैं, हम केवल आपको एकेडमिक चीज़ बता रहे हैं, कोई इसमें मतलब हमारा अनुभव नहीं है, केवल एकेडमिक चीज़ बता रहे हैं। 4 तरह का स्टेज का वर्णन बुद्धिज्म में है। चित्त कैसे शून्यता की ओर जाता है, चित्त कैसे परमात्मा से मिलता है, परमात्मा से बुद्धिज्म में नहीं कहा गया परमात्मा, शून्यता को हम परमात्मा को यहाँ ले रहे हैं। चित्त लास्ट में कैसे लिबरेट होता है, इसके लिए 4 तरह का स्टेज की चर्चा की गई है। पहले स्टेज को कामावचर कहते हैं, कामावचर भूमि कहते हैं, चित्त की भूमियाँ हैं। इसमें चित्त को कंट्रोल करने की कोशिश करते हैं। जब चित्त थोड़ा कंट्रोल हो जाता है तो दूसरा स्टेज आता है रूपावचर भूमि की। रूपावचर में हम लोग किसी वस्तु पर केंद्रित करते हैं अपने ध्यान को। अचानक कभी भी चित्त लिबरेट नहीं हो सकता है, जब भी होगा तो एक प्रोसेस से ही होगा। पहले कामावचर में, फिर रूपावचर में, फिर अरूपावचर में। अरूपावचर का मतलब फॉर्मलेस। आपके सामने जब चित्त पूरी तरह किसी गेंद पर, किसी फूल पर, किसी वस्तु पर कंसंट्रेट हो जाए, उसके बाद उस वस्तु को हटा दीजिए, फिर चित्त में क्या हलचल होती है वही अरूपावचर चित्त है, और उस पर भी कंसंट्रेट होने लगता है। उसके बाद चौथा स्टेज आता है जिसको लोकोत्तर भूमि कहते हैं। इस दुनिया से अलग भूमि है, वहाँ पर जाकर चित्त लिबरेट हो जाता है और निर्वाण पाता है। इस तरह से बुद्धिज्म में कंसेप्ट किया गया है। अब बुद्धिज्म से अलग गुरु तेग बहादुर जी के बारे में जो आज हम देखते हैं कि ह्यूमन राइट्स का क्वेश्चन हो या रिलीजियस टॉलरेंस का क्वेश्चन हो, इंटरफेथ हार्मोनी का क्वेश्चन हो, इंटरफेथ डायलॉग करने की बात हो, सब में हम किस तरह देखते हैं, इसको किसी ने यूट्यूब पर मैंने देखा है, किसी ने बड़ा अच्छा व्याख्या किया है जो हम आपके सामने रखना चाहते हैं। वो कहता है, बांट दिया इस धरती को चांद सितारों क्या क्या होगा, नदियों के कुछ नाम रखे बहती धारों का क्या होगा, शिव की गंगा भी पानी है, आबे जमजम भी पानी है, मुल्ला भी पिए पंडित भी पिए, पानी का मजहब क्या होगा। और इन फिरक्का परस्तों से पूछो क्या सूरज अलग बनाओगे, एक हवा में सांस हमारी, क्या हवा भी अलग चलाओगे, नस्लों का करे जो बंटवारा, रहबर वो कौम का ढोंगी है, क्या खुदा ने मंदिर तोड़ा था या राम ने मस्जिद ढाही है। थैंक यू जी। बहुत बहुत शुक्रिया रितुराज जी, बड़े सुखम तरीके ਦੇ ਨਾਲ ਬੁੱਧ ਧਰਮ ਬਾਰੇ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਇਹਨਾਂ ਨੇ।
ਸਭ ਤੋਂ ਪਹਿਲਾਂ ਤੇ ਹਾਜ਼ਰੀਨ ਸਰੋਤਾਗਣ ਵਿਦਵਾਨ ਸੱਜਣੋ ਫਤਿਹ ਪ੍ਰਵਾਨ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 1997-98 ਦੇ ਵਿੱਚ ਇੱਥੇ ਆਉਣ ਦਾ ਮੌਕਾ ਮਿਲਿਆ ਸੀ। ਪਹਿਲੋਂ ਇਸ ਬਿਲਡਿੰਗ ਦੇ ਪਰਲੇ ਪਾਸੇ ਇੱਕ ਟੈਂਟ ਲਾ ਕੇ ਵਿਚਾਰ ਚਰਚਾ ਸ਼ੁਰੂ ਕੀਤੀ ਗਈ ਸੀ ਬਾਬਾ ਸੁੱਚਾ ਸਿੰਘ ਜੀ ਵੱਲੋਂ। ਉਸ ਤੋਂ ਬਾਅਦ ਕਈ ਵਾਰੀ ਇਸ ਵਿਚਾਰ ਚਰਚਾ ਦੇ ਵਿੱਚ ਆਉਣ ਦਾ ਮੌਕਾ ਮਿਲਦਾ ਰਿਹਾ। ਗਿਆਨੀ ਅਮੀਰ ਸਿੰਘ ਜੀ ਇਹ ਧੰਨਵਾਦ ਦੇ ਪਾਤਰ ਨੇ ਕਿ ਇਹਨਾਂ ਨੇ ਉਸ ਵਿਚਾਰ ਚਰਚਾ ਨੂੰ ਨਿਰੰਤਰ ਜਾਰੀ ਰੱਖਿਆ ਹੋਇਆ। ਤੇ ਅੱਜ ਦਾ ਇਹ ਜੋ ਸੈਮੀਨਾਰ ਹੈ ਜਿਸ ਕਰਕੇ ਅਸੀਂ ਇਕੱਠੇ ਹੋਏ ਹਾਂ, ਜਿਹਦੇ ਡਾਕਟਰ ਸਰਬਜਿੰਦਰ ਸਿੰਘ ਨੇ ਇਹ ਬੜੇ ਯਤਨ ਕਰਦੇ ਰਹਿੰਦੇ ਨੇ ਕਿ ਕਿਸੇ ਤਰੀਕੇ ਦੇ ਨਾਲ ਗੱਲਬਾਤ ਚੱਲਦੀ ਰਹੇ। ਯੂਨੀਵਰਸਿਟੀ ਦੇ ਵਿੱਚ ਵੀ ਬੜੇ ਐਕਟਿਵਲੀ ਕੰਮ ਕਰਦੇ ਨੇ। ਕਿਤਾਬਾਂ ਦੀ ਗੱਲ ਹੋਈ ਸੀ, ਇਹ ਪਬਲੀਕੇਸ਼ਨ ਬਿਊਰੋ ਦੇ ਇੰਚਾਰਜ ਇਹੀ ਨੇ ਸਾਡੀ ਯੂਨੀਵਰਸਿਟੀ ਦੇ। ਇਸ ਕਰਕੇ ਜਦੋਂ ਕੋਈ ਗਲਤੀ ਹੋਈ ਤਾਂ ਇਹਨਾਂ ਨੂੰ ਫੜ ਲੈ। ਸਾਡੇ ਕੋਲ 3 ਪਰਚੇ ਅੱਜ ਪੇਸ਼ ਕੀਤੇ ਗਏ ਨੇ, ਪੜ੍ਹੇ ਗਏ ਨੇ, ਵਿਚਾਰ ਚਰਚਾ ਹੋਈ ਹੈ ਜੋ ਇਹਨਾਂ ਨੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਤਿੰਨੇ ਪਰਚੇ ਆਪਣੇ ਆਪ ਦੇ ਵਿੱਚ ਉਹ ਕੰਪਲੀਟ ਸੀ ਜਿੱਥੋਂ ਤੱਕ ਮੈਂ ਸਮਝਣ ਦਾ ਯਤਨ ਕੀਤਾ। ਡਾਕਟਰ ਤੇਜਿੰਦਰ ਸਿੰਘ ਜੀ ਬਹੁਤ ਲੰਬੇ ਸਮੇਂ ਤੋਂ ਯੂਨੀਵਰਸਿਟੀ ਦੇ ਵਿੱਚ ਕਾਰਜਸ਼ੀਲ ਨੇ ਅਤੇ ਉਹ ਕਾਰਜਸ਼ੀਲ ਨੇ ਗ੍ਰੰਥਾਂ ਦਾ ਅਧਿਐਨ ਕਰਦੇ ਰਹਿੰਦੇ ਨੇ। ਮੈਂ ਬਹੁਤ ਨੇੜੇ ਹੋ ਕੇ ਦੇਖਿਆ ਇਹਨਾਂ ਨੂੰ। ਸਾਡੇ ਮੇਰੇ ਵਿਦਿਆਰਥੀ ਸਟੂਡੈਂਟ ਵੀ ਨੇ, ਇਹਨਾਂ ਦੇ ਵਾਈਫ ਪਲਵਿੰਦਰ ਕੌਰ ਬੈਠੇ ਸਾਹਮਣੇ ਮੇਰੇ ਸਟੂਡੈਂਟ ਨੇ। ਸਾਡੇ ਲਈ ਸੌਖਾ ਹੋ ਜਾਂਦਾ, ਇੱਕ ਨੂੰ ਬੁਲਾਓ ਅਤੇ 2 ਜਾਣੇ ਆਉਂਦੇ ਨੇ ਅਤੇ 2 ਇੰਸਟੀਟਿਊਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ। ਪਲਵਿੰਦਰ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚ ਉੱਥੇ ਕਾਰਜਸ਼ੀਲ ਨੇ, ਰਿਸਰਚ ਫੈਲੋ ਨੇ ਉੱਥੇ, ਅਤੇ ਤੇਜਿੰਦਰ ਸਿੰਘ ਇਹ ਪ੍ਰੋਫੈਸਰ ਨੇ ਯੂਨੀਵਰਸਿਟੀ ਕਾਲਜ ਮੀਰਾਪੁਰ ਦੇ ਵਿੱਚ। ਲੰਬੇ ਸਮੇਂ ਤੋਂ ਕਾਰਜਸ਼ੀਲ ਹੋਣ ਦੇ ਇਲਾਵਾ ਨਿਰੰਤਰ ਪਾਰਟੀਸਪੇਟ ਕਰਨਾ ਵਿਚਾਰ ਚਰਚਾ ਦੇ ਵਿੱਚ, ਗੋਸ਼ਟੀਆਂ ਦੇ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਵਿਅਕਤੀ ਨੂੰ। ਜਿਹੜੀ ਅੱਜ ਦੀ ਇਹਨਾਂ ਦੀ ਗੋਸ਼ਟੀ ਹੈ, ਜਿਹੜੀ ਜੋ ਵਿਚਾਰ ਚਰਚਾ ਇਹਨਾਂ ਨੇ ਕੇਂਦਰਿਤ ਕੀਤੀ ਹੈ ਅੱਜ, ਉਹ ਹੈ ਭਟਵਈਆਂ ਦੇ ਉੱਤੇ। ਭਟਵਈਆਂ ਦੇ ਉੱਤੇ ਸਵੇਰੇ ਵੀ ਗੱਲ ਹੋਈ ਸੀ। ਇੱਕ ਗੱਲ ਜਿਹੜੀ ਹੈ ਸਾਨੂੰ ਸਾਰਿਆਂ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਜਿੰਨੇ ਵੀ ਸਾਡੇ ਗ੍ਰੰਥ ਨੇ ਸਾਰਿਆਂ 'ਤੇ ਕਿੰਤੂ ਪਰੰਤੂ ਹੋ ਜਾਂਦਾ ਹੈ। ਕੋਈ ਗ੍ਰੰਥ ਐਸਾ ਨਹੀਂ ਬਚਿਆ ਜਿੱਥੇ ਕਿੰਤੂ ਪਰੰਤੂ ਨਹੀਂ ਹੁੰਦਾ। ਪਰ ਖੋਜੀ ਦਾ ਕੰਮ ਇਹ ਹੈ ਕਿ ਜੋ ਕੁਝ ਵੀ ਮੂਲ ਸਿਧਾਂਤ ਤੋਂ ਦੇ ਨਾਲ ਮੇਲ ਨਹੀਂ ਖਾਂਦੀਆਂ ਗੱਲਾਂ, ਜਾਂ ਜਿਹੜੀਆਂ ਸਾਨੂੰ ਕ੍ਰੋਸ ਚੈਕਿੰਗ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਜਿਹੜੀਆਂ ਚੀਜ਼ਾਂ ਨਹੀਂ ਖਾਂਦੀਆਂ ਕ੍ਰੋਸ ਚੈਕਿੰਗ ਦੇ ਵਿੱਚੋਂ ਸਾਨੂੰ ਲੱਗਦਾ ਕਿ ਇਹ ਠੀਕ ਨਹੀਂ ਲੱਗਦੀਆਂ ਸਾਨੂੰ, ਉਹਨਾਂ ਨੂੰ ਛੱਡ ਕੇ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਠੀਕ ਗੱਲਾਂ ਜਿਹੜੀਆਂ ਗ੍ਰਹਿਣ ਕਰ ਲੈਣੀਆਂ ਚਾਹੀਦੀਆਂ ਨੇ। ਇਸੇ ਦ੍ਰਿਸ਼ਟੀ ਤੋਂ ਸਵੇਰੇ ਅਧਿਰਾਜ ਸਿੰਘ ਗੱਲ ਕਰ ਰਹੇ ਸਨ ਕਿ ਸੋਰਸ ਤਾਂ ਇੰਪੋਰਟੈਂਟ ਹੈ ਪਰ ਪ੍ਰੋਬਲਮ ਤਾਂ ਹੈਗੀਆਂ ਨੇ। ਸਾਡੇ ਸਾਰੇ ਸੋਰਸ ਦੀ ਪ੍ਰੋਬਲਮ, ਈਵਨ ਗੁਰੂ ਗ੍ਰੰਥ ਸਾਹਿਬ ਦੀ ਰਾਗਮਾਲਾ ਦੇ ਵੀ ਸਵਾਲ ਉੱਠਦੇ ਰਹੇ ਨੇ। ਇਹ ਮਨੁੱਖ ਹੈ, ਜੋ ਮਨੁੱਖੀ ਬੁੱਧੀ ਹੈ ਜਿਹੜੀ, ਇਹਨੇ ਕੁਛ ਨਾ ਕੁਛ ਸੋਚੀ ਜਾਣਾ, ਕਰੀ ਜਾਣਾ, ਚੰਗਾ ਕਰੇ ਮਾੜਾ ਕਰੇ, ਪਰ ਇਹਨੇ ਕਰਨਾ ਜ਼ਰੂਰ ਹੈ। ਇਹ ਬੁੱਧੀ ਦੀ ਸਮਝ ਲਓ ਕਿ ਇੱਕ ਸੀਮਾ ਵੀ ਹੈ, ਸਮਰੱਥਾ ਵੀ ਹੈ, ਅਤੇ ਇਹਨੇ ਕੁਛ ਨਾ ਕੁਛ ਕਰਦੇ ਰਹਿਣਾ। ਇਸ ਕਰਕੇ ਜੋ ਕੋਈ ਸਾਡੇ ਕੋਲ ਆਉਂਦਾ ਹੈ, ਅਸੀਂ ਬੜਾ ਪੁਣ ਛਾਣ ਕੇ ਉਹਨੂੰ ਆਪਣੇ ਤੱਕ ਜਿਹੜਾ ਹੈ ਲੈ ਕੇ ਆਉਣਾ ਹੁੰਦਾ ਹੈ, ਜਾਂ ਉਹਦੇ ਆਧਾਰ ਦੇ ਉੱਤੇ ਆਪਣੀ ਗੱਲ ਬਿਲਡ ਕਰਨੀ ਹੁੰਦੀ ਹੈ। ਰਾਜਸਥਾਨ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਮੈਨੂੰ। ਮੈਂ ਗਿਆ ਇਸ ਕਰਕੇ ਸਾਂ ਕਿ ਇੱਥੋਂ ਗੁਰੂ ਸਾਹਿਬ ਜਦੋਂ ਗਏ ਸੀ ਇਹ ਪਤਾ ਲੱਗਦਾ ਸੀ ਕਿ ਸੁਹੇਵੇ ਤੱਕ ਤਾਂ ਗਏ ਨੇ ਗੁਰੂ ਸਾਹਿਬ। ਉਸ ਤੋਂ ਅੱਗੇ ਇੱਕ ਜਗ੍ਹਾ ਹੁੰਦੀ ਚੂਰੂ ਤੋਂ ਬਾਅਦ ਪਤਾ ਲੱਗਦਾ ਭਗੌਰ ਗੁਰੂ ਸਾਹਿਬ ਗਏ ਸੀ। ਭਗੌਰ ਤੋਂ ਫਿਰ ਦਿੱਲੀ ਆ ਗਏ ਸੀ ਗੁਰੂ ਗੋਬਿੰਦ ਸਿੰਘ ਜੀ। ਯਤਨ ਕੀਤਾ ਬਥੇਰਾ ਕਿ ਗੁਰੂ ਸਾਹਿਬ, ਕਿਉਂਕਿ ਅਕਤੂਬਰ ਦੇ ਮਹੀਨੇ ਦੇ ਵਿੱਚ ਨਿਕਲੇ ਸਨ ਤਲਵੰਡੀ ਸਾਬੋ ਤੋਂ, 10-15 ਦਿਨ ਦੇ ਵਿੱਚ ਉਹਨਾਂ ਨੇ ਪੰਜਾਬ, ਉਦੋਂ ਹਰਿਆਣਾ ਤੇ ਹੁੰਦਾ ਨਹੀਂ ਸੀ, ਪੰਜਾਬ ਪਾਰ ਕਰਕੇ ਰਾਜਸਥਾਨ 'ਚ ਐਂਟਰ ਕਰ ਗਏ ਹੋਣਗੇ। ਅਤੇ 20 ਫਰਵਰੀ ਨੂੰ ਅਤੇ 1707 ਜਿਹੜੀ ਹੈ ਬਾਦਸ਼ਾਹ ਦੀ ਡੈਥ ਹੁੰਦੀ ਹੈ। ਅਤੇ ਮਾਰਚ ਦੇ ਫਸਟ ਵੀ ਗੁਰੂ ਸਾਹਿਬ ਜਿਹੜੇ ਦਿੱਲੀ ਆਉਂਦੇ ਨੇ। ਉਹ ਲਗਭਗ 3-3.5 ਮਹੀਨੇ ਦਾ ਸਮਾਂ ਬਣਦਾ ਹੈ। ਗੁਰੂ ਸਾਹਿਬ ਕਿੱਥੇ ਰਹੇ ਹੋਣਗੇ, ਕਿਸ ਜਗ੍ਹਾ 'ਤੇ ਗਏ ਹੋਣਗੇ।
ਸਾਡੇ ਕੋਲ ਕੁਛ ਤਾਂ ਸਾਡੇ ਕੋਲ ਹਵਾਲੇ ਹੈਗੇ ਨੇ, ਰੈਫਰੈਂਸਿਸ ਹੈਗੇ ਨੇ, ਕਿਉਂਕਿ ਸਾਡੇ ਕੋਲ ਜੋ ਕੁਝ ਹੈਗਾ ਕੱਚਾ ਮਾਲ ਹੀ ਹੈ ਸਾਡੇ ਕੋਲ। ਤੇ ਹੁਣ ਕੱਚੇ ਮਾਲ 'ਚੋਂ ਲੱਭਣਾ ਕੀ ਹੈ, ਇਹ ਬੜੀ ਇਹਦੇ ਲਈ ਜਿਹੜੀ ਸਾਨੂੰ ਸਾਡੇ ਸਾਰੇ ਜਿੰਨੇ ਵਿਦਵਾਨ ਬੈਠੇ ਨੇ ਇੱਥੇ, ਇਹ ਸਾਰਿਆਂ ਨੇ ਸਾਡੇ ਲਈ ਬੜੀ ਬਰੀਕੀ ਦੇ ਨਾਲ ਗੱਲਾਂ ਸੋਚਣ ਸਮਝਣ ਦੀ ਲੋੜ ਹੈ ਕਿ ਜੋ ਕੁਝ ਸਾਡੇ ਕੋਲ ਅਵੇਲੇਬਲ ਹੈ ਜਾਂ ਜੋ ਕੁਝ ਆਇਆ ਸੀ ਉਹਨੂੰ ਰਿਜੈਕਟ ਨਹੀਂ ਕਰਨਾ ਹੈ। ਅਸੀਂ ਉਹ 'ਚੋਂ ਦੇਖਣਾ ਕਿ ਸਾਡੇ ਲਈ ਕੀ ਠੀਕ ਹੈ, ਕਿਸ ਹੱਦ ਤੱਕ ਠੀਕ ਹੈ। ਮੈਨੂੰ ਦਿਮਾਗ 'ਚ ਆਇਆ ਕਿ ਜਿਹੜੇ ਰਾਜੇ ਮਹਾਰਾਜੇ ਨੇ, ਜੋਧਪੁਰ ਦੀ ਵਿਰਾਸਤ 'ਚੋਂ ਨਿਕਲੇ ਸਾਰਾ ਕੁਝ, ਜੋ ਜੈਪੁਰ ਦੀ ਵਿਰਾਸਤ ਦੇ ਵਿੱਚੋਂ ਨਿਕਲੇ ਰਾਜੇ, ਉਹਨਾਂ ਨੇ ਪਿੰਡ ਵਸਾਲੇ ਅੱਗੇ। ਉਹ ਪਿੰਡ ਰਾਜਕੁਮਾਰਾਂ ਦੇ ਰਾਜਪੁਤਾਨਾ ਕਹਿੰਦੇ ਨੇ ਇਸੇ ਕਰਕੇ ਉਹਨੂੰ। ਉਹ ਰਾਜਪੁਤਾਨਾ ਦੇ ਰਾਜਿਆਂ ਦੇ ਪਿੰਡ ਨੇ ਜਿਹੜੇ, ਉਹਨਾਂ 'ਚੋਂ ਲਾਜ਼ਮੀ ਗੁਰੂ ਸਾਹਿਬ ਕਿਤੇ ਨਾ ਕਿਤੇ ਗਏ ਹੋਣਗੇ। ਦੋ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਮੈਨੂੰ ਦੇਖਣ ਨੂੰ ਮੌਕਾ ਮਿਲਿਆ ਕਿ ਦੋ ਤਰ੍ਹਾਂ ਦੇ ਸਨ ਲੋਕ ਜਿਹੜੇ ਗੁਰੂ ਸਾਹਿਬ ਨੂੰ ਪ੍ਰਸ਼ਾਦੇ ਪਾਣੀ ਲਈ ਬੁਲਾਉਂਦੇ ਸਨ। ਇੱਕ ਉਹ ਵਿਅਕਤੀ ਸਨ ਜਿਹਨੂੰ ਲੱਗਦਾ ਸੀ ਕਿ ਬੜਾ ਲਾਉ ਲਸ਼ਕਰ ਲੈ ਕੇ ਚੱਲ ਰਹੇ ਨੇ ਗੁਰੂ ਸਾਹਿਬ, ਅਤੇ ਕਿਤੇ ਸਾਡੇ ਇਲਾਕੇ 'ਤੇ ਕਬਜ਼ਾ ਨਾ ਕਰ ਲੈਣ, ਇਸ ਕਰਕੇ ਪ੍ਰਸ਼ਾਦਾ ਪਾਣੀ ਛਕਾਉਂਦੇ ਸੀ। ਕਿਉਂਕਿ ਇੱਕ ਪਰੰਪਰਾ ਸੀ ਕਿ ਨਜ਼ਰਾਨਾ ਭੇਟ ਕਰ ਦਿਓ ਜਦੋਂ ਕੋਈ ਆਇਆ ਤੇ ਉਹ ਸਮਝ ਲੈ ਕਿ ਤੁਹਾਡੀ ਈਨ ਮੰਨ ਲਈ। ਦੂਜੀ ਸੀ ਕਿ ਗੁਰੂ ਸਾਹਿਬ ਦਾ ਸਤਿਕਾਰ, ਕਿ ਬੜੇ ਵੱਡੇ ਮਹਾਂਪੁਰਖ ਨੇ, ਜਿੱਥੇ ਚਰਨ ਪੈ ਜਾਣਗੇ ਉਸ ਜਗ੍ਹਾ 'ਤੇ ਭਾਗ ਬਦਲ ਜਾਣਗੇ। ਬਹੁਤ ਸਾਰੀ ਹਵੇਲੀਆਂ ਰਾਜਸਥਾਨ 'ਚ ਬਣੀਆਂ ਹੋਈਆਂ ਨੇ ਗੁਰੂ ਸਾਹਿਬ ਦੇ ਤੋਂ ਬਾਅਦ ਬਣੀਆਂ, ਜਿਹੜੀਆਂ ਜਿਨ੍ਹਾਂ ਦੇ ਉੱਤੇ ਵਰਦਾਨ ਹੈ। ਜਸਾਣੇ ਪਿੰਡ ਗਿਆ ਮੈਂ, ਉੱਥੇ ਅਜੇ ਵੀ ਹਵੇਲੀ ਖੜੀ ਹੈ। ਉਹ ਰਾਜਕੁਮਾਰ ਨੂੰ ਹੁਣ ਤੱਕ ਮਿਲਦਾ ਰਿਹਾ, ਪਿੱਛੇ ਡੈਥ ਹੋਈ ਹੈ ਉਹਦੀ। ਉਹ ਦੱਸਿਆ ਉਹਨਾਂ ਨੇ ਕਿ ਗੁਰੂ ਸਾਹਿਬ ਇੱਥੇ ਆਏ ਸਨ ਅਤੇ ਉਹਨਾਂ ਦੇ ਆਉਣ ਤੋਂ ਬਾਅਦ ਇਹ ਹਵੇਲੀ ਬਣਾਈ ਗਈ ਸੀ। ਬੜੀ ਕੰਗਾਲੀ ਸੀ ਪਰਿਵਾਰ ਦੇ ਵਿੱਚ, ਆਪਣਾ ਸਾਡੀ ਰਿਆਸਤ ਦੇ ਵਿੱਚ, ਅਤੇ ਗੁਰੂ ਸਾਹਿਬ ਨੇ ਲੰਗਰ ਖਾਲਸਾ ਪੰਥ ਨੇ ਲੰਗਰ ਛਕਿਆ ਸੀ, ਇੱਥੇ ਹਵੇਲੀ ਬਣੀ ਹੋਈ ਹੈ। ਅਤੇ ਜਦੋਂ ਅਸੀਂ ਗੁਰੂ ਸਾਹਿਬ ਸਾਡੇ ਮਹਿਲਾਂ 'ਚ ਪ੍ਰਸ਼ਾਦਾ ਛਕਣ ਗਏ ਤਾਂ ਗੁਰੂ ਸਾਹਿਬ ਨੇ ਸਾਡੇ ਬਜ਼ੁਰਗਾਂ ਨੂੰ ਪੁੱਛਿਆ ਸੀ, ਦੱਸੋ ਤੁਹਾਨੂੰ ਕੀ ਚਾਹੀਦਾ? ਉਹ ਕਹਿੰਦੇ ਕੰਗਾਲੀ ਬਹੁਤ ਹੈ ਇੱਥੇ। ਗੁਰੂ ਸਾਹਿਬ ਕਹਿੰਦੇ ਵੀ ਜਿੱਥੇ ਖਾਲਸਾ ਪੰਥ ਨੇ ਪ੍ਰਸ਼ਾਦਾ ਛਕਿਆ ਨਾ, ਇੱਥੇ ਨਿਵਾਸ ਕਰੋ। ਸਾਡੇ ਬਜ਼ੁਰਗਾਂ ਨੂੰ ਲੰਮਾ ਸਮਾਂ ਗੱਲ ਸਮਝ ਨਹੀਂ ਰਹੀ। ਜਦੋਂ ਹਵੇਲੀ ਬਣਾਈ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ। ਬਹੁਤ ਸਾਰੀਆਂ ਹਵੇਲੀਆਂ 'ਚ ਤੁਹਾਨੂੰ ਇੱਕ ਦੇਖਣ ਨੂੰ ਮਿਲਣਗੀਆਂ ਗੱਲਾਂ ਰਾਜਸਥਾਨ ਦੀਆਂ 'ਚ। ਇੱਕ ਹਵੇਲੀ ਦੇ ਵਿੱਚ ਗਿਆ, ਉੱਥੇ ਬਹੁਤ ਸਾਰੀਆਂ ਵਹੀਆਂ ਪਈਆਂ ਸੀ, ਜਿਵੇਂ ਇਹ ਭੱਟ ਵਹੀਆਂ ਤੋਂ ਗੱਲ ਯਾਦ ਆਈ ਹੈ ਮੈਨੂੰ, ਵਹੀਆਂ ਦੀ ਗੱਲ ਆ ਗਈ ਵਿੱਚ। ਵਹੀਆਂ ਪਈਆਂ ਨੇ ਬਹੁਤ ਸਾਰੀਆਂ, ਅਤੇ ਉਹ ਰਾਜਕੁਮਾਰ ਹੈ, ਉਹਦਾ ਪਰਿਵਾਰ ਚੱਲਿਆ ਆ ਰਿਹਾ ਅੱਗੇ। ਬਹੁਤ ਲੰਮੀ ਚੌੜੀ ਹਵੇਲੀ ਆ ਉਹ। ਉਸ ਰਾਜਕੁਮਾਰ ਕਹਿੰਦਾ ਕਿ ਸਾਡੇ ਬਜ਼ੁਰਗਾਂ ਨੂੰ ਜੈਪੁਰ ਰਿਆਸਤ ਨੇ 20 ਘੋੜੇ ਰੱਖਣ ਦੀ ਇਜਾਜ਼ਤ ਦਿੱਤੀ ਸੀ, ਜਿਵੇਂ ਥਾਣੇ ਦੇ ਹੁੰਦੇ ਬਣੇ ਹੁੰਦੇ ਹੈ ਵੀ ਜੇ ਕਿਤੇ ਸਮੱਸਿਆ ਤਾਂ ਉਹਨਾਂ ਨੂੰ ਹੁਕਮ ਕਰਨਗੇ ਵੀ ਉੱਥੇ ਜਾ ਕੇ ਤੁਸੀਂ ਜਾ ਕੇ ਉਸ ਸਮੱਸਿਆ ਦਾ ਸਮਾਧਾਨ ਕਰਕੇ ਆਓ। ਸਾਡੇ ਪਰਿਵਾਰਾਂ 'ਚ ਕਹਿੰਦੇ ਸਾਰੇ ਕਈ ਪਿੰਡਾਂ ਦਾ ਸਾਨੂੰ ਜਗੀਰ ਮਿਲੀ ਹੋਈ ਸੀ। ਗੁਰੂ ਸਾਹਿਬ ਆਹ ਕਮਰੇ 'ਚ ਗੁਰੂ ਸਾਹਿਬ ਰਹੇ ਸੀਗੇ। ਆਹ ਖੂਹ ਬਣਿਆ ਹੋਇਆ ਗੁਰੂ ਸਾਹਿਬ ਜਿੱਥੇ ਖਾਲਸਾ ਪੰਥ ਨੇ ਬੈਠਾ ਸੀ, ਉਹ ਇਹ ਇੱਥੋਂ ਪਾਣੀ ਪੀਤਾ ਸੀ। ਅਤੇ ਸਾਡੇ ਬਜ਼ੁਰਗ ਅੱਜ ਤੱਕ ਕਹਿੰਦੇ ਇਸੇ ਕਮਰੇ ਦੇ ਵਿੱਚ ਰਹਿੰਦੇ ਰਹੇ ਨੇ ਕਿ ਗੁਰੂ ਸਾਹਿਬ ਇੱਥੇ ਰਹਿ ਕੇ ਗਏ ਸੀ। ਇੱਥੇ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਜਗ੍ਹਾ ਹੈ। ਮੈਂ ਕਿਹਾ ਵੀ ਇਹ ਕਿਵੇਂ ਵਿਸ਼ਵਾਸ ਕਰਨਾ ਮੈਂ ਕਿ ਤੁਹਾਡੇ ਘਰ ਆਏ ਸਨ ਗੁਰੂ ਸਾਹਿਬ। ਸਾਡੇ ਕੋਲ ਵਹੀਆਂ ਨੇ, ਵਹੀਆਂ ਦਿਖਾਈਆਂ, 200-250 ਵਹੀਆਂ ਪਈਆਂ ਹੋਣੀਆਂ, ਬਹੁਤ ਵੱਡੀਆਂ ਵੱਡੀਆਂ ਲੰਮੀਆਂ ਲੰਮੀਆਂ। ਇਹਨਾਂ 'ਚ ਇੱਕ ਵਹੀ ਐਸੀ ਹੈ ਕਹਿੰਦਾ ਜਿਹਦੇ ਵਿੱਚ ਇਹ ਲਿਖਿਆ ਹੋਇਆ ਹੈ, ਕਿਉਂਕਿ ਸਾਡੇ ਤਾਂ ਰਾਜੇ ਰਾਜਪੂਤ ਰਾਜੇ ਸਨ, ਜਾਂ ਤਾਂ ਅਯਾਜ਼ ਸਨ ਜਾਂ ਲੜਾਕੇ ਸਨ। ਲਿਖਣ ਪੜ੍ਹਨ ਦੀ ਤਾਂ ਕਿਸੇ ਨੂੰ ਬਹੁਤੀ ਸਮਝ ਹੈ ਨਹੀਂ ਸੀਗੀ। ਉਹ ਇਸ ਕਰਕੇ ਸਾਡੇ ਕਾਰਦਾਰ ਰੱਖੇ ਹੁੰਦੇ ਸਨ, ਕਿਤੇ ਕਾਰਦਾਰ ਕਹਿੰਦੇ ਨੇ, ਕਿਤੇ ਬੜੂਆ ਕਹਿੰਦੇ ਨੇ, ਕਿਤੇ ਹੋਰ ਨਾਂ ਦੇ ਨਾਲ ਯਾਦ ਕਰਦੇ ਨੇ ਉਹਨੂੰ, ਮਤਲਬ ਜਿਹੜੇ ਮੁਨਸ਼ੀ, ਜਾਂ ਅਸੀਂ ਇੱਥੇ ਮੁਨਸ਼ੀ ਕਹਿੰਦੇ ਨੇ ਉਹਨਾਂ ਨੂੰ, ਜਿਹੜੇ ਹਿਸਾਬ ਕਿਤਾਬ ਰੱਖਦੇ ਨੇ। ਅਸੀਂ ਕਹਿੰਦਾ ਉਹ ਸਾਡੇ ਜਿਹੜੇ ਇੱਥੇ ਕਾਰਦਾਰ ਸੀ ਨਾ ਸਾਡੇ, ਉਹ ਕਾਰਦਾਰ ਨੇ ਲਿਖਿਆ ਸੀ ਕਿ ਜਦੋਂ ਗੁਰੂ ਸਾਹਿਬ ਆਏ ਸੀ ਤਾਂ ਗੁਰੂ ਸਾਹਿਬ 'ਤੇ ਕੀ ਕੁਝ ਖਰਚ ਕੀਤਾ ਗਿਆ ਸੀ। ਇਹ ਰੈਫਰੈਂਸ ਬੜਾ ਇੰਪੋਰਟੈਂਟ ਸੀ ਮੇਰੇ ਲਈ ਕਿ ਜੇ ਗੁਰੂ ਸਾਹਿਬ ਦੇ ਜਾਣ ਦੇ ਨਾਲ, ਗੁਰੂ ਸਾਹਿਬ ਜਿੱਥੇ ਗਏ ਨੇ, ਕਿਸੇ ਨੇ ਪ੍ਰਸ਼ਾਦਾ ਪਾਣੀ ਛਕਾਇਆ ਤਾਂ ਮੁਨਸ਼ੀ ਨੇ ਲਿਖਿਆ ਹੋਇਆ ਹੈ। ਮੈਂ ਕਿਹਾ ਮੈਨੂੰ ਵਹੀ ਦਿਖਾ ਦੇ ਕਿੱਥੇ ਹੈ। ਕਹਿੰਦਾ ਡਿੰਗਲ ਭਾਸ਼ਾ ਲਿਖੀ। ਮੈਂ ਤੂੰ ਦਿਖਾ ਦੇ ਕਿੱਥੇ ਹੈ, ਮੈਂ ਲੱਭ ਲੂੰਗਾ। ਚਲੋ, ਕਿਉਂਕਿ ਉਹ ਕਹਿੰਦਾ ਇੰਨੀਆਂ ਵਹੀਆਂ ਦੇ ਵਿੱਚੋਂ ਲੱਭਣੀ ਨਹੀਂ, ਹੁਣ ਮੈਂ ਤੈਨੂੰ ਫਿਰ ਪੜਾਂਗਾ ਅਤੇ ਦੱਸ ਦਿਆਂਗਾ ਤੁਹਾਨੂੰ। ਮੈਨੂੰ ਹਵੇਲੀ ਦਿਖਾਉਣ ਲੱਗ ਗਿਆ। ਮੈਨੂੰ ਕਹਿਣ ਲੱਗਾ, ਕਹਿੰਦਾ ਜਿਹੜੀ 4 ਦੀਵਾਰੀ ਬਣੀ ਹੋਈ ਹੈ ਨਾ, ਇਹਦੀ ਮੈਂ ਬੰਬੇ ਹਾਈ ਕੋਰਟ, ਬੰਬੇ ਪ੍ਰੈਕਟਿਸ ਕਰਦਾ ਸਾਂ, ਵਕੀਲ ਸਾਂ, ਅਤੇ ਉੱਥੋਂ ਮੈਨੂੰ ਵਾਪਸ ਆਇਆ ਮੈਂ। ਇਹ ਬੜੀ ਮਾੜੀ ਹਾਲਤ ਦੇ ਵਿੱਚ ਸੀ। 2000 ਕੱਟਾ ਸੀਮੈਂਟ ਦਾ ਲੱਗਿਆ ਕਹਿੰਦਾ ਮੇਰਾ, ਕਹਿੰਦਾ ਇਸ ਹਵੇਲੀ ਦੀ ਮੁਰੰਮਤ ਦੇ ਉੱਤੇ, ਸਿਰਫ ਹਵੇਲੀ ਦੀ 4 ਦੀਵਾਰੀ ਦੀ ਮੁਰੰਮਤ ਦੇ ਉੱਤੇ, 4 ਦੀਵਾਰੀ ਦੀ ਮੁਰੰਮਤ ਦੇ ਉੱਤੇ 2000 ਕੱਟਾ ਸੀਮੈਂਟ ਦਾ ਲੱਗ ਗਿਆ। ਹੁਣ ਸਾਡੀ ਹਾਲਤ ਬਹੁਤ ਖਸਤਾ ਹੈ, ਕਿਉਂਕਿ ਰਿਆਸਤਾਂ ਰਹੀਆਂ ਨਹੀਂ ਹੈਗੀਆਂ। ਮੈਂ ਉਹਨੂੰ ਗੱਲ ਕਹਿ ਬੈਠਾ ਕਿਤੇ ਗਲਤੀ ਨਾਲ, ਮੈਂ ਕਿਹਾ ਜੇ ਤੂੰ ਮੈਨੂੰ ਤੂੰ ਕਿ 4 ਕਿੱਲਿਆਂ ਦਿਖਾ ਦੇ ਨਾ,
ਕਿੱਥੇ ਲਿਖੀਆਂ ਹੋਈਆਂ ਨੇ ਤੇ ਖਾਲਸਾ ਬੰਦੇ ਨੂੰ ਕਿੰਨਾ ਨਿਹਾਲ ਕਰ ਸਕਦਾ ਹੈ, ਇਹ ਤੇਰੇ ਸੋਚ ਤੋਂ ਪਰੇ ਦੀਆਂ ਗੱਲਾਂ ਨੇ। ਫਿਰ ਉਸ ਤੋਂ ਬਾਅਦ ਉਹਨੇ ਅਜੇ ਤੱਕ ਨਹੀਂ ਦਿਖਾਈ ਉਹ ਗੱਲ, ਉਹ ਦਿਖਾਈ ਨਹੀਂ। ਫਿਰ ਇੱਕ ਹੋਰ ਫੜਿਆ ਰਾਜਾ, ਉਸ ਰਾਜੇ ਦੇ ਮੈਂ ਲਗਾਤਾਰ ਪਿੱਛੇ ਪਿਆ ਰਿਹਾ, ਕਈ ਵਾਰ ਰਾਜਸਥਾਨ ਜਾਣ ਦਾ ਮੌਕਾ ਮਿਲਿਆ, ਜਾਂਦਾ ਰਿਹਾ। ਉਹ ਜਾਂਦੇ ਮੈਨੂੰ ਇੱਕ ਕੁਦਰਤੀ ਇੱਕ ਨੇ ਕਿਰਪਾ ਮਤਲਬ ਕਿ ਤਰਸ ਆ ਗਿਆ ਮੇਰੇ ਤੇ ਵੀ, ਆਉਂਦਾ ਵੀ ਏਡੀ ਦੂਰ ਖਰਚਾ ਕਰ ਕਿਰਾਇਆ ਖਰਚ ਕੇ ਆਉਂਦਾ, ਕਾਰ ਲੈ ਕੇ ਆਉਂਦਾ ਆਪਣੀ ਏਡੀ ਦੂਰੋਂ ਆਉਂਦਾ, ਵੀ ਚਲੋ ਐਤਕੀ ਦਿਖਾਈ ਦਿਓ। ਇਹਨੇ ਇੱਕ ਬੰਦਾ ਹੋਰ ਲੱਭ ਗਿਆ ਮੈਨੂੰ ਉੱਥੋਂ ਦੇ ਰਾਜਸਥਾਨ ਦਾ ਹੀ, ਉਹ ਪਿੱਛੇ ਪਾਤਾ ਮੈਂ ਉਹਦਾ। ਮੈਂ ਕਿਹਾ ਜਦੋਂ ਮਿਲਿਆ ਕਰ ਇਹਨੂੰ ਪੁੱਛਿਆ ਕਿ ਬੰਦਾ ਉਹ ਕਾਰਦਾਰ ਨੂੰ ਕਦੋਂ ਬਣਾਏਗਾ ਤੂੰ ਇਹੀ ਪੁੱਛਣਾ ਬਸ, ਜਦੋਂ ਵੀ ਮਿਲਣਾ ਤੈਨੂੰ। ਇਹਨੇ ਪੁੱਛਦਾ ਰਿਹਾ। ਇੱਕ ਦਿਨ ਉਹਦੇ ਮਨ 'ਚ ਆ ਗਿਆ ਵੀ ਬੁਲਾ ਲਓ। ਉਹ ਭੋਪਾਲ 'ਚ ਰਹਿੰਦਾ ਸੀ ਕਿਤੇ, ਉਹਨਾਂ ਦਾ ਜਿਹੜਾ ਸੀ ਕਾਰਦਾਰ। ਰਿਆਸਤਾਂ ਬਦਲ ਗਈਆਂ, ਸਭ ਕੁਝ ਬਦਲ ਗਿਆ, ਉਹ ਭੋਪਾਲ ਚਲੇ ਗਏ ਜਾਂ ਮੱਧ ਪ੍ਰਦੇਸ਼ ਦੇ ਵਿੱਚ ਕਿਸੇ ਜਗ੍ਹਾ 'ਤੇ ਰਹਿੰਦਾ ਉਹ। ਉਹਨਾਂ ਨੇ ਬੁਲਾਇਆ ਇੱਕ ਜਗ੍ਹਾ 'ਤੇ, ਮੈਂ ਵੀ ਚਲਾ ਗਿਆ ਉੱਥੇ। ਮੈਨੂੰ ਉਹ ਇਬਾਰਤ ਮਿਲੀ ਸਾਰੀ ਉਸ ਰਿਆਸਤ ਦੇ ਵਿੱਚ, ਗੁਰੂ ਸਾਹਿਬ ਉੱਥੇ ਕਦੋਂ ਗਏ ਸਨ। ਮਤਲਬ ਕਿ ਭੱਟ-ਵੰਝਾਂ ਦੀ ਇਸ ਤਰ੍ਹਾਂ ਦੀ ਦੇਖੋ, ਜਿਹੜੇ ਭੱਟ-ਵੰਝਾਂ ਲਿਖਣ ਵਾਲੇ ਨੇ ਉਹ ਇਤਿਹਾਸਕਾਰ ਨਹੀਂ ਸੀ ਹੈਗੇ, ਇਹ ਮੰਨ ਕੇ ਚੱਲਣਾ ਚਾਹੀਦਾ। ਮੁਗਲਾਂ ਨੇ ਸਾਨੂੰ ਇਤਿਹਾਸ ਲਿਖਣ ਦੀ ਅਕਲ ਦਿੱਤੀ ਹੈ, ਸਾਡੇ ਹਿੰਦੁਸਤਾਨ ਦੇ ਵਿੱਚ ਇਤਿਹਾਸ ਲਿਖਣ ਦੀ ਕਿਸੇ ਨੂੰ ਬਹੁਤੀ ਅਕਲ ਨਹੀਂ ਸੀ। ਇੱਥੇ ਮੁਗਲਾਂ ਤੋਂ ਅਸੀਂ ਇਤਿਹਾਸ ਲਿਖਣਾ ਸ਼ੁਰੂ ਕੀਤਾ ਕਿ ਕਿਵੇਂ ਉਹਨੂੰ ਸਿਸਟਮੈਟਿਕ ਜਿਹੜਾ ਇਤਿਹਾਸ ਲਿਖਣਾ ਹੈ। ਸਾਨੂੰ ਤਾਂ ਰਿਗ ਵੇਦ ਕਹਿ ਦਿੰਦੇ ਅਸੀਂ ਕਿ ਹਜ਼ਾਰਾਂ ਸਾਲ ਪੁਰਾਣੀ ਹੈ, ਕਿਸੇ ਨੇ ਇਤਿਹਾਸ ਲਿਖਿਆ ਨਹੀਂ ਕਿ ਰਿਗ ਵੇਦ ਦਾ ਲਿਖਿਆ ਕਦੋਂ ਹੋਇਆ। ਵੇਦ ਕਾਦੇ ਲਿਖੇ ਹੋਏ ਨੇ, ਪੁਰਾਣ ਕਾਦੇ ਲਿਖੇ ਹੋਏ ਨੇ, ਉਪਨਿਸ਼ਦ ਕਦੋਂ ਲਿਖੇ ਗਏ। ਸਾਡੇ 'ਚ ਇਤਿਹਾਸ ਲਿਖਣ ਦੀ ਪਰੰਪਰਾ ਹੀ ਨਹੀਂ ਰਹੀ ਕਦੇ। ਉਹੋ ਜਿਹੇ ਕਿ ਕੰਟੈਂਟ ਆਉਣਾ ਫਿਰ ਅੱਗੇ, ਜਿਸ ਤਰ੍ਹਾਂ ਪਰੰਪਰਾ ਚੱਲਦੀ ਹੋਵੇ ਅੱਗੇ ਵਿਰਾਸਤ ਫਿਰ ਉਸ ਤਰ੍ਹਾਂ ਹੀ ਕੈਰੀ ਔਨ ਕਰੇਗੀ ਨਾ। ਭੱਟ ਵਿਚਾਰੇ, ਉਹਨਾਂ ਨੂੰ ਸਾਰਸਵਤ ਬ੍ਰਾਹਮਣ ਦੇ ਬੜੇ ਅਮੀਰ ਸਨ। ਭੱਟ ਬ੍ਰਾਹਮਣ ਜਿਹੜੇ ਗੌੜ ਬ੍ਰਾਹਮਣ ਸਨ, ਜਿਹੜੇ ਭੱਟ ਕਹਿੰਦੇ ਸਨ, ਉਹ ਵਿਚਾਰੇ ਗਰੀਬ ਸਨ। ਉਹ ਵਿਚਾਰੇ ਜਜਮਾਨਾਂ ਦੀ ਉਸਤਤ ਕਰਕੇ ਰੋਟੀ ਖਾਂਦੇ ਸਨ। ਅਤੇ ਉਹ ਜਜਮਾਨਾਂ ਦਾ ਨਾਂ ਨੂੰ ਲਿਖਣਾ ਜ਼ਰੂਰ ਪੈਂਦੇ ਸੀ ਉਹਨਾਂ ਨੂੰ, ਕਿਉਂਕਿ ਜੇ ਉਸਤਤ ਕਰਨੀ ਹੈ ਕਿਤੇ ਭੁੱਲ ਨਾ ਜਾਈਏ, ਤਾਂ ਹੀ 4 ਪੈਸੇ ਮਿਲਣੇ ਨੇ, ਮਜਬੂਰੀ ਸੀ ਉਹਨਾਂ ਦੀ। ਤਾਂ ਉਸ ਦ੍ਰਿਸ਼ਟੀ ਤੋਂ ਭੱਟ-ਵੰਝਾਂ ਦੀ ਬੜੀ ਇੰਪੋਰਟੈਂਸ ਹੈ। ਪਰ ਇੰਪੋਰਟੈਂਸ ਦੇ ਨਾਲ ਨਾਲ ਜੋ ਕੁਝ ਉਹਨਾਂ ਨੇ ਲਿਖਿਆ ਉਹ 'ਚ ਸਮੱਸਿਆਵਾਂ ਬਹੁਤ ਹੋਈਆਂ। 1661 ਦੇ ਵਿੱਚ ਪ੍ਰਕਾਸ਼ ਲਿਖਤਾ ਗੁਰੂ ਗੋਬਿੰਦ ਸਿੰਘ ਜੀ ਦਾ। ਸਾਡੇ ਕੋਲ ਹੁਕਮਨਾਮਾ ਹੈ, ਨਰਾਗ ਸਿੰਘ ਜੀ ਬੈਠੇ ਨੇ, ਇਹਨਾਂ ਦੇ ਫਾਦਰ ਸਾਹਿਬ ਨੇ ਕਿਤਾਬ ਲਿਖੀ ਸੀ ਗੁਰੂ ਤੇਗ ਬਹਾਦਰ ਪ੍ਰੋਫਿਟ ਐਂਡ ਮਾਰਟਰ। ਜੇ ਮੈਂ ਇਹ ਕਹਿਣਾ ਹੋਵੇ ਨਾ ਕਿ ਜਿੰਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੰਮ ਹੋਏ ਨੇ, ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਸਿਸਟਮੈਟਿਕਲੀ ਐਨਾਲਾਈਜ਼ ਕੀਤਾ ਕਿਸੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਅਕਾਊਂਟ ਨੇ, ਤਾਂ ਇਹਨਾਂ ਦੇ ਫਾਦਰ ਸਾਹਿਬ ਨੇ ਕੀਤਾ ਹੋਇਆ, ਜੋ ਐਨਾਲਾਈਜ਼ ਕੀਤਾ ਹੋਇਆ। ਬੰਗਾਲ ਦੇ ਵਿੱਚ ਰਹੇ, ਉੱਥੋਂ ਦਾ ਜੋ ਓਰੀਜਨਲ ਡਾਕੂਮੈਂਟ ਜਿਹੜੇ ਲੱਭ ਕੇ ਲਿਆਏ ਅਤੇ ਉਹ ਲਿਖਿਆ, ਕਿਉਂਕਿ ਉਸ ਤੋਂ ਪਹਿਲਾਂ ਵੀ ਲਿਖਿਆ ਜਾਂਦਾ ਸੀਗਾ। GB ਸਿੰਘ ਜੀ ਨੇ ਉਸ ਤੋਂ ਪਹਿਲਾਂ ਲਿਖਿਆ ਸੀਗਾ। ਫਿਰ ਇਹਨਾਂ ਤੋਂ ਬਾਅਦ, ਇਹਨਾਂ ਫਾਦਰ ਸਾਹਿਬ ਤੋਂ ਬਾਅਦ ਫਿਰ ਜੋਗਿੰਦਰ ਸਿੰਘ ਜੋਗੀ ਲਿਖਦੇ ਰਹੇ, ਫਿਰ ਕੈਪਟਨ ਭਾਗ ਸਿੰਘ ਲਿਖਦੇ ਰਹੇ, ਅਤੇ ਹੋਰ ਬੜੇ ਸੋਰਸ ਸੀ ਸਾਡੇ ਸਾਹਮਣੇ। ਕੁਝ ਸੋਰਸ ਐਸੇ ਆਏ ਸਾਹਮਣੇ ਜਿਹੜੇ ਉਹਨਾਂ ਦੀ ਨਿਗਾਹ 'ਚ ਨਹੀਂ ਸੀ ਹੈਗੇ। ਕੋਰਟਾਂ ਦੇ ਵਿੱਚ ਜੋ ਰਿਕਾਰਡ ਮਿਲਿਆ ਉਹਨਾਂ ਦੇ ਆਧਾਰ ਦੇ ਉੱਤੇ ਲਿਖਣ ਦਾ ਯਤਨ ਕੀਤਾ ਵੀ ਕੋਰਟਾਂ ਦੇ ਵਿੱਚ ਕੀ ਚੱਲਦਾ ਰਿਹਾ ਸਾਡਾ। ਅਤੇ ਉਹ ਇਸ ਕਰਕੇ ਇਹ ਸਮੱਸਿਆਵਾਂ ਨੇ ਜਿਹੜੀਆਂ ਸਾਡੇ ਕੋਲ ਆਉਂਦੀਆਂ ਨੇ ਕਿ ਜਦੋਂ ਅਸੀਂ ਇਤਿਹਾਸ ਲਿਖਦੇ ਹਾਂ ਤਾਂ ਇਤਿਹਾਸਕਾਰੀ ਸਾਡੀ ਜਿਹੜੀ ਇੰਨੀ ਪੂਰ ਹੈ, ਬਹੁਤ ਪੂਰ ਹੈ ਸਾਡੀ। ਅਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮਨਾਮਾ ਸਾਡੀ ਨਿਗਾਹ 'ਚ ਨਾ ਆਉਂਦਾ, ਜਿਹੜਾ ਢਾਕਾ ਦੇ ਵਿੱਚ ਉਹਨੂੰ ਲਿਖਿਆ ਸੀ ਪਟਨਾ ਦੀ ਸੰਗਤ ਦੇ ਨਾਂ 'ਤੇ, ਜਦੋਂ ਗੁਰੂ ਗੋਬਿੰਦ ਸਿੰਘ ਪ੍ਰਕਾਸ਼ ਹੋਇਆ ਸੀ, ਉਹ ਬੜਾ ਅਕੱਟ ਸਬੂਤ ਹੈ। ਅਕੱਟ ਸਬੂਤ ਇਹਨੂੰ ਹੈਗਾ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮਨਾਮਾ, ਅਕੱਟ ਸਬੂਤ ਹੈ ਸਾਡੇ ਲਈ। ਜਿਹ 'ਚ ਉਹ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗੋਬਿੰਦ ਦਾਸ ਦੀ ਵਧਾਈ। ਇੱਕ ਆਈ ਸੀ ਗੱਲ ਕਿ ਵਧਾਈ ਦਾ ਹੁਕਮਨਾਮਾ ਜਿਹੜਾ ਉਹ 'ਚ ਲਿਖਿਆ ਗਿਆ ਹੈ, ਭਟਵੀਂ 'ਚ ਲਿਖਿਆ ਹੋਇਆ ਹੈ, ਇਹ ਹੁਕਮਨਾਮੇ 'ਚ ਵੀ ਲਿਖਿਆ ਹੈ ਗੋਬਿੰਦ ਦਾਸ ਕੀ ਵਧਾਈ। ਹੋਰ ਵੀ ਜਗ੍ਹਾ 'ਤੇ ਆਇਆ, ਪਰ ਇੱਕ ਤਾਂ ਬਿਲਕੁਲ ਮਤਲਬ 2-3 ਜਗ੍ਹਾ 'ਤੇ ਆਇਆ ਜਿਹੜਾ। ਹੁਣ ਸਾਡੇ ਕੋਲ ਹੁਕਮਨਾਮੇ ਤੋਂ ਉੱਤੇ ਕੋਈ ਚੀਜ਼ ਨਹੀਂ ਹੈ ਜਿਹੜੀ ਸਾਨੂੰ ਇਹ ਦੱਸ ਸਕੇ ਕਿ ਗੁਰੂ ਸਾਹਿਬ ਦੇ ਪ੍ਰਕਾਸ਼, ਕਿਉਂਕਿ ਗੁਰੂ ਬਣਨ ਤੋਂ ਬਾਅਦ ਹੀ ਹੁਕਮਨਾਮਾ ਜਾਰੀ ਕਰ ਸਕਦੇ ਨੇ ਗੁਰੂ ਸਾਹਿਬ। ਇਹ ਗੱਲ ਸਾਨੂੰ ਇਹ ਧਿਆਨ ਰੱਖਣੀ ਚਾਹੀਦੀ, ਉਸ ਤੋਂ ਪਹਿਲਾਂ ਜਾਰੀ ਨਹੀਂ ਕਰ ਸਕਦੇ ਹੁਕਮਨਾਮਾ ਗੁਰੂ ਸਾਹਿਬ। ਅਤੇ ਗੁਰੂ ਸਾਹਿਬ ਕਦੋਂ ਗੁਰੂ ਬਣੇ ਨੇ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 64 ਤੋਂ ਵਿੱਚ ਗੁਰੂ ਸਾਹਿਬ ਜਿਹੜੇ ਗੁਰੇਜ ਧਾਰਨ ਕਰਦੇ ਨੇ, 65 ਦੇ ਵਿੱਚ ਪੂਰਬ ਦੀ ਯਾਤਰਾ ਵੱਲ ਨੂੰ ਜਾਂਦੇ ਨੇ, ਅਤੇ 66 ਦੇ ਵਿੱਚ ਉਹ ਪ੍ਰਕਾਸ਼ ਜਿਹੜਾ ਹੋਣਾ ਉਹ ਸਾਬਤ ਹੁੰਦਾ। ਉਹ ਠੀਕ ਹੈ ਜਿਹੜਾ ਡੇਟ ਗੋਬਿੰਦ ਦਾਸ ਕੀ ਵਧਾਈ। ਹੋਰ ਵੀ ਬਹੁਤ ਸਾਰੀਆਂ ਨੇ ਇਸ ਤਰ੍ਹਾਂ ਦੀਆਂ ਕੰਟਰੋਵਰਸੀ ਜਿਹੜੀਆਂ ਹੋ ਜਾਂਦੀਆਂ ਨੇ। ਤੋ ਸਾਡੇ ਕੋਲ ਹੁਣ ਇਹਨਾਂ 'ਚ ਜਿਹੜੀ ਗੁਰੂ ਕੇ ਸਾਖੀਆਂ ਦੇ ਵਿੱਚ ਲਿਖਿਆ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਉੱਥੇ ਬੈਠਦੇ ਸਨ, ਜਿਹੜਾ ਆਪਣਾ ਤਖਤ ਕੇਸਗੜ੍ਹ ਸਾਹਿਬ 'ਤੇ ਬੈਠਦੇ ਸਨ। ਉਹ ਤਖਤ ਹੈ ਹੀ ਨਹੀਂ ਸੀ ਉਦੋਂ, ਉਹ ਤਖਤ ਕੇਸਗੜ੍ਹ ਸਾਹਿਬ 'ਤੇ ਬੈਠਦੇ ਸਨ। ਹੁਣ ਉਹ ਦੇ ਤਖਤ 'ਤੇ ਬੈਠ ਫਿਰ ਜਥੇਦਾਰ ਗੁਰੂ ਗੋਬਿੰਦ ਸਿੰਘ ਜੀ ਹੋ ਗਏ, ਮਤਲਬ ਕਿ ਤਖਤ ਦੇ ਪਹਿਲੇ ਜਥੇਦਾਰ। ਮਤਲਬ
ਕਈ ਸਮੱਸਿਆਵਾਂ ਆਉਣਗੀਆਂ ਸਾਡੇ ਲਈ ਨਾ। ਪੱਟ ਵਈਆਂ ਨੂੰ ਅਸੀਂ ਐਜ਼ ਇਟ ਇਜ਼ ਨਹੀਂ ਅਸੀਂ ਅਡਾਪਟ ਕਰ ਸਕਦੇ ਸਾਰਾ ਕੁਝ, ਬੜੀਆਂ ਪ੍ਰੋਬਲਮਸ ਆਉਣਗੀਆਂ ਸਾਡੇ ਲਈ। ਤਾਂ ਜਿੰਨੇ ਵੀ ਸੋਰਸ ਸਾਡੇ ਕੋਲ ਆਉਂਦੇ ਨੇ ਉਹ ਸਾਰੇ ਸੋਰਸ ਸਾਡੇ ਲਈ ਸਤਿਕਾਰਯੋਗ ਨੇ। ਸਾਡੇ ਕੋਲ ਨਵੇਂ ਤੋਂ ਨਵੇਂ ਸੋਰਸ ਆਉਣਗੇ, ਹੋਰ ਵੀ ਨਵੇਂ ਆਉਣਗੇ, ਜੋ ਨਵੀਆਂ ਪਰਤਾਂ ਖੁੱਲ੍ਹਣਗੀਆਂ। ਪਹਿਲਾਂ ਤਾਂ ਮੀਡੀਆ ਹੈ ਨਹੀਂ ਸੀਗਾ, ਲੋਕਾਂ ਨੇ ਬਹੁਤ ਸਾਰਿਆਂ ਨੇ ਸਾਨੂੰ ਲੱਭਣ ਜਾਣਾ ਪੈਂਦਾ ਸੀ, ਅਤੇ ਸਾਡੀ ਵੀ ਸਮਰੱਥਾ ਹੈ ਕਿ ਇੱਕ ਬੰਦਾ ਕਿੰਨੀ ਜਗ੍ਹਾ 'ਤੇ ਜਾ ਸਕਦਾ ਲੱਭਣ ਵਾਸਤੇ ਕੋਈ ਚੀਜ਼ ਨੂੰ। ਹੁਣ ਬਹੁਤ ਸਾਰਾ ਚੀਜ਼ ਸਾਡੇ ਕੋਲ ਨੈੱਟ 'ਤੇ ਅਵੇਲੇਬਲ ਹੈ, ਅਸੀਂ ਉਹਦੀ ਵੀ ਹੈਲਪ ਲੈ ਸਕਦੇ ਹਾਂ। ਮੈਂ ਨਹੀਂ ਕਹਿੰਦਾ ਕਿ ਡਿਪੈਂਡ ਕਰਨਾ ਪੂਰੀ ਤਰ੍ਹਾਂ ਨਾਲ, ਪਰ ਅਸੀਂ ਹੈਲਪ ਲੈ ਸਕਦੇ ਹਾਂ ਉਹ ਤੋਂ। ਕਿਸੇ ਨੇ ਕੋਈ ਚੀਜ਼ ਪਾਈ ਹੈ, ਅਸੀਂ ਹੈਲਪ ਲੈ ਸਕਦੇ ਹਾਂ, ਅਸੀਂ ਟੈਲੀਫੋਨ ਕਰਕੇ ਪੁੱਛ ਸਕਦੇ ਹਾਂ, ਉਸ ਬੰਦੇ ਨੂੰ ਮਿਲਣ ਜਾ ਸਕਦੇ ਹਾਂ ਕਿ ਭਾਈ ਤੇਰੇ ਕੋਲ ਸੋਰਸ ਕਿੱਥੋਂ ਆਇਆ। ਇਹ ਬੜੀਆਂ ਸਮੱਸਿਆਵਾਂ ਆਉਣਗੀਆਂ ਸਾਡੇ ਲਈ ਜੇ ਅਸੀਂ ਮਤਲਬ ਕਿ ਇਹਨਾਂ ਨੂੰ ਇੰਨਾ ਜਿਹੜਾ ਹੈ ਥੋੜ੍ਹਾ ਜਿਹਾ ਧਿਆਨ ਦੇ ਨਾਲ ਨਾ ਦੇਖਿਆ। ਪਰ ਫਿਰ ਵੀ ਇਹ ਇੰਪੋਰਟੈਂਟ ਸੋਰਸ ਨੇ ਸਾਡੇ ਲਈ। ਇਹਨਾਂ ਇੰਪੋਰਟੈਂਟ ਸੋਰਸਿਸ ਦੇ ਵਿੱਚੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸਾਡੇ ਨਾਲ ਰਿਲੇਟਡ ਹੈ ਪੋਰਸ਼ਨ, ਉਹਨੂੰ ਅਸੀਂ ਕਦੇ ਵੀ ਨਿਗੇਟ ਨਹੀਂ ਕਰ ਸਕਦੇ। ਉਹ ਸਾਡੇ ਲਈ ਹਮੇਸ਼ਾ ਠੀਕ ਰਹੇਗਾ। ਫਿਰ ਵੀ ਜਿੱਥੇ ਜਿੱਥੇ ਸਾਨੂੰ ਪ੍ਰੋਬਲਮ ਆਉਂਦੀ ਨੇ ਉੱਥੇ ਅਸੀਂ ਸਾਡੇ ਵਿਦਵਾਨਾਂ ਨੇ ਆਪ ਹੀ ਉਹਨੂੰ ਪਾਸੇ ਕਰ ਦਿੱਤੇ ਸਾਡੇ ਸੋਰਸ। ਅਤੇ ਇਹਦੇ ਨਾਲ ਹੀ ਜਿਹੜਾ ਦੂਜਾ ਪਰਚਾ ਡਾਕਟਰ ਜਗਮੋਹਨ ਸਿੰਘ ਜੀ ਨੇ ਪੜ੍ਹਿਆ, ਨਾਸ਼ਮਾਨਤਾ ਦੀ ਗੱਲ ਕੀਤੀ। ਨਾਸ਼ਮਾਨਤਾ 'ਤੇ ਸਿੱਧੇ ਤੌਰ 'ਤੇ ਜਿਹੜੀ ਨਾ ਗੱਲ ਜਿਹੜੀ ਆਉਂਦੀ ਹੈ ਕਿ ਦੁਨੀਆ ਦੇ ਵਿੱਚ ਸਿਰਫ ਅਕਾਲ ਪੁਰਖ ਹੀ ਹੈ ਜਿਹੜਾ ਇਟਰਨਲ ਹੈ, ਸਦੀਵੀ ਰਹਿਣ ਵਾਲਾ ਹੈ, ਬਾਕੀ ਹਰ ਚੀਜ਼ ਨਾਸ਼ਵਾਨ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ ਕਈ ਜਗ੍ਹਾ ਸਾਨੂੰ ਹਵਾਲੇ ਮਿਲ ਜਾਂਦੇ ਨੇ। ਪਰ ਜਦੋਂ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਇਹ ਜਗ ਸੱਚੇ ਕੀ ਹੈ ਕੋਟੜੀ, ਸੱਚੇ ਕਾ ਵਿੱਚ ਵਾਸ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਤਾਂ ਇਹ ਰਿਸਪੌਂਡ ਵੀ ਕਰ ਰਹੇ ਨੇ ਇੱਕ ਕੰਟੈਂਪਰਰੀ ਇੰਡੀਅਨ ਟਰਡੀਸ਼ਨਸ ਨੂੰ, ਜਿਹਦੇ ਵਿੱਚ ਇਹ ਕਹਿ ਦਿੱਤਾ ਗਿਆ ਸੀ ਕਿ ਜਗਤ ਮਿੱਥਿਆ, ਬ੍ਰਹਮ ਸਤਿਅਮ ਜਗਤ ਮਿੱਥਿਆ। ਜਦੋਂ ਇਹ ਪਤਾ ਲੱਗ ਜਾਏ ਕਿ ਜਗਤ ਮਿੱਥਿਆ ਹੈ, ਜਗਤ ਝੂਠ ਹੈ, ਤਾਂ ਲੋਕੀ ਸੰਨਿਆਸੀ ਬਣਨੇ ਸ਼ੁਰੂ ਹੋਏ ਸੀ। ਅਤੇ ਇੱਕ ਸੰਨਿਆਸ ਦੀ ਬੜੀ ਵੱਡੀ ਟਰਡੀਸ਼ਨ ਇਸ ਮੁਲਕ ਦੇ ਵਿੱਚ ਪੈਦਾ ਹੋਈ ਸੀ। ਅਤੇ ਅੱਜ ਜੇ ਸੰਨਿਆਸ ਦੀ ਉਹ ਟਰਡੀਸ਼ਨ ਕਾਇਮ ਰਹਿੰਦੀ ਹੁਣ ਤੱਕ, ਅਤੇ ਸਾਡੇ ਕੋਲ ਨਾ ਤਾਂ ਹੁਣ ਜੰਗਲ ਨੇ ਇਹੋ ਜਿਹੇ, ਅਤੇ ਨਾ ਸਾਡੇ ਕੋਲ ਉਸ ਤਰ੍ਹਾਂ ਦਾ ਸਾਰਾ ਕੁਝ ਸੈਟਅਪ ਹੈਗਾ ਜਿਸ ਤਰ੍ਹਾਂ ਦਾ ਉਸ ਵਕਤ ਸੀਗਾ। ਉਦੋਂ ਪਾਪੂਲੇਸ਼ਨ ਘੱਟ ਹੁੰਦੀ ਸੀ। ਸੰਨਿਆਸ ਸ਼ਬਦ ਜਿਹੜਾ ਹੈ ਸਾਡਾ ਜੋ ਆਇਆ, ਉਹਨੂੰ ਬਿਲਕੁਲ ਰਿਫਿਊਟ ਕੀਤਾ ਹੈ ਗੁਰੂ ਸਾਹਿਬ ਨੇ, ਜਿਸ ਉਹ ਸੈਂਸ ਦੇ ਵਿੱਚ ਆਇਆ ਹੈ। ਇੱਥੇ ਸੰਨਿਆਸਾ ਸ਼ਬਦ ਜੋ ਵਰਤੇ ਰਹੇ ਨੇ ਗੁਰੂ ਸਾਹਿਬ, ਰੇਮਨ ਐਸੋਕਾਰ ਸੰਨਿਆਸਾ, ਉਹਦੇ ਸੰਨਿਆਸ ਦੀ ਡੈਫੀਨੇਸ਼ਨ ਬਦਲ ਰਹੇ ਨੇ। ਇਸੇ ਤਰੀਕੇ ਹੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਸਾਡੇ ਕੁਝ ਵਿਦਵਾਨਾਂ ਨੇ ਇਹ ਕਹਿ ਦਿੱਤਾ ਗਿਆ ਕਿ ਬਾਣੀ ਵੈਰਾਗਮਈ ਹੈ, ਇਹ ਉਦਾਸ ਭਾਵਨਾ ਪੈਦਾ ਕਰਦੀ ਹੈ। ਹੁਣ ਇਹ ਸ਼ਬਦਾਵਲੀ ਹੈਗੀ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ। ਹੁਣ ਉਦਾਸ ਸ਼ਬਦ ਜਦੋਂ ਅਸੀਂ ਵਰਤਦੇ ਹਾਂ, ਉਦਾਸ ਸ਼ਬਦ ਵਰਤਦੇ ਹਾਂ ਅਸੀਂ, ਤਾਂ ਉਦਾਸ ਸ਼ਬਦ 'ਤੇ 4 ਫਾਰਮ ਦੇ ਵਿੱਚ ਸਾਡੇ ਕੋਲ ਆਉਂਦਾ ਹੈ ਸਿੱਖ ਪਰੰਪਰਾ ਦੇ ਵਿੱਚ। ਉਦਾਸ ਸ਼ਬਦ ਜਿਹੜਾ ਹੈ ਉਹ ਜਿਹੜਾ ਉਦਾਸੀ ਸ਼ਬਦ ਆ, ਉਹ ਉਦਾਸੀ ਸ਼ਬਦ ਨਾਲ ਵੀ ਆਉਂਦਾ ਹੈ। ਉਦਾਸੀ 4 ਸ਼ਬਦਾਂ 'ਚ ਆਉਂਦਾ ਹੈ, ਵੀ ਇੱਕ ਪਹਿਰਾਵੇ ਦੇ ਰੂਪ 'ਚ ਆਇਆ, ਪਹਿਰਾਵਾ ਕਿ ਬਾਬੇ ਮਤਲਬ ਕਿ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਇੱਕ ਯਾਤਰਾ ਦੇ ਰੂਪ 'ਚ ਆ ਗਿਆ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਉੱਥੇ ਭੇਖ ਦੇ ਰੂਪ 'ਚ ਆ ਗਿਆ। ਉਦਾਸੀ ਚਿੰਤਾ ਦੇ ਰੂਪ 'ਚ ਵੀ ਆਉਂਦਾ ਹੈ, ਉਦਾਸੀ ਨਿਰਲੇਪਤਾ ਦੇ ਰੂਪ 'ਚ ਵੀ ਆਉਂਦਾ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਮਤਲਬ ਸ਼ਬਦਾਵਲੀ ਜਿਹੜੀ ਹੈ ਸਾਡੀ ਕੋਲ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਜੋ ਸਮਝਣਾ ਹੈ, ਦੇਖਣਾ ਹੈ, ਤਾਂ ਅਸੀਂ ਕੰਟੀਨਿਊਟੀ 'ਚ ਰੱਖ ਕੇ ਦੇਖਣਾ ਸੀ ਇਸ ਬਾਣੀ ਨੂੰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕੰਟੀਨਿਊਟੀ ਦੇ ਵਿੱਚ ਰੱਖ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਦੇਖਣਾ। ਮਤਲਬ ਕਿ ਸ਼ਬਦ ਰਤੇ ਸੇ ਬੈਰਾਗੀ, ਇਹ ਗੁਰੂ ਅਮਰਦਾਸ ਜੀ ਦੀ ਬਾਣੀ, ਕਿਹੜਾ ਸ਼ਬਦ ਨਾਲ ਰਤਿਆ ਹੋਇਆ ਹੈ ਉਹ ਬੈਰਾਗੀ ਹੈ, ਦਰਅਸਲ ਸ਼ਬਦ ਨਾਲ ਜੁੜਿਆ ਹੈ ਜਿਹੜਾ। ਮਤਲਬ ਇਸ ਰੂਪ ਦੇ ਵਿੱਚ ਦੇਖਣ ਦੀ ਲੋੜ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹਦਾ ਮੂਲ ਭਾਵ ਕੀ ਹੈ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਹੀ ਕੰਟੀਨਿਊਟੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ। ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਨੂੰ ਆਈਸੋਲੇਸ਼ਨ 'ਚ ਰੱਖ ਕੇ ਦੇਖਦੇ ਹਾਂ, ਫਿਰ ਸਮੱਸਿਆ ਆ ਸਕਦੀ ਹੈ ਸਾਡੇ ਲਈ। ਜਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਦੇਖਣਾ ਤਾਂ ਇਨ ਟੋਟੈਲਿਟੀ ਦੇਖਣਾ ਪਏਗਾ ਸਾਨੂੰ। ਟੋਟੈਲਿਟੀ ਜਿਹੜੀ ਹੈ ਕਿ ਗੁਰੂ ਸਾਹਿਬ ਦੀ ਬਾਣੀ ਕੰਪਲੀਟ ਫਾਰਮ ਦੇ ਵਿੱਚ ਮਨੁੱਖ ਨੂੰ ਦੱਸਦੀ ਹੈ ਕਿ ਮਨੁੱਖ ਦਾ ਜੀਵਨ ਕਿੱਥੋਂ ਸ਼ੁਰੂ ਹੁੰਦਾ ਹੈ ਅਤੇ ਉਹਦੀ ਅਖੀਰ ਕੀ ਹੈ। ਅਸੀਂ ਇੱਕ ਪੰਕਤੀ ਅਕਸਰ ਵਰਤਦੇ ਹਾਂ, ਭੈ ਕਾਹੂ ਕੋ ਦੇ ਦੇਣਾ ਨੈ ਭੈ ਮਨ ਧਿਆਨ, ਕਹੋ ਨਾਨਕ ਸੁੰਦਰ ਰਮਣਾ ਗਿਆਨੀ ਤਾਹੇ ਬਖਾਨ। ਇਹ ਸਿਖਰ ਹੈ, ਇਹ ਸਿਖਰ ਹੈ। ਸਿਖਰ ਤੱਕ ਪਹੁੰਚਣਾ ਕਿਵੇਂ ਹੈ? ਪੂਰੀ ਬਾਣੀ ਦੇ ਵਿੱਚ ਉਹਦੀ ਇੰਟਰਪ੍ਰੀਟੇਸ਼ਨ ਦਿੱਤੀ ਹੋਈ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਹੀ।
ਉਹ ਬਾਣੀ ਜਿਹੜੀ 57 ਸ਼ਲੋਕ ਨੇ, 59 ਸ਼ਬਦ ਨੇ, ਉਸ ਬਾਣੀ ਦੇ ਵਿੱਚ ਪੂਰੀ ਦੀ ਪੂਰੀ ਹੈ ਕਿ ਅਬ ਮੈਂ ਕੌਣ ਉਪਾਉ ਕਰੂੰ, ਜੀਵਤ ਮਨ ਕੋ ਸੰਸਾ ਚੁਕੇ ਭਉ ਨਿਧ ਪਾਰ ਪਰੂੰ। ਇੱਕ ਜਨਮ ਪਾਏ ਕਛ ਭੜੋ ਨਾ ਕੀਨੋ ਤਾਤੇ ਦਿਕ ਡਰੂੰ, ਮਨ ਬਚ ਕਰਮ ਹਰ ਗੁਣ ਨਹੀਂ ਗਾਏ ਜੈ ਜੀ ਸੋਚ ਤਰੂੰ, ਗੁਰਮੁਖ ਸੁਨ ਕੁਛ ਗਿਆਨ ਨਾ ਉਪਜਿਓ ਪਸ਼ੂ ਜੀ ਉਦਰ ਭਰੋ। ਮਤਲਬ ਇਹ ਇੱਕ ਪਛਤਾਤਾਪ ਵੀ ਕਰਨਾ ਮਨੁੱਖ ਨੇ। ਜਦ ਤੱਕ ਮਨ ਦੇ ਵਿੱਚ ਪਛਤਾਤਾਪ ਪੈਦਾ ਨਹੀਂ ਹੁੰਦਾ ਉਦੋਂ ਤੱਕ ਪ੍ਰੋਗਰੈਸ਼ਨ ਨਹੀਂ ਹੋਣੀ ਹੈ। ਪ੍ਰੋਗਰੈਸ਼ਨ ਕਰਨ ਦੇ ਲਈ ਪਛਤਾਤਾਪ ਬਹੁਤ ਜ਼ਰੂਰੀ ਹੈ। ਅਤੇ ਉਸੇ ਵਿੱਚੋਂ ਹੀ ਪਛਤਾਤਾਪ ਦੇ ਵਿੱਚੋਂ ਹੀ ਜਦੋਂ ਵਿਅਕਤੀ ਪਰਮਾਤਮਾ ਨਾਲ ਜੁੜਦਾ ਹੈ, ਫਿਰ ਉੱਥੇ ਵੀ ਦੱਸਿਆ ਗਿਆ ਕਿ ਜੰਗਲ ਦੇ ਵਿੱਚ ਨਹੀਂ ਜਾਣਾ, ਸੰਨਿਆਸ ਨਹੀਂ ਧਾਰਨ ਕਰਨਾ। ਫਿਰ ਉਹ ਖੀਰ ਹੈ ਜਿਹੜੀ ਹੈ, ਉਹ ਜਿਹੜੀ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਆਉਂਦੀ ਹੈ ਕਿ ਜਿਹਦੇ ਵਿੱਚ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ, ਨੈ ਨਿੰਦਿਆ ਨਾ ਉਸ ਤੋਂ। ਇਹ ਸਿਖਰ ਹੈ ਗੁਰੂ ਸਾਹਿਬ ਦੀ ਆਈਡੀਅਲਸ ਦੀ ਸਿਖਰ ਹੈ। ਇਹ ਗੁਰੂ ਸਾਹਿਬ ਦੇ ਸ਼ਬਦਾਵਲੀ ਜਿਹੜੀ ਇਹ ਸ਼ਬਦ ਨੇ ਗੁਰੂ ਸਾਹਿਬ ਦੇ, ਮਤਲਬ ਸਾਨੂੰ ਇੱਕ ਨਿਰੰਤਰਤਾ ਵਿੱਚ ਰੱਖਦੀ ਹੈ ਗੁਰੂ ਸਾਹਿਬ ਦੀ ਬਾਣੀ ਕਿ ਕਿੱਥੋਂ ਸ਼ੁਰੂ ਹੋਇਆ ਮਨੁੱਖ ਕਿ ਫਿਰ ਅਖੀਰ ਦੇ ਵਿੱਚੋਂ ਕਿੱਥੇ ਤੱਕ ਆਉਣਾ ਉਹਨੇ। ਉਸੇ ਦ੍ਰਿਸ਼ਟੀ ਤੋਂ ਹੀ ਜਦੋਂ ਅਸੀਂ ਅੱਜ ਦਾ ਇਹ ਵੈਬੀਨਾਰ ਸੈਮੀਨਾਰ ਯੂਜ਼ ਕੀਤਾ, ਉਹਦਾ ਜੋ ਟਾਈਟਲ ਇਹ ਰੱਖਿਆ ਸੀ, ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਇਸ ਤੋਂ ਇਲਾਵਾ ਗੁਰੂ ਸਾਹਿਬ ਨੂੰ ਜਗਤ ਦੀ ਚਾਦਰ ਵੀ ਕਿਹਾ ਗਿਆ, ਸਾਡੇ ਸਰੋਤਾਂ 'ਚ ਧਰਮ ਦੀ ਚਾਦਰ ਵੀ ਕਿਹਾ ਗਿਆ, ਤਿਲਕ ਜੰਜੂ ਦੇ ਰਾਖੇ ਵੀ ਕਿਹਾ ਗਿਆ, ਮਨੁੱਖੀ ਅਧਿਕਾਰਾਂ ਦੇ ਰਾਖੇ ਵੀ ਕਿਹਾ ਗਿਆ, ਹੋਰ ਵੀ ਬੜਾ ਕੁਛ ਗੁਰੂ ਸਾਹਿਬ ਦੇ ਬਾਰੇ 'ਚ ਇਹ ਮਤਲਬ ਕਿ ਇਸ ਤਰ੍ਹਾਂ ਦੇ ਸੋਰਸ ਸਾਨੂੰ ਮਿਲ ਜਾਂਦੇ ਨੇ। ਪਰ ਇਹ ਗੁਰੂ ਸਾਹਿਬ ਦੇ ਪ੍ਰਕਾਸ਼ ਨਾਲ ਸਿੱਧੇ ਤੌਰ 'ਤੇ ਪੰਕਤੀ ਹੈ ਕਿ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਤਾਂ ਸਾਰੇ ਜਗਤ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਉਹਨਾਂ ਦੇ ਗੁਰੂ ਸਾਹਿਬ ਦੇ ਆਉਣ ਦੇ ਨਾਲ ਉਹਨਾਂ 'ਤੇ ਕਾਬੂ ਪਾਉਣ ਦਾ ਇੱਕ ਮਾਰਗ ਦਰਸ਼ਨ ਪ੍ਰਾਪਤ ਹੋਇਆ। ਗੁਰੂ ਸਾਹਿਬ ਸਵੇਰੇ ਵੀ ਗੱਲ ਹੋਈ ਸੀ ਕਿ ਡਾਇਵਰਸਿਟੀ ਨੂੰ ਗੁਰੂ ਸਾਹਿਬ ਨੇ ਜਿਹੜਾ ਹੈ ਉਹਨੂੰ ਵਾਇਲੇਟ ਨਹੀਂ ਹੋਣ ਦਿੱਤਾ। ਸ਼ਹਾਦਤ ਦੇ ਬਾਰੇ ਗੱਲ ਕਰਕੇ ਜਿਹੜੀ ਹੈ ਮੈਂ ਆਪਣੀ ਗੱਲ ਜਿਹੜੀ ਹੈ ਉਹ ਸਮਾਪਤ ਕਰਨੀ ਹੈ। ਗੁਰੂ ਸਾਹਿਬ ਪਰਮਾਤਮਾ ਨਾਲ ਜੁੜੇ ਹੋਏ ਨੇ, ਪਰਮਾਤਮਾ ਨਾਲ ਜੁੜੇ ਹੋਏ ਨੇ ਅਤੇ ਪਰਮਾਤਮਾ ਦੇ ਨਿਯਮ ਦੇ ਵਿੱਚ ਜਦੋਂ ਕੋਈ ਵਿਘਨ ਪਾਉਂਦਾ ਤਾਂ ਫਿਰ ਗੁਰੂ ਸਾਹਿਬ ਇੰਟਰਵੀਨ ਕਰਦੇ ਨੇ ਪਰਮਾਤਮਾ ਦੇ ਨਿਯਮ ਦੇ ਵਿੱਚ। ਉਸ ਤੋਂ ਪਹਿਲਾਂ ਕਿਸੇ ਨੂੰ ਕੁਝ ਨਹੀਂ। ਪਰਮਾਤਮਾ ਦਾ ਨਿਯਮ ਕਿ ਡਾਇਵਰਸਿਟੀ ਦਾ, ਕਿ ਜੋ ਪੈਦਾ ਕੀਤਾ ਸਭ ਕੁਝ ਡਾਇਵਰਸਿਟੀ ਦੇ ਵਿੱਚ। ਜਦੋਂ ਬਾਦਸ਼ਾਹ ਡਾਇਵਰਸਿਟੀ ਨੂੰ ਖਤਮ ਕਰਨ ਦਾ ਯਤਨ ਕਰਦਾ ਹੈ ਫਿਰ ਗੁਰੂ ਸਾਹਿਬ ਇੰਟਰਵੀਨ ਕਰਦੇ ਨੇ। ਉਹਨਾਂ ਲਈ ਹਿੰਦੂ ਵੀ ਆਪਣੇ ਨੇ, ਉਹਨਾਂ ਲਈ ਮੁਸਲਮਾਨ ਵੀ ਆਪਣੇ ਨੇ, ਉਹਨਾਂ ਲਈ ਕੋਈ ਬੇਗਾਨਾ ਨਹੀਂ ਹੈ, ਸਾਰੇ ਆਪਣੇ ਨੇ ਗੁਰੂ ਸਾਹਿਬ ਦੇ। ਪਰ ਜਦੋਂ ਕੋਈ ਵਾਇਲੇਟ ਕਰੇਗਾ ਫਿਰ ਗੁਰੂ ਸਾਹਿਬ ਇੰਟਰਵੀਨ ਕਰਦੇ ਨੇ। ਅਤੇ ਜੋ ਉਸ ਵਕਤ ਮੁਸਲਮਾਨ ਆ ਜਾਂਦੇ ਕਿ ਸਾਡੇ ਸ਼ੀਆ ਫਿਰਕੇ ਦੇ ਲੋਕ ਨੇ ਜਿਨ੍ਹਾਂ ਨੂੰ ਕਬਰਾਂ 'ਤੇ ਚਾਦਰ ਚੜ੍ਹਾਉਣ ਨਹੀਂ ਦਿੱਤੇ ਜਾ ਰਹੇ, ਦੀਵੇ ਨਹੀਂ ਜਗਾਉਣ ਦਿੱਤੇ ਜਾ ਰਹੇ, ਸਾਡੀ ਵੀ ਬਾਂਹ ਫੜੋ ਜੀ। ਅਤੇ ਨਿਸ਼ਚਿਤ ਰੂਪ ਦੇ ਵਿੱਚ ਗੁਰੂ ਸਾਹਿਬ ਉਹਨਾਂ ਦੀ ਬਾਂਹ ਵੀ ਫੜਦੇ, ਕਿਉਂਕਿ ਗੁਰੂ ਸਾਹਿਬ ਨੇ ਤਾਂ ਡਾਇਵਰਸਿਟੀ ਨੂੰ ਐਕਸੈਪਟ ਕੀਤਾ ਅਤੇ ਡਾਇਵਰਸਿਟੀ ਨੂੰ ਹੀ ਜਿਹੜਾ ਹੈ ਅੱਗੇ ਇਹਨੂੰ ਕੰਟੀਨਿਊਟੀ ਦੇ ਵਿੱਚ ਰੱਖਣਾ, ਕਿਉਂਕਿ ਰੱਬੀ ਨਿਯਮ ਹੈ, ਰੱਬ ਦੇ ਨਾਲ ਜੁੜੇ ਹੋਏ ਨੇ। ਅਤੇ ਉਸੇ ਦ੍ਰਿਸ਼ਟੀ ਤੋਂ ਹੀ ਅਸੀਂ ਗੁਰੂ ਸਾਹਿਬ ਨੂੰ ਯਾਦ ਕਰਦੇ ਹਾਂ ਕਿ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਗੁਰੂ ਸਾਹਿਬ ਨੇ ਜਦੋਂ ਇਲਾਕੇ 'ਚ ਗਏ ਨੇ, ਕਈ ਜਗ੍ਹਾ ਤੁਹਾਨੂੰ ਮਿਲ ਜਾਣਗੇ ਜਦੋਂ ਗੁਰਦੁਆਰੇ ਨੂੰ ਯਾਤਰਾ ਕਰਦੇ ਹਾਂ, ਕਿੱਥੇ ਕਿਤੇ ਖੂਹ ਲਵਾਏ ਨੇ ਗੁਰੂ ਸਾਹਿਬ, ਕਿੱਥੇ ਕਿਤੇ ਛੱਪੜ ਸਾਫ਼ ਕਰਵਾਏ ਨੇ, ਕਿੱਥੇ ਕੁਛ ਗਾਵਾਂ ਵੀ ਦਾਨ ਕੀਤੀਆਂ ਨੇ ਕਈ ਜਗ੍ਹਾ 'ਤੇ। ਮਤਲਬ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਗੁਰੂ ਸਾਹਿਬ ਦੇ ਜੀਵਨ ਨਾਲ ਜੁੜੀਆਂ ਹੋਈਆਂ ਨੇ, ਅਸੀਂ ਉਹਨਾਂ ਨੂੰ ਵੀ ਹਾਈਲਾਈਟ ਕਰਨਾ ਅੱਗੇ। ਇਕੱਲੀ ਇੱਕ ਸ਼ਹਾਦਤ ਦੀ ਗੱਲ ਹੈ, ਉਹ ਸਿਖਰ ਹੈ ਗੁਰੂ ਸਾਹਿਬ ਦੇ ਲਾਈਫ ਦੀ, ਸਿਖਰ ਹੈ। ਉਹ ਸਿਖਰ ਤੋਂ ਪਹਿਲਾਂ ਜੋ ਕੁਝ ਚੱਲ ਰਿਹਾ ਗੁਰੂ ਸਾਹਿਬ ਦੀ ਲਾਈਫ ਦੇ ਵਿੱਚ, ਉਹਨੂੰ ਵੀ ਅਸੀਂ ਨਾਲ ਲੈ ਕੇ ਚੱਲੋ, ਉਹਨੂੰ ਵੀ ਹਾਈਲਾਈਟ ਕਰਨ ਦੀ ਲੋੜ ਹੈ ਸਾਨੂੰ ਕਿ ਗੁਰੂ ਸਾਹਿਬ ਨੇ ਜੀਵਨ ਦੇ ਵਿੱਚ ਕਿਹੜੇ ਕਿਹੜੇ ਪਰਉਪਕਾਰ ਦੇ ਕਾਰਜ ਕੀਤੇ ਨੇ। ਆਮ ਲੋਕਾਂ ਨੂੰ ਕਿਸ ਤਰ੍ਹਾਂ ਸਮਝਾਇਆ, ਜਾ ਕੇ ਪਿੰਡ ਪਿੰਡ ਜਾ ਕੇ ਸਮਝਾਇਆ, ਬਿਹਾਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਬੰਗਲਾਦੇਸ਼ ਜਾਣ ਦਾ ਮੌਕਾ ਮਿਲਿਆ, ਉੱਥੇ ਕਿਸ ਤਰ੍ਹਾਂ ਦੀ ਪਰੰਪਰਾਵਾਂ ਨੇ ਲੋਕਾਂ ਦੇ ਵਿੱਚ, ਉਹ ਦੇਖਣ ਦਾ ਮੌਕਾ ਮਿਲਿਆ। ਇਹ ਕਹਿ ਰਹੇ ਸੀ ਬਾਬਾ ਜੀ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ, ਸਾਡੇ ਡਾਕਟਰ ਅਰਵਿੰਦ ਰਿਤੂਰਾਜ ਜੀ, ਮੈਂ ਜਦੋਂ ਬਿਹਾਰ ਦੇ ਵਿੱਚ ਗਿਆ ਤਾਂ ਉੱਥੇ 2-3 ਗੱਲਾਂ ਜਿਹੜੀਆਂ ਮੇਰੇ ਨਿਗਾਹ 'ਚ ਆਈਆਂ। ਇੱਕ ਤਾਂ ਇਹ ਹੈ ਕਿ ਉੱਥੇ ਗੁਰੂ ਤੇਗ ਬਹਾਦਰ ਜੀ ਪਿਤਾ ਜੀ ਨੇ, ਕਿਸੇ ਨੂੰ ਪੁੱਛ ਲਓ ਬਿਹਾਰ ਦੇ ਵਿੱਚ ਗੁਰਦੁਆਰੇ ਦੇ ਨੇੜੇ ਜਿਹੜੇ ਰਹਿੰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਕੌਣ ਨੇ? ਪਿਤਾ ਜੀ ਨੇ। ਗੁਰੂ ਗ੍ਰੰਥ ਸਾਹਿਬ ਬੜੇ ਸਾਹਿਬ ਨੇ, ਬੜੇ ਸਾਹਿਬ ਨੇ ਜਿਨ੍ਹਾਂ ਦੀ ਆਗਿਆ ਤੋਂ ਬਿਨਾਂ ਕੰਮ ਨਹੀਂ ਕਰਨਾ ਹੈ, ਕੋਈ ਪੁੱਛੇ ਬਿਨਾਂ ਕੰਮ, ਹੁਕਮ ਲੈਣਾ ਉਹਨਾਂ ਦਾ, ਆਗਿਆ ਲੈਣੀ ਹੈ। ਅਤੇ ਹਰ ਸਿੱਖ ਬੱਚੇ, ਛੋਟਾ ਬੱਚਾ ਜਿਹੜਾ ਹੈ ਉਹ ਵੀ ਆਪਣੇ ਨਾਂ ਨਾਲ ਸਰਦਾਰ ਲਾਉਂਦਾ ਹੈ। ਕਿਸੇ ਨੂੰ ਪੁੱਛ ਲਓ ਕੀ ਨਾਂ ਤੇਰਾ? ਮੇਰਾ ਸਰਦਾਰ ਫਲਾਣਾ ਸਿੰਘ, ਸਰਦਾਰ ਫਲਾਣਾ ਸਿੰਘ, ਸਰਦਾਰ ਫਲਾਣਾ। ਪਰ ਇਹ ਮਾਣ ਮਹਿਸੂਸ ਕਰਦੇ ਕਿ ਗੁਰੂ ਸਾਹਿਬ ਨੇ ਸਾਨੂੰ ਸਰਦਾਰੀਆਂ ਬਖਸ਼ੀਆਂ ਨੇ, ਇਹ ਇਸ ਗੱਲ 'ਤੇ ਮਾਣ ਮਹਿਸੂਸ ਕਰਦੇ ਨੇ। ਅਤੇ ਉਸੇ ਦ੍ਰਿਸ਼ਟੀ ਤੋਂ ਗੁਰੂ ਸਾਹਿਬ ਦੀ ਜਿਸ ਤਰ੍ਹਾਂ ਪਰੰਪਰਾ ਮੈਂ ਬਿਹਾਰ ਦੇ ਵਿੱਚ ਦੇਖੀ, ਜਾ ਕੇ ਯੂਪੀ 'ਚ ਦੇਖੀ ਜਾਂ ਪਰੇ ਦੇਖੀ
ਕਿ ਗੁਰੂ ਸਾਹਿਬ ਨੂੰ ਕਿਵੇਂ ਲੋਕੀ ਜਿਹੜਾ ਹੈ ਸਤਿਕਾਰ ਕਰਦੇ ਨੇ, ਸ਼ਰਧਾ ਭੇਟ ਕਰਦੇ ਨੇ। ਸ਼ਾਇਦ ਸਾਡੇ ਮਨ 'ਚ ਉਸ ਤਰ੍ਹਾਂ ਦੀ ਨਾ ਹੋਵੇ ਇੱਧਰ ਬੈਠਿਆਂ ਦੀ, ਜਿਸ ਤਰ੍ਹਾਂ ਦੀ ਉਹਨਾਂ ਲੋਕਾਂ ਦੇ ਵਿੱਚ ਹੈਗੀ ਹੈ। ਅਤੇ ਉਸੇ ਦ੍ਰਿਸ਼ਟੀ ਤੋਂ ਸਾਨੂੰ ਗੁਰੂ ਸਾਹਿਬ ਦੀ ਬਾਇਓਗ੍ਰਾਫੀ ਨੂੰ ਅਤੇ ਉਹਨਾਂ ਦੀ ਬਾਣੀ ਨੂੰ ਇਕੱਠੇ ਰੱਖ ਕੇ, ਇਕੱਠੇ ਕਰਕੇ ਜਿਹੜਾ ਹੈ ਉਹ ਪੇਸ਼ ਕਰਨ ਦੀ ਲੋੜ ਹੈ। ਅਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਆਪ ਸਭ ਦਾ ਸ਼ੁਕਰਗੁਜ਼ਾਰ ਹਾਂ, ਬਾਬਾ ਜੀ ਦਾ, ਗਿਆਨੀ ਮੀਰ ਸਿੰਘ ਜੀ ਦਾ, ਡਾਕਟਰ ਸਰਬਜਿੰਦਰ ਸਿੰਘ ਜੀ ਦਾ, ਅਤੇ ਮੇਰੇ ਸਾਥੀਆਂ ਦਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਕੁਝ ਗੱਲਾਂ ਕਰਨ ਦਾ ਮੌਕਾ ਬਖਸ਼ਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਵੈਰੀ ਮੱਚ ਡਾਕਟਰ ਪਰਮਵੀਰ ਜੀ, ਬਹੁਤ ਬਹੁਤ ਧੰਨਵਾਦ। ਬਾਬਾ ਜੀ ਨੂੰ ਬੇਨਤੀ ਹੈ ਕਿ ਵਿਦਵਾਨ ਦੋਸਤਾਂ ਨੂੰ ਅਸੀਂ ਸਨਮਾਨਿਤ ਕਰਨਾ ਹੈ, ਉਹ ਸਟੇਜ 'ਤੇ ਆਉਣ। ਡਾਕਟਰ ਰਿਤੂਰਾਜ ਜੀ, ਸੋ ਸ੍ਰੀ ਅਕਾਲ। ਡਾਕਟਰ ਤਜਿੰਦਰ, ਡਾਕਟਰ ਜਗਮੋਹਨ, ਡਾਕਟਰ ਪਰਮਵੀਰ ਜੀ, ਡਾਕਟਰ ਸੁਖਦੇਵ ਸਿੰਘ, ਡਾਕਟਰ ਜਗਜੀਤ ਸਿੰਘ, ਅੰਗਤਪਾਲ ਸਿੰਘ, ਸਤਿ ਸ੍ਰੀ ਅਕਾਲ। आजा जंगल बस। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਇਸ ਵਿਸ਼ੇਸ਼ ਸੈਮੀਨਾਰ ਵਿੱਚ ਸਵੇਰ ਤੋਂ ਹਾਜ਼ਰੀ ਭਰ ਰਹੇ ਹੋ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ। ਇਸ ਅੰਤਰਿਮ ਸੈਸ਼ਨ ਵਿੱਚ ਡਾਕਟਰ ਅਰਵਿੰਦ ਰਿਤੂਰਾਜ ਜੀ और डॉक्टर तेजेंद्र सिंह जी, डॉक्टर शाह जगमोहन सिंह जी और डॉक्टर परमवीर सिंह जी, जिन्हों ने आप जी नूं विचार साझे किए ने आप जी नाल। और इस सारे सैमीनार नूं साडे सत्कारयोग डॉक्टर सरबजिंदर सिंह होरां ने बड़ी खूबसूरती नाल डायरैक्ट किया है। और डॉक्टर साहब ये इस 400 साल गुरु साहब जी के प्रकाश पुरब का ये सैमीनार आखिरी नहीं है, सगों पहला है। तो गुरु साहब मेहर करन आप वध तो वध, क्योंकि एक इच्छा हुंदी है विद्वान सज्जन आउण, कथा कीर्तन तां असीं करदे हैं, जिहड़ा कि गुरुद्वारे साहिबाना का तुरा हुंदा है। तो इस स्थान विच असीं स्कॉलरां नूं बुला के साडे ਗਿਆਨੀਆਂ ने भी अज आउणा सी, पर असीं क्या भी उन्होंने कथा वेले ही सद्दांगे। अज असीं सारे डॉक्टर साहबान तो ही विचार श्रवण करने ने,
ਸਾਡਾ ਇੱਕ ਬੱਚਾ ਹੈ ਛੋਟਾ, ਉਹ ਵੀ ਤਿਆਰੀ ਕਰੀ ਫਿਰਦਾ, ਕਹਿੰਦੇ ਵੀ ਇੰਨੇ ਡਾਕਟਰ ਆਏ ਨੇ ਤੇ ਇੱਕ ਬਣੀਦਾ ਕਿਵੇਂ ਹੈ ਡਾਕਟਰ। ਮੈਂ ਕਾਕਾ ਪੜ੍ਹਨ ਤੋਂ ਬਾਅਦ ਡਾਕਟਰ ਬਣੀਦਾ। ਇਹ ਮਾਲਕ ਦੀ ਕਿਰਪਾ ਹੈ। ਬਾਬਾ ਜੀ ਨੇ ਬਹੁਤ ਵੱਡਾ ਪਰਉਪਕਾਰ ਕੀਤਾ। ਗੁਰਮਤਿ ਨੂੰ ਅਕਾਦਮਿਕ ਤੌਰ 'ਤੇ ਸਮਝਣ, ਪੜ੍ਹਨ, ਜਾਣਨ ਦੀ ਇੱਛਾ, ਜਗਿਆਸਾ ਰਹਿਣੀ ਚਾਹੀਦੀ। ਅੱਜ ਕੱਲ੍ਹ ਸਭ ਤੋਂ ਜ਼ਿਆਦਾ ਜੇ ਕਿਧਰੇ ਜਿਹਨੂੰ ਮਾੜਾ ਹਾਲ ਕਹਿੰਦੇ ਆ ਨਾ, ਉਹ ਲਾਇਬ੍ਰੇਰੀਆਂ ਦਾ। ਇਹ ਨਹੀਂ ਕਿ ਉਹਨੂੰ ਪੜ੍ਹਨ ਵਾਲੇ ਹੈ ਨਹੀਂ, ਪੜ੍ਹਨ ਵਾਲੇ ਵੀ ਹਨ, ਪਰ ਇੰਨੇ ਨਹੀਂ ਜਿੰਨੀਆਂ ਕੁ ਦੀ ਉਹ ਮੰਗ ਕਰਦੀਆਂ ਨੇ ਲਾਇਬ੍ਰੇਰੀਆਂ। ਪੜ੍ਹਨ ਦੀ ਰੁਚੀ ਸਾਡੀ ਬਹੁਤ ਘਟ ਗਈ ਹੈ। ਲਿਖਣ ਦੀ ਰੁਚੀ ਵੀ ਸਾਡੀ ਇੰਨੀ ਨਹੀਂ ਰਹੀ। ਪਹਿਲਾਂ ਪ੍ਰੈਸ ਆਉਂਦੀ ਸੀ, ਫੋਟੋ ਖਿੱਚ ਕੇ ਆਪ ਖਬਰ ਬਣਾਉਂਦੀ ਸੀ। ਹੁਣ ਤੇ ਉਹ ਵੀ ਕਹਿੰਦੇ ਜਿਵੇਂ ਮਰਜ਼ੀ ਭੇਜ ਦਿਆ ਜੇ। ਉਹ ਫੋਟੋ ਲੱਗੀ ਹੁੰਦੀ ਹੈ ਕਿਸੇ ਦੇ ਭੋਗ ਦੀ ਤੇ ਥੱਲੇ ਖਬਰ ਜਨਮ ਦਿਹਾੜੇ ਦੀ ਲਾਉਂਦੇ ਨੇ। ਇਹ ਪੜ੍ਹਾਈ ਦੀ, ਲਿਖਾਈ ਦੀ ਰੁਚੀ ਨਾ ਹੋਣ ਕਾਰਨ ਹੋਇਆ, ਪਰ ਇਹ ਰੁਚੀ ਰਹਿਣੀ ਚਾਹੀਦੀ ਹੈ। ਕਿਸੇ ਦੀ ਇੰਨੀ ਉਮਰ ਨਹੀਂ ਹੈ, ਭਾਵੇਂ ਕੋਈ 100 ਸਾਲ ਜਿਵੇਂ, 200 ਸਾਲ ਜਿਵੇਂ, ਜਿੰਨੀ ਉਮਰ ਕਿਤਾਬ ਦੀ ਹੈ, ਜਿੰਨੀ ਪੁਸਤਕ ਦੀ ਉਮਰ ਹੈ ਉਨੀ ਕਿਸੇ ਦੀ ਉਮਰ ਨਹੀਂ ਹੈ। ਜੋ ਲਿਖਤ ਵਿੱਚ ਚੀਜ਼ ਆ ਜਾਏਗੀ। ਸਾਡਾ ਗੁਰੂਆਂ ਦਾ ਇਤਿਹਾਸ ਅਸੀਂ ਇਹਨਾਂ ਵਿਦਵਾਨਾਂ ਤੋਂ ਸੁਣਦੇ, ਪੜ੍ਹਦੇ ਹਾਂ, ਤਾਂ ਸਾਡੇ ਅੰਦਰ ਨਵੀਂ ਇੱਕ ਜਿਹੜੀ ਇੱਛਾ ਹੈ ਉਹ ਜਾਗਦੀ ਹੈ। ਅੱਗੇ ਨਾਲੋਂ ਸਮਾਂ ਬਹੁਤ ਵੈਸੇ ਬਦਲ ਚੁੱਕਾ ਹੈ ਅਤੇ ਸੈਮੀਨਾਰਾਂ ਦਾ ਆਯੋਜਨ ਇਸ ਕਰਕੇ ਕੀਤਾ ਜਾਂਦਾ ਕਿ ਗੁਰੂ ਸਾਹਿਬ ਜੀ ਨੇ ਬੜੇ ਵੱਡੇ ਪਰਉਪਕਾਰ ਕੀਤੇ, ਔਰ ਇੰਨੇ ਸਾਲ ਸਾਰਾ ਜੀਵਨ ਉਹਨਾਂ ਨੇ ਪਰਉਪਕਾਰ 'ਤੇ ਲਾਇਆ। ਉਹਨਾਂ ਦੇ ਜੀਵਨ ਵਿੱਚੋਂ ਕੋਈ ਵਿਦਵਾਨ, ਕੋਈ ਚੰਗੀ ਗੱਲ, ਪਿਆਰੀ ਗੱਲ, ਆਲੋਚਨਾ ਵੀ ਹੋਣੀ ਚਾਹੀਦੀ। ਸੁਣਨ ਦਾ ਜਿਗਰਾ ਵੀ ਚਾਹੀਦਾ, ਜਰਨ ਦਾ ਜਿਗਰਾ ਵੀ ਚਾਹੀਦਾ। ਹਰ ਚੀਜ਼ ਦੇਖੋ, ਕੋਈ ਵੀ ਆਲੋਚਨਾ ਕਿਸੇ ਨਵੇਂ ਦਸਾਂਦੇ ਨੂੰ ਜਨਮ ਦਿੰਦੀ ਹੈ। ਜੇ ਕੋਈ ਇੱਛਾ, ਸਿੱਖਣ ਦੀ ਇੱਛਾ ਰੱਖਦਾ ਹੋਵੇ, ਜੇ ਕੋਈ ਕਹੇ ਕਿ ਮੈਂ ਸਿਫਤ ਦਾ ਹੀ ਆਦੀ ਹੋ ਜਾ, ਜਿਹੜਾ ਮਨੁੱਖ, ਉਹ ਮਿਹਨਤ ਨਹੀਂ ਕਰੇਗਾ। ਆਲੋਚਨਾ ਬੰਦੇ ਨੂੰ ਸਗੋਂ ਸਾਵਧਾਨ ਕਰਦੀ ਹੈ, ਉਦਮੀ ਬਣਾਉਂਦੀ ਹੈ। ਤਾਂ ਇਸ ਕਰਕੇ ਬੜੇ ਸੁੰਦਰ ਸੁੰਦਰ ਵਿਚਾਰ ਸਾਰੇ ਡਾਕਟਰ ਸਾਹਿਬਾਨਾਂ ਨੇ ਕਹੇ। ਇੱਕ ਤੋਂ ਇੱਕ ਚੜ੍ਹਦੇ। ਸਤਿਗੁਰੂ ਮਿਹਰ ਕਰਨ, ਬਖਸ਼ਿਸ਼ ਕਰਨ। ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਡਾਕਟਰ ਸਾਹਿਬ ਤੁਹਾਡੇ ਸਾਰਿਆਂ ਦੀਆਂ, ਡਾਕਟਰ ਅਨੁਰਾਗ ਸਿੰਘ ਹੋਰਾਂ ਨੇ ਪਿਛਲੀ ਸ਼ਤਾਬਦੀ ਦੇ ਕਈ ਸੈਮੀਨਾਰ ਡਾਇਰੈਕਟ ਕੀਤੇ, ਔਰ ਇੱਥੇ ਬਹੁਤ ਵਿਦਵਾਨ ਅਸੀਂ ਲਿਆ ਕੇ ਸਾਰਿਆਂ ਦੇ ਪਰਚੇ ਪੜ੍ਹਾਏ। ਵੈਸੇ ਤਾਂ ਇਸ ਅਸਥਾਨ ਦੀ ਇਹ ਸਿਫਤ ਹੈ, ਬਾਬਾ ਜੀ ਨੇ ਇੰਨੀ ਕਿਰਪਾ ਕੀਤੀ ਕਿ ਸ਼ਾਇਦ ਇੰਡੀਆ ਵਿੱਚ ਕੋਈ ਵਿਰਲੀ ਯੂਨੀਵਰਸਿਟੀ ਰਹੀ ਹੋਵੇਗੀ ਜਿਹਦਾ ਵਿਦਵਾਨ ਕੋਈ ਇੱਥੇ ਆ ਕੇ ਨਹੀਂ ਬੋਲਿਆ ਹੋਵੇਗਾ। ਕੋਈ ਐਸਾ ਢਾਡੀ ਨਹੀਂ ਹੋਵੇਗਾ ਜਿਹਨੇ ਇੱਥੇ ਢਾਡੀ ਵਾਰਾਂ ਨਹੀਂ ਗਾਈਆਂ ਹੋਣਗੀਆਂ। ਕੋਈ ਐਸਾ ਰਾਗੀ ਨਹੀਂ ਹੋਵੇਗਾ ਜਿਹਨੇ ਕੀਰਤਨ ਇੱਥੇ ਨਾ ਕੀਤਾ ਹੋਵੇ। ਤੋ ਸਤਿਗੁਰਾਂ ਦੀ ਬਹੁਤ ਵੱਡੀ ਮਿਹਰ ਹੈ। ਤੁਹਾਡਾ ਸਭ ਦਾ, ਸੰਗਤ ਦਾ ਔਰ ਸਾਰੇ ਇਹਨਾਂ ਸਕੋਲਰਾਂ ਦਾ ਬਹੁਤ ਬਹੁਤ ਧੰਨਵਾਦ। ਜੀ ਆਇਆਂ ਨੂੰ। ਗਲਤੀਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਚਾਹ ਪਾਣੀ ਸਾਰੇ ਆਪ ਜੀ ਛਕੋ ਜੀ।